ਸਤਿ ਸ਼੍ਰੀ ਅਕਾਲ। ਮੈਂ ਸੁਖਪਾਲ ਸਿੰਘ ਆਦੀਵਾਲ। ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ। ਰੋਜ਼ਾਨਾ ਦੀ ਤਰ੍ਹਾਂ ਅਸੀਂ ਨਵੀਆਂ ਸ਼ਖਸੀਅਤਾਂ ਨਾਲ ਮਿਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਅਸੀਂ ਪਹੁੰਚੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਇਤਿਹਾਸਿਕ ਆਸ਼ਰਮ ਦੇ ਵਿੱਚ। ਗੁਰਪ੍ਰੀਤ ਸਿੰਘ ਜੀ ਸੋਨੀ ਬਾਬਾ ਇਸ ਆਸ਼ਰਮ ਨੂੰ ਚਲਾ ਰਹੇ ਆ, ਇੱਕ ਲੰਗਰ ਸੇਵਾ ਨੂੰ ਚਲਾ ਰਹੇ ਆ, ਜੋ ਪਿਛਲੇ ਲੰਬੇ ਸਮੇਂ ਤੋਂ ਸ਼੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹੇ ਦੇ ਸਾਰੇ ਹਸਪਤਾਲ, ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਦੇ ਨਾਲ ਦੋ ਥਾਣੇ ਇੱਥੇ, ਸਿਟੀ ਥਾਣਾ ਤੇ ਸਦਰ ਥਾਣਾ, ਉਹਨਾਂ ਦੇ ਵਿੱਚ ਵੀ ਜਿਹੜੀ ਲੰਗਰ ਦੀ ਸੇਵਾ ਸਵੇਰੇ ਸ਼ਾਮ ਜਿਹੜੀ ਉਹ ਨਿਰਵਿਘਨ ਨਿਭਾ ਰਹੇ ਆ। ਦੋਨਾਂ ਟਾਈਮਾਂ ਦੇ ਵਿੱਚ ਜਿਹੜਾ ਗੱਡੀਆਂ ਲੰਗਰ ਲੈ ਕੇ ਜਾਂਦੀਆਂ ਹਸਪਤਾਲ ਦੇ ਵਿੱਚ ਜਿਹੜੇ ਮਰੀਜ਼ਾਂ ਦੇ ਨਾਲ ਉਹਨਾਂ ਦੇ ਰਿਸ਼ਤੇਦਾਰ ਜਾਂ ਉਹਨਾਂ ਨੂੰ ਸੰਭਾਲਣ ਵਾਸਤੇ, ਕੇਅਰ ਕਰਨ ਵਾਸਤੇ ਆਏ ਹੁੰਦੇ ਆ, ਉਹਨਾਂ ਲਈ ਦੋਨੇ ਟਾਈਮ ਜਿਹੜਾ ਲੰਗਰ ਤਿਆਰ ਹੋ ਕੇ ਇਸੇ ਆਸ਼ਰਮ 'ਚੋਂ ਜਾਂਦਾ। ਅੱਜ ਅਸੀਂ ਉਸ ਆਸ਼ਰਮ ਦੇ ਵਿੱਚ ਪਹੁੰਚੇ ਆ। ਸਾਡੇ ਨਾਲ ਗੱਲਬਾਤ ਕਰਨ ਦੇ ਲਈ ਗੁਰਪ੍ਰੀਤ ਸਿੰਘ ਜੀ ਸੋਨੀ ਬਾਬਾ ਜੀ ਆ। ਆਓ ਕਰਦੇ ਉਹਨਾਂ ਨਾਲ ਗੱਲਬਾਤ। ਬਾਬਾ ਜੀ ਸਤਿ ਸ਼੍ਰੀ ਅਕਾਲ ਜੀ। ਡੇਲੀ ਰਿਪੋਰਟ ਟੀਵੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ ਸਾਰੀ ਟੀਮ ਦਾ, ਜੋ ਦਾਸ ਨੂੰ ਸੰਗਤਾਂ ਦੇ ਰੂਬਰੂ ਕਰਨ ਦੇ ਵਾਸਤੇ ਆ ਪਹੁੰਚੇ ਹੋ। ਆਪ ਸਭ ਨੂੰ ਜੀ ਆਇਆਂ ਆਖਦੇ ਜੀ। ਬਾਬਾ ਜੀ, ਤੁਹਾਡੀ ਸੇਵਾ ਨੂੰ ਸੁਣਿਆ ਸੀਗਾ ਤੇ ਦੇਖਦੇ ਸੀਗੇ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਦੇ ਵਿੱਚ, ਪ੍ਰਾਈਵੇਟ ਹਸਪਤਾਲਾਂ 'ਚ, ਸਰਕਾਰੀ ਹਸਪਤਾਲ ਦੇ ਵਿੱਚ ਤੁਹਾਡੇ ਸੇਵਾਦਾਰ ਜਿਹੜੇ ਸਵੇਰੇ ਸ਼ਾਮ ਮੈਨੂੰ ਲੱਗਦਾ 2 ਟਾਈਮ ਜਿਹੜੀ ਲੰਗਰ ਦੀ ਸੇਵਾ ਕਰ ਰਹੇ ਸੀ, ਪਿਛਲੇ ਲੰਬੇ ਸਮੇਂ ਤੋਂ ਕਰ ਰਹੇ ਸੀ। ਬੜੀ ਵਾਰ ਮਨ ਦੇ ਵਿੱਚ ਆਇਆ ਸੀ ਜ਼ਰੂਰ ਬਾਬਾ ਜੀ ਨੂੰ ਮਿਲਾਂਗੇ। ਅੱਜ ਤੁਹਾਡੇ ਇੱਥੇ ਆਸ਼ਰਮ ਦੇ ਵਿੱਚ ਪਹੁੰਚੇ ਆ ਤੇ ਤੁਹਾਡੇ ਨਾਲ ਗੱਲਬਾਤ ਕਰਨ ਦਾ ਮੌਕਾ ਵੀ ਮਿਲਿਆ। ਇਹ ਸਾਡੇ ਦਰਸ਼ਕਾਂ ਨੂੰ ਜ਼ਰੂਰ ਤੁਸੀਂ ਦੱਸੋ, ਇਹ ਕਦੋਂ ਤੋਂ ਸ਼ੁਰੂ ਕੀਤੀ ਸੀ ਸੇਵਾ? ਜਿਹੜੀ ਪਹਿਲੀ ਵਾਰ ਕਦੋਂ ਤੋਂ ਸ਼ੁਰੂ ਕੀਤੀ ਸੀ, ਕਿੱਥੇ ਸ਼ੁਰੂ ਕੀਤੀ ਸੀਗੀ? ਗੁਰੂ ਪਿਆਰੀ ਸਾਧ ਸੰਗਤ ਜੀ, ਹਸਪਤਾਲਾਂ ਦੇ ਲੰਗਰ ਦੀ ਸੇਵਾ ਤਾਂ 2010 ਦੇ ਵਿੱਚ ਪਿੰਡ ਰੁਪਾਣਾ ਤੋਂ ਇਹ ਲੰਗਰ ਤਿਆਰ ਕਰਕੇ ਤੇ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ ਦੇ ਵਿੱਚ ਵਰਤਾਉਣਾ, ਤੇ ਕਰੀਬ ਇੱਕ ਹਫ਼ਤਾ ਇੱਕ ਹਸਪਤਾਲ ਦੇ ਵਿੱਚ ਹੀ ਲੰਗਰ ਅਸੀਂ ਵਰਤਾਉਂਦੇ ਰਹੇ ਹੈਗੇ। ਹੌਲੀ ਹੌਲੀ ਦਾਸ ਦੇ ਮਨ ਦੇ ਵਿੱਚ ਆਈ ਕਿ ਸਰਕਾਰੀ ਹਸਪਤਾਲ ਦੇ ਨਾਲ ਨਾਲ ਜਿਹੜੇ ਪ੍ਰਾਈਵੇਟ ਹਸਪਤਾਲ ਹੈ, ਮਰੀਜ਼ ਤਾਂ ਉੱਥੇ ਵੀ ਹੈਗੇ, ਲੰਗਰ ਉਹਨਾਂ ਨੂੰ ਵੀ ਚਾਹੀਦਾ ਹੈਗਾ। ਤੇ ਇਸ ਤਰ੍ਹਾਂ ਹੌਲੀ ਹੌਲੀ ਡਾਕਟਰ ਮਦਨ ਮੋਹਨ ਜੀ ਦਾ ਹਸਪਤਾਲ, ਫਿਰ ਆਸ਼ੀਰਵਾਦ ਹਸਪਤਾਲ, ਦਦਨੇਸ਼ ਹਸਪਤਾਲ ਤੇ ਕਰੀਬ ਸ਼ਹਿਰ ਦੇ 8 ਹਸਪਤਾਲਾਂ ਦੇ ਵਿੱਚ ਲੰਗਰ ਜਾਣਾ ਸ਼ੁਰੂ ਹੋ ਗਿਆ। ਜਦੋਂ ਲੰਗਰ ਆਪਾਂ ਸ਼ੁਰੂ ਕੀਤਾ ਸੀਗਾ, ਕਿੰਨੀਆਂ ਕੁ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪਿਆ? ਕਿਉਂਕਿ ਕੋਈ ਵੀ ਚੰਗਾ ਕੰਮ ਆਪਾਂ ਸ਼ੁਰੂ ਕਰਦੇ ਆ ਤਾਂ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜੀ। ਮੁਸ਼ਕਲਾਂ ਤਾਂ ਬਹੁਤ ਪਰਮਾਤਮਾ ਇਮਤਿਹਾਨ ਵਿੱਚ ਦੀ ਕੱਢਦਾ ਹੈਗਾ। ਜਿਹੜਾ ਬੰਦਾ ਇਮਤਿਹਾਨ ਦੇ ਵਿੱਚ ਦੀ ਨਿਕਲਦਾ ਤੇ ਉਹੀ ਪਾਸ ਹੁੰਦਾ ਹੈ। ਤੇ ਸਤਿਗੁਰੂ ਨੇ ਆਪ ਹੀ ਕਿਰਪਾ ਕੀਤੀ ਹੈ। ਦਾਸ ਦੇ ਕੋਲੇ ਤਾਂ ਕੋਈ ਜ਼ਮੀਨ ਜਾਇਦਾਦ ਜਾਂ ਇਸ ਤਰ੍ਹਾਂ ਆਮਦਨ ਦਾ ਕੋਈ ਸਾਧਨ ਨਹੀਂ ਸੀ, ਤੇ ਨਾ ਹੀ ਕੋਈ ਮੈਂ ਮੇਰੇ ਨਗਰ ਦੇ ਵਿੱਚ ਕਿਸੇ ਤੋਂ ਵੀ ਜਾ ਕਰਕੇ ਕੋਈ ਪੈਸਾ ਮੰਗਿਆ ਜਾਂ ਲੰਗਰ ਵਾਸਤੇ ਜਾਂ ਕੋਈ ਕਿਸੇ ਨੂੰ ਕਿਹਾ। ਤਾਂ ਆਪਣੇ ਘਰ ਤੋਂ ਹੀ ਇਹ ਲੰਗਰ 10 ਕਿਲੋ ਦੀ ਥੈਲੀ ਤੋਂ ਸ਼ੁਰੂ ਕੀਤਾ। ਇਸ ਟਾਈਮ ਸਤਿਗੁਰੂ ਦੀ ਕਿਰਪਾ ਦੇ ਨਾਲ ਕਰੀਬ 2-2.5 ਕੁਇੰਟਲ ਆਟਾ ਪੱਕ ਰਿਹਾ ਹੈ। ਤੇ ਇਮਤਿਹਾਨ ਤਾਂ ਪਰਮਾਤਮਾ ਨੇ ਬਹੁਤ ਵਾਰੀ ਲਏ। ਕਈ ਵਾਰੀ ਸਾਡੇ ਕੋਲੇ ਰਸਤ ਮੁੱਕ ਜਾਣੀ ਤੇ ਕੋਲੇ ਦਾਸ ਦੇ ਪੈਸਾ ਵੀ ਨਹੀਂ ਹੋਣਾ। ਦੁਕਾਨਾਂ ਤੇ ਜਿਨ੍ਹਾਂ ਤੋਂ ਸੌਦਾ ਲੈਂਦੇ ਸੀ ਉਹ ਕਹਿੰਦੇ ਬਾਬਾ ਜੀ ਤੇਰੇ ਤੋਂ ਪਹਿਲਾਂ ਹੀ ਪੈਸੇ ਇੰਨੇ ਲੈਣੇ, ਪਹਿਲਾਂ ਪੈਸੇ ਪਿਛਲਾ ਬਕਾਇਆ ਦੇ ਕੇ ਜਾਓ ਤੇ ਫਿਰ ਤੁਹਾਨੂੰ ਲੰਗਰ ਦੇਵਾਂਗੇ। ਜੇ ਮੈਂ ਕਿਸੇ ਕੋਲੇ ਜਾ ਕਰਕੇ ਕਹਿੰਦਾ ਵੀ ਮੈਨੂੰ ਕੋਈ ਲੰਗਰ ਵਾਸਤੇ ਕੋਈ ਸੇਵਾ ਚਾਹੀਦੀ ਹੈ ਤਾਂ ਉਹ ਕਹਿ ਦਿੰਦੇ ਬਾਬਾ ਜੀ ਅਸੀਂ ਤਾਂ ਗੁਰਦੁਆਰੇ ਭੇਜ ਦਿੰਦੇ ਹਾਂ, ਅਸੀਂ ਗਊਸ਼ਾਲਾ ਦੇ ਦਿੰਦੇ ਹਾਂ, ਤੁਸੀਂ ਅੱਗੇ ਚਲੋ ਜੀ। ਤੇ ਮੈਨੂੰ ਬਹੁਤ ਮਤਲਬ ਕਿ ਇਸ ਤਰ੍ਹਾਂ ਦੀ ਕਈ ਵਾਰੀ ਦਿੱਕਤਾਂ ਆ ਜਾਂਦੀਆਂ ਸੀ, ਪਰ ਸਤਿਗੁਰੂ ਹੀ ਇਮਤਿਹਾਨ ਲੈ ਰਹੇ ਸੀ ਤੇ ਇਸ ਟਾਈਮ ਕੋਈ ਮਹਾਰਾਜ ਦੀ ਕਿਰਪਾ ਦੇ ਨਾਲ। ਅੱਛਾ, ਕਿਸੇ ਟਾਈਮ ਤੁਸੀਂ ਜਿਹੜਾ ਰਾਸ਼ਨ ਧਾਰ ਲੈ ਕੇ ਵੀ ਲੰਗਰ ਲਾਉਂਦੇ ਰਹੇ ਹੋ? ਧਾਰ, ਹਾਂਜੀ ਹਾਂ। ਰੁਪਾਣੇ ਨਗਰ ਦੇ ਵਿੱਚ ਸਾਡੇ ਰਾਜੂ ਕਰਿਆਨੇ ਵਾਲਾ ਸੀ ਤੇ ਉਹਨਾਂ ਤੋਂ ਸੌਦਾ ਪੱਤਾ, ਘਰ ਦਾ ਸੌਦਾ ਜਾਂਦਾ ਸੀਗਾ। ਤੇ ਜਦੋਂ ਮੈਂ ਲੰਗਰ ਦੀ ਸੇਵਾ ਸ਼ੁਰੂ ਕੀਤੀ ਤਾਂ ਉਸ ਟਾਈਮ ਫਿਰ ਸਾਨੂੰ ਹਰ ਰੋਜ਼ ਕਾਫੀ ਦਾਲਾਂ ਚਾਹੀਦੀਆਂ ਹੁੰਦੀਆਂ ਸੀ, ਕਾਫੀ ਆਟਾ ਚਾਹੀਦਾ ਹੁੰਦਾ ਸੀ ਤੇ ਕਾਫੀ ਪੈਸਾ ਸਿਰ ਤੇ ਚੜ ਜਾਂਦਾ ਸੀਗਾ। ਪਰ ਕਦੇ ਨਹੀਂ ਮਨ ਤੇ ਹੋਇਆ ਵੀ ਸੱਚੇ ਪਾਤਸ਼ਾਹ ਅਸੀਂ ਕਿਹੜਾ ਕੋਈ ਜੂਆ ਖੇਡਦੇ, ਇਹਨੂੰ ਆਪਾਂ ਰੁਕਣ ਨਹੀਂ ਦੇਣਾਗਾ। ਤੇ ਦੋਨੇ ਟਾਈਮ ਅਸੀਂ ਇਹ ਨਿਰਵਿਘਨ ਅੱਜ ਕਰੀਬ ਕਿੰਨੇ ਸਾਲ ਹੋ ਚੱਲੇ ਕਿ ਇੱਕ ਦਿਨ ਦੀ ਵੀ ਅਸੀਂ ਛੁੱਟੀ ਨਹੀਂ ਕੀਤੀ। ਤੇ ਕਾਫੀ ਪਰਮਾਤਮਾ ਨੇ ਮਤਲਬ ਕਿ ਇਮਤਿਹਾਨਾਂ ਵਿੱਚ ਇਮਤਿਹਾਨ ਲਏ ਤੇ ਪਰ ਕੋਈ ਗੱਲ ਨਹੀਂ, ਅਸੀਂ ਹਾਜ਼ਰ ਹਾਂ ਸੰਗਤਾਂ ਵਾਸਤੇ। ਤੇ ਸ਼੍ਰੀ ਮੁਕਤਸਰ ਸਾਹਿਬ ਕਿਹੜੇ ਸੰਨ 'ਚ ਬਾਬਾ ਜੀ ਤੁਸੀਂ ਆਏ ਸੀ ਇੱਥੇ? ਜਦੋਂ ਆਸ਼ਰਮ ਲਈ ਜਗ੍ਹਾ ਹੈ ਤੁਹਾਨੂੰ ਕਿਵੇਂ ਮਿਲੀ? ਇਹ ਇਸ ਤਰ੍ਹਾਂ ਸੀ, ਰੁਪਾਣੇ ਤੋਂ ਲੰਗਰ ਆਉਂਦਾ ਸੀ, ਕਰੀਬ 3-4 ਸਾਲ ਹੋ ਗਏ ਸੀ ਰੁਪਾਣੇ ਤੋਂ ਆਉਂਦੇ ਤੇ ਸੰਗਤਾਂ ਦੇ ਕਾਫੀ ਧਿਆਨ 'ਚ ਸੀ ਵੀ ਬਾਬਾ ਜੀ ਰੁਪਾਣੇ ਤੋਂ ਲੰਗਰ ਲੈ ਕੇ ਆਉਂਦੇ ਆ। ਉਸ ਟਾਈਮ ਮੈਂ ਸਕੂਟਰ ਤੇ ਹੀ ਸ਼ੁਰੂ ਕੀਤਾ ਸੀ ਇਹ ਲੰਗਰ। ਤੇ ਸੰਗਤਾਂ ਦੇ ਵਿੱਚ ਸੀ ਵੀ ਬਾਬਾ ਜੀ ਨੂੰ ਕਿਸੇ ਨਾ ਕਿਵੇਂ ਕਰਕੇ ਸ਼ਹਿਰ ਦੇ ਵਿੱਚ ਕੋਈ ਜਗ੍ਹਾ ਮਿਲੇ। ਤੇ ਇੱਕ ਵਾਰ ਇੱਥੇ ਸਰਕਾਰੀ ਸਕੂਲ ਦੇ ਵਿੱਚ ਇਲੈਕਸ਼ਨਾਂ ਦੇ ਟਾਈਮ ਦੇ ਉੱਤੇ ਜਦੋਂ ਸੀ ਤਾਂ ਮੈਨੂੰ ਲੰਗਰ ਵਾਸਤੇ ਬੇਨਤੀ ਕੀਤੀ ਪ੍ਰਸ਼ਾਸਨ ਨੇ ਵੀ ਬਾਬਾ ਜੀ ਤੁਸੀਂ ਲੰਗਰ ਉੱਥੇ ਛਕਾਉਣਾ ਹੈ। ਤੇ ਅਸੀਂ ਖਿੜੇ ਮੱਥੇ ਉਹ ਸੇਵਾ ਨੂੰ ਪ੍ਰਵਾਨ ਕੀਤਾ ਤੇ ਉਹ ਲੰਗਰ ਅਸੀਂ ਬਹੁਤ ਵਧੀਆ ਤਰੀਕੇ ਨਾਲ ਸੰਗਤਾਂ ਨੂੰ ਛਕਾਇਆ। ਤੇ ਮੈਨੂੰ ਡੀ ਸਾਹਿਬ ਨੇ ਬੁਲਾ ਕਰਕੇ ਕਹਿੰਦੇ ਬਾਬਾ ਜੀ ਵੀ ਸਾਨੂੰ ਦੱਸੋ ਕੋਈ ਤੁਹਾਡੀ ਕੋਈ ਸੇਵਾ ਕੀ ਕਰੀਏ। ਅਸੀਂ ਆਖਿਆ ਜੀ ਸਾਨੂੰ ਕੋਈ ਮਾਇਆ ਜਾਂ ਸਾਨੂੰ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਚਾਹੀਦੀ, ਸਾਨੂੰ ਸ਼ਹਿਰ ਦੇ ਵਿੱਚ ਹੀ ਕੋਈ ਜਗ੍ਹਾ ਮਿਲ ਜਾਵੇ ਲੰਗਰ ਦੇ ਵਾਸਤੇ ਤੇ ਜਿਹੜਾ ਸ਼ਹਿਰ ਸੰਗਤਾਂ ਨੂੰ ਵੀ ਕਾਫੀ ਸੌਖਾ ਹੋ ਜਾਊਗਾ ਤੇ ਸਾਨੂੰ ਵੀ ਸੌਖਾ ਹੋ ਜਾਊਗਾ।
ਤੇ ਫਿਰ ਕੁਲਦੀਪ ਸਿੰਘ ਸੋਢੀ ਪਟਵਾਰੀ ਸੀ, ਉਹਨਾਂ ਨੂੰ ਬੇਨਤੀ ਕੀਤੀ ਡੀਸੀ ਸਾਹਿਬ ਨੇ, ਅਫਸਰਾਂ ਨੇ, ਤਹਿਸੀਲਦਾਰ ਸਾਹਿਬ ਹੋਰਾਂ ਨੇ ਵੀ ਬਾਬਾ ਜੀ ਨੂੰ ਕੋਈ ਲੱਭ ਕੇ ਦਿਓ ਜਗ੍ਹਾ। ਤੇ ਉਹਨਾਂ ਨੇ ਫਿਰ ਇਹ ਜਗ੍ਹਾ ਢੂੰਡਦੇ ਪਹਿਲਾਂ ਮੈਨੂੰ ਕਿਤੇ ਉੱਧਰ ਦਿਖਾਉਂਦੇ ਰਹੇ ਵੀ ਗੁਰੂ ਸਾਹਿਬ ਰੋਡ ਤੇ ਦੇ ਦਈਏ ਬਾਬਾ ਜੀ ਨੂੰ, ਉੱਧਰਲੇ ਪਾਸੇ ਕੋਈ ਦੇ ਦਈਏ, ਕਾਫੀ ਜਗ੍ਹਾ ਪਈਆਂ ਨੇ ਜਿਹੜੀਆਂ ਸ਼ਾਮਲਾਟ ਜਾਂ ਕੋਈ ਇਸ ਤਰ੍ਹਾਂ ਦੀਆਂ। ਤੇ ਪਰ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਮੈਂ ਹਸਪਤਾਲਾਂ 'ਚ ਸੇਵਾ ਕਰਦਾ, ਇਸ ਕਰਕੇ ਮੈਨੂੰ ਹਸਪਤਾਲ ਦੇ ਨਾਲ ਹੀ ਕੋਈ ਜਗ੍ਹਾ ਮਿਲ ਜਾਵੇ ਤਾਂ ਬੈਸਟ ਹੈ। ਤਾਂ ਪਟਵਾਰੀ ਸਾਹਿਬ ਨੇ ਇਸ ਜਗ੍ਹਾ ਦਾ ਪਤਾ ਕੀਤਾ ਤੇ ਇਹ ਪਿੰਡ ਦੀ ਨਗਰ ਦੀ 69 ਨੰਬਰ ਮਸ਼ੀਨ ਹੈ, ਮੜੀਆਂ ਦੀ ਜਗ੍ਹਾ ਜੋ ਸੀ ਹਸਪਤਾਲ ਦੇ ਨਾਲ ਇਹ ਪਈ। ਇਹ ਕਿਹੜੇ ਪਿੰਡ ਦੀ ਜ਼ਮੀਨ ਹੈ ਜੀ? ਇਹ ਚੱਕਨ ਬੀੜ ਸਰਕਾਰ ਨਗਰ ਨਿਵਾਸੀਆਂ ਦੀ ਮੜੀਆਂ ਦੀ ਜਗ੍ਹਾ ਸੀ, ਜੋ ਇਹ ਸੰਗਰੀ ਸੰਗਤ ਨੇ, ਨਗਰ ਨਿਵਾਸੀ ਬੀੜ ਸਰਕਾਰ ਨੇ, ਪੰਚਾਇਤਾਂ ਨੇ ਪੁਰਾਣੀਆਂ ਨੇ, ਤੇ ਹਰਬੰਸ ਗਰੀਬ ਜੀ, ਬੱਗੀ ਜੀ, ਲਾਲੀ ਬਾਵਾ ਜੀ, ਜੱਗਾ MC ਜੀ, ਤੇ ਹੋਰ ਚੰਦ ਜੀ, ਪਿੰਡ ਦੇ ਜਿਹੜੇ ਕੋਈ ਚੰਗੇ ਮੋਹਤਵਾਰ ਬੰਦੇ ਸੀ ਸਾਰੇ, ਆਪਣੇ ਬਲਰਾਜ ਦਰੇਜਾ ਜੀ ਤੇ ਪੱਪਾ ਮੈਂਬਰ ਜੀ, ਤੇ ਇਸ ਤਰ੍ਹਾਂ ਮਨਪ੍ਰੀਤ ਜੀ, ਤੇ ਕਾਫੀ ਸੰਗਤ ਜੁੜੀ ਹੋਈ ਹੈ ਜਿਹੜੀ ਸਮੇਂ-ਸਮੇਂ ਤੇ ਸੰਗਤ ਦੇ ਨਾਲ ਵੀ ਸਹਿਯੋਗ ਕਰਦੇ ਇਹ ਕਿੰਨੀ ਜਗ੍ਹਾ ਬਾਬਾ ਜੀ ਤੁਹਾਡੇ ਕੋਲ ਆਸ਼ਰਮ ਵਾਲੀ? ਇਸ ਟਾਈਮ ਆਸ਼ਰਮ ਦੀ ਕਰੀਬ 1.5 ਕਿੱਲਾ ਜਗ੍ਹਾ ਹੈਗੀ ਹੈ ਲਗਭਗ, ਜੋ ਕਿ ਸਰਕਾਰੀ ਹਸਪਤਾਲ ਦੇ ਨਾਲ ਇੱਧਰ ਹਸਪਤਾਲ ਹੈ, ਇੱਕ ਪਾਸੇ ਵਾਟਰ ਵਰਕਸ ਹੈਗਾ। ਤੇ ਹੌਲੀ ਹੌਲੀ ਇੱਥੇ ਹੁਣ ਜੰਗਲ ਹੀ ਸੀ ਇਹ, ਸਾਨੂੰ ਕੋਈ ਇੱਥੇ ਕੋਈ ਇੱਕ ਕਮਰਾ ਵੀ ਨਹੀਂ ਸੀ ਇੱਥੇ। ਹਸਪਤਾਲ ਦਾ ਸਾਰੀ ਗੰਦਗੀ ਜਿਹੜੀਆਂ ਇੰਨਾ ਹਸਪਤਾਲ ਦਾ ਕੰਟੀਨ ਦਾ ਸਾਰਾ ਕਚਰਾ ਇੱਧਰਲੇ ਪਾਸੇ ਢੇਰ ਲੱਗੇ ਹੁੰਦੇ ਸੀਗੇ, ਤੇ ਕਾਫੀ ਭੰਗ ਦੇ ਬੂਟੇ, ਕਾਨੇ, ਪੂਰਾ ਜੰਗਲ ਸੀ। ਆਹ ਜਿਹੜੀ ਜਗ੍ਹਾ ਤੇ ਆਪਾਂ ਬੈਠੇ ਆ ਰੂਮ 'ਚ, ਇਹ ਵੀ 5-6 ਫੁੱਟ ਡੂੰਘਾ ਸੀ। ਇੱਥੇ ਸਰਕਾਰੀ ਕਚਹਿਰੀਆਂ ਨਾਲ ਹੈਗੀਆਂ, ਤੇ ਕਚਹਿਰੀਆਂ ਦਾ ਜਿਹੜਾ ਬਾਰਿਸ਼ ਦਾ ਪਾਣੀ ਜਿਹੜਾ ਉਹ ਇੱਧਰ ਹੀ ਆ ਜਾਂਦਾ ਸੀ, ਉਹ ਸਾਰਾ ਇੱਥੋਂ ਦੀ ਜੰਗਲ ਵਿੱਚ ਇਕੱਠਾ ਹੋਇਆ। ਇੱਥੇ ਟੋਆ ਮਾਰਿਆ ਹੋਇਆ ਸੀ, ਟੋਏ 'ਚ ਚੱਕ ਕੇ ਤੇ ਕੱਸੀ 'ਚ ਸੁੱਟ ਦਿੰਦੇ ਸੀ। ਤੇ ਬੜੀ ਸਤਿਗੁਰ ਨੇ ਕਿਰਪਾ ਕੀਤੀ ਵੀ ਸਾਨੂੰ ਜਿਹੜਾ ਇਹ ਆਸ਼ਰਮ ਜਗ੍ਹਾ ਦੀ ਬਹੁਤ ਵੀ ਜ਼ਿਆਦਾ ਸਫਾਈ ਦੀ ਲੋੜ ਸੀ ਉਹਨਾਂ ਨੇ। ਹਾਂਜੀ, ਬਹੁਤ ਇੱਥੇ ਜੰਗਲ ਸੀ। ਤੁਸੀਂ ਬਾਹਰ ਦੁਕਾਨਦਾਰ ਤੁਸੀਂ ਪੁੱਛ ਸਕਦੇ ਹੋ, ਪਿੰਡ ਦੇ ਸੰਗਤ ਨੂੰ ਪੁੱਛ ਸਕਦੇ ਹੋ। ਇੱਥੇ ਸਾਨੂੰ ਇਹ ਜੰਗਲੀ ਜਗ੍ਹਾ ਦਿੱਤੀ ਹੋਈ ਸੀ, ਜਿਹੜੇ 5-5, 6-6 ਫੁੱਟ ਤਾਂ ਇੱਥੇ ਭਰਤਾ ਸੀ ਪਾਈ ਹੈਗੀ। ਤੇ ਕਿੰਨੇ ਹਸਪੀਟਲਾਂ 'ਚ ਜਿਹੜਾ ਅੱਜ ਨਿਰਵਿਘਨ ਜਿਹੜਾ ਲੰਗਰ ਦੀ ਸੇਵਾ ਚੱਲ ਰਹੀ ਹੈ ਮੁਕਤਸਰ ਦੇ ਜੀ? ਇਹ ਲੰਗਰ ਦੀ ਸੇਵਾ ਇਸ ਟਾਈਮ 24 ਹਸਪਤਾਲਾਂ ਦੇ ਵਿੱਚ ਲੰਗਰ ਜਾ ਰਿਹਾ, ਨਾਲ 2 ਥਾਣੇ, ਸਿਟੀ ਤੇ ਸਦਰ, ਤੇ ਹੋਰ ਵੀ ਕੋਈ ਜੋ ਮੁਲਾਜ਼ਮ ਇੱਥੇ ਆਉਂਦੇ ਨੇ, ਜਿਵੇਂ ਪਿੱਛੇ ਆਰਮੀ ਇੱਥੇ ਆਈ ਹੈਗੀ ਵੋਟਾਂ ਦੇ ਟਾਈਮ ਤੇ ਜਦੋਂ ਵੀ ਮੈਨੂੰ ਕੋਈ ਲੰਗਰ ਦੇ ਵਾਸਤੇ ਕੋਈ ਥਾਣੇ 'ਚੋਂ ਫੋਨ ਆ ਜਾਂਦਾ, ਬਾਬਾ ਜੀ ਇੰਨੀ ਫੋਰਸ ਆਈ ਹੈ ਤੇ ਸਾਨੂੰ ਲੰਗਰ ਚਾਹੀਦਾ, ਤੇ ਅਸੀਂ ਖਿੜੇ ਮੱਥੇ ਸੇਵਾ ਨੂੰ ਪ੍ਰਵਾਨ ਕਰਦੇ ਹਾਂ। ਰਾਤ ਨੂੰ 9-10 ਵਜੇ ਤੱਕ ਅਸੀਂ ਮੁਲਾਜ਼ਮਾਂ ਨੂੰ ਲੰਗਰ ਛਕਾ ਕੇ ਆਉਂਦੇ ਹਾਂ। ਜਿਹੜੀ ਸੰਗਤ ਸਾਡੀ ਹਿਫਾਜ਼ਤ ਵਾਸਤੇ ਮੇਲੇ ਮਾਘੀ ਤੇ ਆਉਂਦੀ ਹੈ, ਤੇ ਜਿੰਨੇ ਇੱਥੇ ਨਾਕੇ ਲੱਗਦੇ ਆ ਸ਼ਹਿਰ ਦੇ ਵਿੱਚ, ਕਰੀਬ ਉਸ ਟਾਈਮ 16-17 ਨਾਕੇ ਹੁੰਦੇ ਸ਼ਹਿਰ ਦੇ 4 ਸਵੇਰੇ, ਤੇ ਉੱਥੇ ਮੁਲਾਜ਼ਮ ਜਿਹੜੇ ਹੁੰਦੇ ਉਹਨਾਂ ਨੂੰ ਵੀ ਅਸੀਂ ਪ੍ਰਸ਼ਾਦਾ ਭੇਜਦੇ ਹਾਂ। ਬਾਕੀ ਇੱਥੇ ਕੋਈ ਨੇੜੇ ਤੇੜੇ ਕੋਈ ਟੂਰਨਾਮੈਂਟ ਹੁੰਦਾ, ਬੱਚੇ ਆ ਜਾਂਦੇ ਆ, ਬਾਬਾ ਜੀ ਸਾਨੂੰ ਲੰਗਰ ਚਾਹੀਦਾ ਹੈ 500-400 ਬੰਦੇ ਦਾ, ਤੇ ਅਸੀਂ ਖਿੜੇ ਮੱਥੇ ਸੇਵਾ ਨੂੰ ਪ੍ਰਵਾਨ ਕਰਦੇ ਹਾਂ ਵੀ ਸੱਚੇ ਪਾਤਸ਼ਾਹ ਸ਼ੁਕਰ ਹੈ ਸਾਨੂੰ ਇਸ ਲਾਇਕ ਕੀਤਾ। ਇੱਥੇ ਮਸ਼ੀਨ ਲੱਗੀ ਹੈ, ਕੋਈ ਦਾਲਾਂ ਸਬਜ਼ੀਆਂ ਦੀ ਕੋਈ ਕਮੀ ਨਹੀਂ, ਸੰਗਤਾਂ ਭੇਜ ਰਹੀਆਂ ਨੇ। ਹੁਣ ਕਿੰਨੀ ਕੁ ਕੁਆਂਟੀਟੀ ਦੇ ਵਿੱਚ ਕਹਿ ਸਕਦੇ ਆਪਾਂ ਡੇਲੀ ਜਿਹੜਾ ਇੱਥੇ ਲੰਗਰ ਤਿਆਰ ਹੁੰਦਾ, ਕਿੰਨੇ ਕੁ ਬੰਦਿਆਂ ਦਾ ਜੇ ਆਪਾਂ ਗਿਣਤੀ ਦੇ ਹਿਸਾਬ ਨਾਲ ਗੱਲ ਕਰੀਏ ਤਾਂ? ਇੱਥੇ ਲਗਭਗ 2 ਕੁਇੰਟਲ ਆਟਾ ਡੇਲੀ ਪੱਕ ਰਿਹਾ ਹੈਗਾ ਜੀ। ਕਰੀਬ ਹਸਪਤਾਲ ਦੇ ਨਾਲ ਹੈ, ਕੰਧ ਸਾਂਝੀ ਹਸਪਤਾਲ ਦੇ ਨਾਲ, ਤੇ ਸੰਗਤਾਂ ਜ਼ਿਲ੍ਹੇ ਦਾ ਹਸਪਤਾਲ ਹੈ, ਬਾਹਰੋਂ ਪੂਰੇ ਮਲੋਟ ਦੀ ਸੰਗਤ, ਗਿੱਦੜਵੇ ਦੀ ਸੰਗਤ, ਹੋਰ ਪੂਰੇ ਜ਼ਿਲ੍ਹੇ ਦੀ ਇੱਥੇ ਸੰਗਤ ਇੱਥੇ ਆਉਂਦੀ ਹੈ OPD ਵਗੈਰਾ ਨੂੰ। ਤੇ ਤੁਹਾਨੂੰ ਪਤਾ ਜਦੋਂ ਬਾਹਰਲੇ ਪਿੰਡਾਂ 'ਚ ਕੋਈ ਸੰਗਤ ਆਉਂਦੀ ਹੈ ਤੇ ਭੁੱਖ ਤਾਂ ਲੱਗਦੀ ਹੈ। ਇੱਥੇ ਨੇੜੇ ਕੋਈ ਢਾਬਾ ਨਹੀਂ, ਕੋਈ ਹੋਟਲ ਨਹੀਂ ਹੈ, ਤੇ ਲੰਗਰ ਇੱਥੇ ਹਰ ਟਾਈਮ ਚੱਲਦਾ ਰਹਿੰਦਾ। ਜਦੋਂ ਕੋਈ ਸਾਡੇ ਕੋਲ ਪ੍ਰਸ਼ਾਦੇ ਘਟਦੇ ਅਸੀਂ ਨਾਲ ਦੀ ਨਾਲ ਮਸ਼ੀਨ ਫਿਰ ਚਲਾ ਲੈਂਦੇ ਹਾਂ, ਸਾਰਾ ਲੰਗਰ ਮਸ਼ੀਨ ਤੇ। ਲੰਗਰ ਜਿਹੜਾ ਪੱਕਦਾ ਤਿਆਰ ਕਰਦੇ ਜੀ, ਇਹ ਸੰਗਤਾਂ ਹੀ ਆ ਕੇ ਤਿਆਰ ਕਰਦੀਆਂ ਕਿ ਇਹ ਆਪਣੇ ਪਰਮਾਨੈਂਟ ਕਾਰੀਗਰ ਆਪਣੇ ਕੋਲ? ਹਾਂ, ਪਰਮਾਨੈਂਟ ਕਾਰੀਗਰ ਹੈ ਸੰਗਤਾਂ ਇੱਥੇ, ਕਿਉਂਕਿ ਹਸਪਤਾਲ 'ਚ ਅਗਲਾ ਦਵਾਈ ਲੈਣ ਆਉਂਦਾ ਜਾਂ ਮਰੀਜ਼ ਦੇ ਨਾਲ ਵਾਲੇ ਜਿਹੜੇ ਉਹਨਾਂ ਕੋਲ ਕਿੱਥੇ ਟਾਈਮ ਹੁੰਦਾ, ਤੇ ਇਹ ਸਾਰਾ ਜਿਹੜਾ ਹੈਗਾ ਅਸੀਂ ਵਰਕਰ ਰੱਖੇ ਹੋਏ ਆ। ਜਾਂ ਮੈਂ ਦਾਸ ਆਪ, ਮੈਂ ਸਾਰਾ ਦਿਨ ਆਸ਼ਰਮ 'ਚ ਰਹਿਣਾ, ਮੈਂ ਹਰ ਟਾਈਮ ਧਿਆਨ ਰੱਖਦਾ ਦਾਲ ਮੁੱਕਣ ਵਾਲੀ ਹੈ ਤਾਂ ਮੈਂ ਪਹਿਲਾਂ ਹੀ ਦਾਲ ਸ਼ਾਮ ਦੀ ਧਰਾ ਦਿੰਦਾ, ਕਿਸੇ ਚੀਜ਼ ਦੀ ਕਮੀ ਨਾ ਹੋਵੇ। ਪ੍ਰਸ਼ਾਦੇ ਮੁੱਕਦੇ ਆ ਤਾਂ ਮੈਂ ਮਸ਼ੀਨ ਛੱਡਦਾ, ਸਾਰਾ ਆਟੋਮੈਟਿਕ ਮਸ਼ੀਨ ਤੇ ਆਟਾ ਛਾਣਨਾ ਹੈ, ਮਸ਼ੀਨ ਨੇ ਗੁੰਨਣਾ ਹੈ, ਤੇ ਅਸੀਂ ਤੇ ਚੱਕ ਕੇ ਮਸ਼ੀਨ 'ਚ ਪਾ ਦੇਣਾ, ਤੇ ਰੋਟੀਆਂ ਅੱਗੇ ਪੱਕ ਕੇ ਬਾਹਰ ਆ ਜਾਣੀਆਂ ਹੈਗੀਆਂ। ਸਾਨੂੰ ਕਈ ਵਾਰੀ ਇਸ ਤਰ੍ਹਾਂ ਦਾ ਵੀ ਮੌਕਾ ਮਿਲਿਆ ਵੀ ਮੌਕੇ ਦੇ ਉੱਤੇ ਸੰਗਤ ਨੇ ਕਿਹਾ ਬਾਬਾ ਜੀ ਸਾਨੂੰ 1000 ਬੰਦੇ ਦੇ ਲੰਗਰ ਚਾਹੀਦਾ, ਤੇ ਅਸੀਂ ਉਹਨਾਂ ਨੂੰ ਕਹਿੰਦੇ ਵੀ ਘੰਟਾ ਸਵਾ ਡੇਢ ਘੰਟੇ ਦਾ ਟਾਈਮ ਦਿਓ ਬਣਾ। ਅੱਛਾ, 1000 ਬੰਦੇ ਦੇ ਲੰਗਰ ਵਾਸਤੇ ਜੇ ਬਾਬਾ ਜੀ ਨੂੰ ਕੋਈ ਕਾਲ ਕਰਦਾ ਤੇ 1 ਘੰਟੇ ਦਾ ਬਾਬਾ ਜੀ ਸਮਾਂ ਮੰਗਦੇ? ਲਗਭਗ ਘੰਟੇ ਡੇਢ ਘੰਟੇ ਦੇ ਵਿੱਚ ਅਸੀਂ ਮਤਲਬ ਕਿ ਉਸ ਚੀਜ਼ ਨੂੰ ਖਿੱਚ ਦਿੰਦੇ ਹਾਂ ਮੀਟਰ। ਇਹ ਪ੍ਰਸ਼ਾਦੇ ਜਿਹੜੇ ਸਾਡੇ ਕੋਲ ਜਿਹੜੀ ਮਸ਼ੀਨ ਹੈ ਉਹ ਇਸ ਟਾਈਮ ਕਰੀਬ 1200 ਪ੍ਰਸ਼ਾਦੇ ਜਿਹੜੇ ਲਗਭਗ ਘੰਟੇ ਦੇ ਤਿਆਰ ਕਰਦੀ ਹੈ। ਤੇ ਇਹ ਮਸ਼ੀਨਾਂ ਦਾ ਜਿਹੜਾ ਖਰਚਾ ਹੈ ਕਾਫੀ ਕਾਸਟਲੀ ਹੁੰਦੀਆਂ ਮਸ਼ੀਨਾਂ, ਇਹ ਸਾਰੀਆਂ ਸੰਗਤ ਦੀਆਂ ਕਿ ਇਹ ਆਪ ਆਸ਼ਰਮ? ਆਪ ਆਸ਼ਰਮ ਵੱਲੋਂ ਆਪਾਂ ਇਹ ਲਿੱਤੀਆਂ ਹੈਗੀਆਂ ਨੇ। ਸੰਗਤ ਤੋਂ ਮੈਂ ਚਾਹੁੰਦਾ ਜਦੋਂ ਸੰਗਤ ਮੈਨੂੰ ਕੋਈ 10-10 5-5 ਕੋਈ ਗੋਲਕ ਦੇ ਵਿੱਚ ਪਾਉਂਦੀ ਸੇਵਾ, ਉਹਦੇ ਨਾਲ ਮੈਂ ਲੰਗਰ ਵੀ ਚਲਾਉਣਾ, ਤੇ ਨਾਲ ਜਿਹੜੇ ਇਸ ਤਰ੍ਹਾਂ ਦੀਆਂ ਮੈਂ ਹਜ਼ਾਰ ਹੀ ਲਿਆਂਦੀ ਸੀ ਇਹ ਮਸ਼ੀਨ, ਤੇ ਹੌਲੀ ਹੌਲੀ ਉਹ ਪੈਸੇ ਵੀ ਲਾਉਂਦਾ ਰਹਿਣਾ। ਹੁਣ ਇੱਥੇ ਸ਼ੈੱਡ ਬਣਾਏ ਹੈਗੇ, ਇਹਦਾ ਵੀ ਸੰਗਤ ਦਾ ਕਾਫੀ ਮੈਂ ਪੈਸਾ ਦੇਣਾ ਹੈਗਾ। ਇੱਕ ਬਹੁਤ ਵੱਡਾ ਬਜਟ ਬਣ ਜਾਂਦਾ ਬਾਬਾ ਜੀ ਡੇਲੀ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਲੰਗਰ ਤਿਆਰ ਕਰਨਾ। ਇਹ ਸੰਗਤ ਸੇਵਾ ਕਿਸ ਰੂਪ ਦੇ ਵਿੱਚ ਤੁਹਾਨੂੰ ਕਰਦੇ? ਆਸ਼ਰਮ ਚ ਆ ਕੇ ਦਿੰਦੇ ਆ ਜਾਂ ਕਿਵੇਂ ਸੰਗਤ ਜਿਹੜੀ ਸੇਵਾ ਤੁਹਾਨੂੰ ਦਿੰਦੀ?
ਦੇਖੋ ਕੁਛ ਸੰਗਤ ਸਾਡੇ ਨਾਲ ਜਿਹੜੇ ਜੁੜੇ ਆ, ਪੁਰਾਣੀ ਸੰਗਤ ਜੁੜੀ ਆ, ਉਹ ਸਾਨੂੰ ਕੋਈ ਦਿਨ ਵਾਰ ਤੇ ਆਪਦੇ ਬਰਸਰੀ ਤੇ ਜਾਂ ਜਨਮ ਦਿਨ ਦੇ ਉੱਤੇ ਉਹ ਆਪਣੇ ਪਰਿਵਾਰ ਨੂੰ ਸਾਨੂੰ ਇੱਥੇ ਰਾਸ਼ਨ ਦੇ ਜਾਂਦੇ ਆ। ਜਾਂ ਜੋ ਸਾਨੂੰ ਹੁਣ ਡੇਲੀ ਦੇ 3 ਤੋਂ 4 ਸਿਲੰਡਰ ਮੈਂ ਭਰਾ ਰਿਹਾ ਹੈਗਾ ਤੇ ਸਾਨੂੰ ਡੇਲੀ ਪੈਸੇ ਚਾਹੀਦੇ, ਵਰਕਰ ਹੈਗੇ ਉਹਨਾਂ ਨੂੰ ਵੀ ਡੇਲੀ ਪੈਸੇ ਚਾਹੀਦੇ। ਤੇ ਸਾਡੀਆਂ 2-3 ਗੱਡੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਜਾਂਦੀਆਂ ਨੇ ਗਜਾ ਕਰਨ ਵਾਸਤੇ, ਉਹਨਾਂ ਨੂੰ ਕੋਈ ਆਟਾ ਪਾ ਦਿੰਦਾ ਹੈ, ਕੋਈ 5-10 ਰੁਪਏ ਜੋ ਕੋਈ ਗੁਲਕ ਦੇ ਵਿੱਚ ਪਾ ਦਿੰਦਾ ਸੀ, ਕੋਈ ਉੱਥੋਂ ਦੀ ਪਰਚੀ ਵਗੈਰਾ ਨਹੀਂ ਰੱਖੀ ਸਾਨੂੰ ਕੋਈ ਇੰਨੇ ਦਿਓ ਜਾਂ ਇੰਨੇ ਦਿਓ, ਜਿਹਨੇ ਕੋਈ ਪਾਤਾ ਗੁਲਕ 'ਚ ਸੇਵਾ ਪਾ ਦਿੰਦੇ। ਉਹ ਸ਼ਾਮ ਨੂੰ ਜੋ ਗੁਲਕ ਆਉਂਦੀ ਹੈ ਉਹਦੇ ਵਿੱਚੋਂ ਹੀ ਮੈਂ ਸੰਗਤਾਂ ਜਿਹੜੇ ਵਰਕਰ ਲੱਗੇ ਉਹਨਾਂ ਨੂੰ ਵੀ ਕੋਈ 200-200 ਰੁਪਏ, ਉਹਨਾਂ ਦੀ ਮਿਹਨਤ ਸਾਰਾ ਦਿਨ ਗਜਾ ਕਰਨੀ ਬਹੁਤ ਔਖੀ ਹੁੰਦੀ, ਪਰਿਵਾਰ ਵਾਲੇ ਹੈ, ਸੇਵਾ ਤਾਂ ਅਗਲਾ 1 ਦਿਨ ਕਰ ਲੂ 2 ਦਿਨ ਕਰ ਲੂ, ਪਰ ਸਾਨੂੰ ਹਰ ਰੋਜ਼ ਚਾਹੀਦਾ ਤੇ ਉਹਨਾਂ ਦਾ ਵੀ ਪਰਿਵਾਰ ਆ, ਉਹਨਾਂ ਤਾਂ ਹੀ ਸੇਵਾ ਲਗਾਤਾਰ ਚੱਲ ਰਹੀ ਹੈ। ਜੇ ਉਹਨਾਂ ਨੂੰ ਡੇਲੀ ਪੈਸੇ ਉਹਨਾਂ ਨੂੰ ਨਗਦੀ, ਮੈਂ ਜਿਵੇਂ ਗੁਲਕ ਆਉਂਦੀ ਹੈ ਮੈਂ ਉਹਦੇ 'ਚ ਉਹਨਾਂ ਦੀ ਸੇਵਾ ਦੇ ਕੇ ਜੋ ਮੇਰੇ ਕੋਲ ਬਚਦਾ ਹੈ ਉਹਦੇ ਵਿੱਚੋਂ ਮੈਂ ਸ਼ਾਮ ਨੂੰ ਸਿਲੰਡਰ ਵੀ ਭਰਾਉਣਾ ਹੈ। ਹਲਦੀ ਮਿਰਚ ਮਸਾਲਾ ਚਾਹੀਦਾ, ਰਿਫਾਈਨਡ ਚਾਹੀਦਾ ਹੈ, ਜਾਂ ਕੋਈ ਕਈ ਵਾਰੀ ਦੁਕਾਨਾਂ ਦੇ ਪੈਸੇ ਸਾਡੇ ਦੁਕਾਨਦਾਰ ਆ ਜਾਂਦੇ, ਸਪੇਅਰ ਪਾਰਟ ਦਾ ਸਮਾਨ ਆਉਂਦਾ ਹੈ ਜਾਂ ਹੋਰ ਕਰਿਆਨੇ ਦਾ ਸਮਾਨ ਆਉਂਦਾ ਹੈ, ਤਾਂ ਉਹਨਾਂ ਨੂੰ ਇਸ ਤਰ੍ਹਾਂ 1000 ਰੁਪਏ ਜਮ੍ਹਾਂ ਤੁਸੀਂ ਕਰ ਲਓ ਜੀ, 500 ਤੁਸੀਂ ਕਰ ਲਓ ਜੀ, ਏਦਾਂ ਮੈਂ ਸਾਰੇ ਸ਼ਾਮ ਨੂੰ ਉਹਨਾਂ ਨੂੰ ਵੰਡ ਦਿੰਦਾ। ਹੋਰ ਕੋਈ ਵਿਦੇਸ਼ਾਂ ਤੋਂ ਕੋਈ NRI ਭਰਾ ਵੀ ਕੋਈ ਸਹਿਯੋਗ ਕਰਦੇ ਆ ਜੀ? NRI ਵੀਰ ਨੇ ਇੱਕ ਨੇ ਸਾਡੇ ਮੁਕਤਸਰ ਸਾਹਿਬ ਦੇ ਆ, ਉਹਨਾਂ ਨੇ ਸਾਨੂੰ 5 ਪੱਖਿਆਂ ਦੀ ਸੇਵਾ ਇੱਥੇ ਭੇਜੀ ਸੀਗੀ, ਤੇ ਹੋਰ NRI ਵੀਰ ਨੇ ਕਿਸੇ ਨੇ ਅੱਜ ਤੱਕ ਜਿੰਨੇ ਸਾਲ ਹੋ ਗਏ ਕਿਸੇ ਨੇ ਬਾਂਹ ਨਹੀਂ ਫੜੀ। ਤੇ ਮੈਂ ਆਪ ਸਭ ਸੰਗਤਾਂ ਨੂੰ ਇਸ ਆਪ ਜੀ ਦੀ ਵੀਡੀਓ ਮਾਧਿਅਮ ਰਾਹੀਂ ਬੇਨਤੀ ਕਰਨਾ ਚਾਹੁੰਦਾ ਵੀ ਆਸ਼ਰਮ ਦੇ ਵਿੱਚ ਮੈਨੂੰ ਆਪਣੇ ਵਾਸਤੇ ਕੁਝ ਨਹੀਂ ਚਾਹੀਦਾ, 1 ਰੁਪਏ ਦੀ ਮੈਨੂੰ ਆਪਣੇ ਮਨ ਦੇ ਵਿੱਚ, ਮੈਨੂੰ ਤਾਂ ਚੋਲਾ ਵੀ ਇਹ ਸੰਗਤਾਂ ਆਪ ਹੀ ਦੇ ਜਾਂਦੀਆਂ, ਮੈਂ ਸੰਗਤਾਂ ਵਾਸਤੇ ਕੁਝ ਕਰਨਾ ਚਾਹੁੰਦਾ। ਜੀਵਨ ਮਿਲਿਆ ਹੈ, ਬਾਰ-ਬਾਰ ਨਹੀਂ ਮਿਲਣਾਗਾ, ਤੇ ਸ੍ਰੀ ਮੁਕਤਸਰ ਸਾਹਿਬ ਦੀ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ, ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ, ਤੇ ਅਸੀਂ ਇਸ ਧਰਤੀ ਦੇ ਉੱਤੇ ਐਸਾ ਕੋਈ ਕਰਮ ਕਰਕੇ ਜਾਣਾ ਚਾਹੁੰਦੇ ਹਾਂ ਜਿਹੜੀ ਆਉਣ ਵਾਲੀ ਜਨਰੇਸ਼ਨ ਨੂੰ ਫਾਇਦਾ ਹੋਵੇ। ਇਹ ਆਸ਼ਰਮ ਸਰਕਾਰੀ ਹਸਪਤਾਲ ਦੇ ਨਾਲ ਹੈ, ਇਸ ਕਰਕੇ ਇੱਥੇ ਸਾਡੇ ਕੋਲੇ ਮਰੀਜ਼ਾਂ ਦੇ ਜਿਹੜੇ ਨਾਲ ਵਾਲੇ ਹੁਣ ਵੀ ਤੁਸੀਂ ਦੇਖੋਗੇ 2-3 ਬੰਦੇ ਉੱਧਰ ਪਏ ਸ਼ੈੱਡ ਦੇ ਵਿੱਚ, ਮਰੀਜ਼ਾਂ ਦੇ ਨਾਲ ਵਾਲੇ ਸਾਡੇ ਕੋਲੇ ਆ ਜਾਂਦੇ ਆ, ਬਾਬਾ ਜੀ ਅਸੀਂ ਰਾਤ ਰੁਕਣਾ, ਅਸੀਂ ਮਰੀਜ਼ ਦੇ ਨਾਲ ਆਏ ਹਾਂ ਤੇ ਸਾਨੂੰ ਬਿਸਤਰਾ ਦੇ ਦਿਓ, ਸਾਨੂੰ ਮੰਜੇ ਦੇ ਦਿਓ, ਜਾਂ ਸਾਨੂੰ ਕੋਈ ਕਮਰਾ ਦੇ ਦਿਓ। ਤੇ ਮੇਰੇ ਕੋਲ ਇੱਥੇ ਕਮਰਿਆਂ ਦੀ ਹਜੇ ਬਹੁਤ ਕਮੀ ਹੈਗੀ, ਕਿਉਂਕਿ ਮੈਨੂੰ ਜਿੰਨਾ ਸੇਵਾ ਹੁੰਦੀ ਹੈ ਉਨੀ ਮੇਰੇ ਦੇ ਸਿਰ ਤੇ ਕਰਜ਼ਾ ਹੀ ਬਹੁਤ ਚੜਿਆ ਰਹਿੰਦਾ ਹੈ। ਜਾਨੀ ਕਿ ਹੁਣ ਸੰਗਤ ਇੱਥੋਂ ਇਹ ਉਮੀਦ ਰੱਖਦੀ ਹੈ ਵੀ ਇੱਥੇ ਰਹਿਣ ਉਸੇ ਜਾਂ ਕੋਈ ਸਰਾਧ ਤਰ੍ਹਾਂ ਕੁਝ ਬਣਦਾ। ਇੱਥੇ ਅਸੀਂ ਕਮਰੇ ਬਣਾਉਣਾ ਚਾਹੁੰਦੇ ਹਾਂ, ਜਿਹੜੇ ਕੋਈ ਮਰੀਜ਼ਾਂ ਦੇ ਨਾਲ ਵਾਲੇ ਉਹ ਆ ਕੇ ਇੱਥੇ ਰਾਤ ਰੁਕਣ ਸਾਡੇ ਕੋਲੇ। ਲੰਗਰ ਪ੍ਰਸ਼ਾਦਾ ਇੱਥੇ ਮਸ਼ੀਨ ਲੱਗੀ, ਉਹ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ। ਤੇ ਪ੍ਰਸ਼ਾਸਨ ਵੱਲੋਂ ਕੋਈ ਮਦਦ ਮਿਲਦੀ ਹੈ ਜੀ? ਪਿਛਲੇ ਲੰਬੇ ਸਾਲ ਤੋਂ ਤੁਸੀਂ ਪ੍ਰਸ਼ਾਸਨ ਦੇ ਕਹਿਣ ਤੇ ਵੀ ਬੜੇ ਜਗ੍ਹਾ ਤੇ ਲੰਗਰ ਲਾਇਆ। ਪ੍ਰਸ਼ਾਸਨ ਵੱਲੋਂ ਕੋਈ ਮਦਦ ਨਹੀਂ ਹੈਗੀ ਕਿਸੇ ਤਰ੍ਹਾਂ ਦੀ ਵੀ, ਬਲਕਿ ਇੱਥੇ ਚੌਂਕ ਆ ਸਾਡੇ ਤੋਂ ਸੰਗਤਾਂ ਨੇ ਬੇਨਤੀ ਕੀਤੀ, ਉੱਥੇ 10-12 ਲੱਖ ਰੁਪਏ ਆਪਣਾ ਆਸ਼ਰਮ ਵੱਲੋਂ ਲੱਗਿਆ। ਤੁਸੀਂ ਦੇਖੋਗੇ ਬਠਿੰਡਾ ਚੌਂਕ ਜਿਹੜਾ ਮੇਨ ਬਾਹਰ ਜਦੋਂ ਆਏ ਅਸੀਂ ਚੌਂਕ ਸ਼ਹਿਰ ਤੋਂ ਵੜਦੇ ਆਪਾਂ, ਉਹ ਸਾਰਾ ਚੌਂਕ ਦੇ ਉੱਤੇ ਪੈਸਾ। ਅੱਛਾ, ਉਹ ਆਸ਼ਰਮ ਦਾ ਪੈਸਾ ਲੱਗਿਆ? ਆਸ਼ਰਮ ਦਾ ਮੈਂ 10-10 ਰੁਪਏ ਸੰਗਤਾਂ ਨੂੰ ਵਜਾ ਕਰਕੇ ਲੱਗਿਆ ਵੀ ਬਾਬਾ ਜੀ 10-20 ਹਜ਼ਾਰ ਰੁਪਏ ਤੁਸੀਂ ਲੈ ਜਾਓ ਸ਼ਹਿਰ ਨੂੰ ਸੁੰਦਰ ਬਣਾਉਣ ਵਾਸਤੇ, ਤੁਸੀਂ ਐਡਾ ਵੱਡਾ ਸ਼ਹਿਰ ਦਾ ਕਰ ਰਹੇ। ਕਿਸੇ ਬੰਦੇ ਨੇ ਮੈਨੂੰ ਆ ਕਰ, ਮੈਨੂੰ ਲੱਗਦਾ ਜਦੋਂ ਇਹ ਸਰਵੇ ਦੇ ਵਿੱਚ ਆ ਗਿਆ ਸੀ ਸ੍ਰੀ ਮੁਕਤਸਰ ਸਾਹਿਬ ਇੱਕ ਇਤਿਹਾਸਕ ਸ਼ਹਿਰ ਆ ਤੇ ਇਹਨੂੰ ਸਭ ਤੋਂ ਗੰਦਾ ਸ਼ਹਿਰ ਵਜੋਂ ਇਸੇ ਕਰਕੇ ਵੀ ਇਹਨੂੰ ਚੁਣਿਆ ਗਿਆ ਸੀ। ਇਹੀ ਗੱਲਾਂ ਜਦੋਂ ਅਖਬਾਰ ਦੇ ਵਿੱਚ ਅਸੀਂ ਪੜ੍ਹੀਆਂ ਤਾਂ ਉਸ ਦਿਨ ਤੋਂ ਦਾਸ ਨੇ ਮਨ ਬਣਾ ਲਿਆ ਵੀ ਇਹ ਸੱਚੇ ਪਾਤਸ਼ਾਹ ਸਾਡੇ ਵਾਸਤੇ ਕਿਰਪਾ ਕਰੋ ਵੀ ਆਪਾਂ ਸ਼ਹਿਰ ਨੂੰ, ਸ੍ਰੀ ਮੁਕਤਸਰ ਸਾਹਿਬ ਨੂੰ ਸੁੰਦਰ ਸ਼ਹਿਰਾਂ ਦੇ ਵਿੱਚ ਆਪਾਂ ਲੈ ਕੇ ਆਉਣਾ। ਤੇ ਫਿਰ ਮੈਨੂੰ ਸੰਗਤ ਇੱਥੇ ਸਰਪੰਚ ਸਾਹਿਬ ਹਰਬੰਸ ਗਰੀਬ ਜੀ ਹੈ ਸਾਡੇ ਬੀੜੀ ਸਰਕਾਰ ਦੇ ਸਰਪੰਚ, ਉਹਨਾਂ ਨੇ ਆ ਕੇ ਬੇਨਤੀ ਕੀਤੀ, ਕਹਿੰਦੇ ਬਾਬਾ ਜੀ ਜਦੋਂ ਸੰਗਤਾਂ ਇੱਥੋਂ ਦੀ ਟੱਪਦੀਆਂ ਨੇ, ਸ਼ਹਿਰ 'ਚ ਤਾਂ ਕੋਈ ਸਾਰੀਆਂ ਬੱਸਾਂ ਨਹੀਂ ਵੜਦੀਆਂ ਹੈਗੀਆਂ, ਤੇ ਬਾਹਰੋਂ ਜਿਹੜੀ ਸੰਗਤ ਹੈ ਟਰੱਕ ਬੱਸਾਂ ਗੱਡੀਆਂ ਇਸ ਚੌਂਕ ਦੇ ਉੱਤੋਂ ਦੀ ਘੁੰਮ ਕੇ ਜਾਂਦੀਆਂ, ਤੇ ਤਾਂ ਕਰਕੇ ਲੋਕ ਬਾਹਰ ਚਰਚਾ ਕਰਦੇ ਵੀ ਆਪਣਾ ਸ਼ਹਿਰ ਮੁਕਤਸਰ ਸ਼ਹਿਰ ਗੰਦੇ ਸ਼ਹਿਰਾਂ 'ਚ, ਤੇ ਤੁਸੀਂ ਇਸ ਚੌਂਕ ਦੀ ਜਿਹੜੀ ਸੇਵਾ ਸੰਭਾਲੋ। ਉਹ ਸੇਵਾ ਚੌਂਕ ਦੀ ਤੁਹਾਨੂੰ ਮਿਲੀ ਸੀ? ਹਾਂ, ਫਿਰ ਸਾਨੂੰ ਸੰਗਤ ਨੇ ਸਾਰਿਆਂ ਨੇ ਆਪਣੀ ਯਾਦਵਿੰਦਰ ਲਾਲੀ ਬਾਬਾ ਜੀ ਉਹਨਾਂ ਨੇ ਬੇਨਤੀ ਕੀਤੀ, ਤੇ ਫਿਰ ਇੱਥੇ ਜਿਹੜੀ ਇਹਦੀ ਚੌਂਕ ਦੀ ਸੇਵਾ ਸ਼ੁਰੂ ਕੀਤੀ, ਤੇ ਕਰੀਬ ਇਹਦੇ ਤੇ ਦਿਨ ਰਾਤ ਅਸੀਂ ਮਿਹਨਤ ਕਰਕੇ ਤੇ ਇਸ ਚੌਂਕ ਨੂੰ ਤਿਆਰ ਕੀਤਾ। ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਇਸ ਤਰ੍ਹਾਂ ਦਾ ਜਿਸ ਦੇ ਪੂਰੇ ਪੰਜਾਬ ਦੇ ਵਿੱਚ 1947 ਤੋਂ ਬਾਅਦ 2 ਮੁੱਖ ਮੰਤਰੀ ਬਣੇ ਆ। ਅਸੀਂ ਗੱਲ ਕਰਦੇ ਹਾਂ ਰਾਜਨੀਤਿਕ ਲੀਡਰਾਂ ਦੀ। ਵੋਟਾਂ ਹੁੰਦੀਆਂ ਅੱਜ ਤੋਂ ਵੀ ਕੁਝ ਦਿਨ ਪਹਿਲਾਂ ਵੋਟਾਂ ਪੈ ਗਈਆਂ ਸਾਡੀਆਂ, ਨਤੀਜੇ ਆਉਣੇ ਹਾਲੇ ਬਾਕੀ ਆ। ਰਾਜਨੀਤਿਕ ਲੀਡਰਾਂ ਨੂੰ ਕਿਵੇਂ ਦੇਖਦੇ ਹੋ? ਉਹ ਕਿੰਨੀ ਕੁ ਜਿਹੜੀ ਮਦਦ ਕਰਦੇ, ਹਾਲਾਂਕਿ ਇਸ ਜ਼ਿਲ੍ਹੇ ਦੇ 2 ਮੁੱਖ ਮੰਤਰੀ ਰਹੇ ਆ। ਦੇਖੋ ਵੀਰ ਜੀ, ਰਾਜਨੀਤਿਕ ਲੀਡਰ ਸਾਡੇ ਕੋਲੇ ਕੋਈ ਜ਼ਿਆਦਾ ਨਹੀਂ ਹੈ, ਮਤਲਬ ਕਿ ਇੱਥੇ ਆਉਂਦੇ ਹੈਗੇ, ਤੇ ਨਾ ਹੀ ਸਾਡੀ ਕਿਸੇ ਨੇ ਕੋਈ ਮਦਦ ਕੀਤੀ ਹੈਗੀ। ਬੀਬੀ ਵੀ ਇੱਥੇ ਕਰਨ ਕੌਰ ਬਰਾੜ ਜੀ ਹੈ ਸਾਡੇ ਜ਼ਿਲ੍ਹੇ ਦੇ ਹੈਗੇ ਨੇ, ਕਦੇ ਵੀ ਅੱਜ ਤੱਕ ਉਹਨਾਂ ਨੇ ਸਾਨੂੰ ਆ ਕੇ ਨਹੀਂ ਕਿਹਾ ਬਾਬਾ ਜੀ ਆ ਕੋਈ ਸਾਡੀ ਸੇਵਾ ਤੁਸੀਂ ਲੰਗਰਾਂ ਦੇ ਵਿੱਚ ਪਾਓ ਜਾਂ ਸਾਨੂੰ ਕੋਈ ਸੇਵਾ ਦੱਸੋ। ਹੋਰ ਇੱਥੇ ਹੋਰ ਵੀ ਲੀਡਰ ਹੈਗੇ ਨੇ ਸਾਡੇ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ, ਪਰ ਕਿਸੇ ਨੇ ਆ ਕੇ ਕੋਈ ਬੰਦਾ ਨਹੀਂ ਕਹਿ ਸਕਦਾ ਵੀ ਬਾਬਾ ਜੀ ਨੇ ਚੌਂਕ ਦੇ ਵਾਸਤੇ ਕੋਈ ਮਦਦ ਕੀਤੀ ਹੋਵੇ ਜਾਂ ਲੰਗਰ ਦੇ ਵਾਸਤੇ ਕੋਈ ਮਦਦ ਕੀਤੀ। ਇਹ ਬਸ ਲੰਗਰ ਜਿਹੜਾ ਹੈਗਾ ਸੱਚੇ ਪਾਤਸ਼ਾਹ ਆਪ ਹੀ ਚਲਾ ਰਹੇ ਆ, ਦਾਸ ਦੇ ਕੋਲੇ ਤਾਂ ਕੋਈ ਜ਼ਮੀਨ ਜਾਇਦਾਦ ਨਹੀਂ ਹੈਗੀ, ਤੇ ਪਰ ਲੀਡਰਾਂ ਵੱਲੋਂ ਸਾਨੂੰ ਕੋਈ ਕਿਸੇ ਵੱਲੋਂ
ਨਹੀਂ ਕੋਈ ਆ ਕੇ ਮੇਰੇ ਨਾਲ ਗੱਲ। ਲੀਡਰਾਂ ਤੋਂ ਤੇ ਪ੍ਰਸ਼ਾਸਨ ਤੋਂ ਨਾ ਖੁਸ਼ੀ ਹੋ ਬਾਬਾ ਜੀ ਉਹਨਾਂ ਤੋਂ? ਬਿਲਕੁਲ ਜੀ, ਕਦੇ ਉਹਨਾਂ ਨੇ ਮਾਨ ਸਤਿਕਾਰ ਵੀ ਕਿਹਾ। ਦੇਖੋ ਹੁਣ ਜਿਹੜੇ ਕੋਈ ਇਹ ਵੀ ਗੱਲ ਅਸੀਂ ਸੁਣਨ ਦੇ ਵਿੱਚ ਆਇਆ ਸੀ 15 ਅਗਸਤ ਜਾਂ 26 ਜਨਵਰੀ ਨੂੰ ਪ੍ਰੋਗਰਾਮ ਹੁੰਦੇ ਆ, ਸਰਕਾਰੀ ਪ੍ਰੋਗਰਾਮ ਜਿਹੜੇ ਹੁੰਦੇ ਆ ਉਹਨਾਂ ਤੇ ਕੋਈ ਸਨਮਾਨ ਦੀ ਵੀ ਕੋਈ ਗੱਲ ਨਹੀਂ ਹੋਈ? ਨਹੀਂ ਬਿਲਕੁਲ ਨਹੀਂ, ਕਦੇ ਵੀ ਨਹੀਂ। ਕੋਈ 26 ਜਨਵਰੀ ਜਾਂ 15 ਅਗਸਤ ਨੂੰ ਨਹੀਂ। ਕਰੋਨਾ ਦੇ ਵਿੱਚ ਵੀ ਇੱਥੇ ਬਲਕਿ ਲੰਗਰ ਅਸੀਂ ਸ਼ੁਰੂ ਕੀਤਾ ਇੱਥੇ, ਸਾਰੀ ਗੱਡੀਆਂ ਦੇ ਉੱਤੇ ਅਸੀਂ ਕਰੀਬ 10,000 ਬੰਦੇ ਦਾ ਲੰਗਰ ਕਰੋਨਾ ਟਾਈਮ 'ਚ ਵਰਤਾਉਂਦੇ ਰਹੇ ਹਾਂ, ਬਣਾ ਕਰਕੇ ਛਕਾਉਂਦੇ ਰਹੇ ਹਾਂ। ਉਸ ਲੰਗਰ ਨੂੰ ਵੀ ਪ੍ਰਸ਼ਾਸਨ ਨੇ ਮੈਨੂੰ ਫੋਨ ਕਰਕੇ ਕਿਹਾ, ਕਹਿੰਦੇ ਬਾਬਾ ਜੀ ਇਮੀਡੀਏਟਲੀ ਲੰਗਰ ਬੰਦ ਕਰ ਦਿਓ, ਕਰੋਨਾ ਫੈਲ ਰਿਹਾ। ਤੇ ਖੜੇ ਪੈਰ ਉਹਨਾਂ ਨੇ ਜਦੋਂ ਲੰਗਰ ਵਾਸਤੇ ਮੈਨੂੰ ਕਿਹਾ, ਮੈਂ ਕਿਹਾ ਜੀ ਹੁਣ ਸ਼ਾਮ ਦਾ ਲੰਗਰ ਬਣਿਆ ਪਿਆ ਹੈਗਾ ਇੰਨਾ, ਤੇ ਉਹ ਵਰਤਾਈਏ ਕਿ ਨਾ ਵਰਤਾਈਏ? ਕਹਿੰਦੇ ਹਾਂ ਅਭੀ ਵਾਲਾ ਤਾਂ ਵਰਤਾ ਲਓ, ਅਗਲਾ ਲੰਗਰ ਨਹੀਂ ਸੁਬਾਹ ਨਹੀਂ ਬਣਾਉਣਾ। ਮੈਂ ਕਿਹਾ ਜੀ ਠੀਕ ਹੈ, ਫਿਰ ਜੇ ਤੁਸੀਂ ਲੰਗਰ ਹੀ ਮੈਂ ਛਕਦਾ ਤੇ ਜੇ ਤੁਸੀਂ ਲੰਗਰ ਬੰਦ ਕਰਤਾ ਮੇਰਾ ਵੀ ਲੰਗਰ ਬੰਦ ਹੈ। ਕਰੀਬ 3 ਦਿਨ ਮੈਂ ਇੱਥੇ ਭੁੱਖਾ ਰਿਹਾ। ਸੰਗਤਾਂ ਆਉਂਦੀਆਂ ਜਾਂਦੀਆਂ ਰਹੀਆਂ, ਪੱਤਰਕਾਰ ਵੀਰ ਵੀ ਆਉਂਦੇ ਰਹੇ। ਮੈਂ ਇੱਕ ਦਾਣਾ ਵੀ ਮੂੰਹ ਤੇ ਨਹੀਂ ਪਾਇਆ, ਸਿਰਫ ਪਾਣੀ ਜ਼ਰੂਰ ਪੀਂਦਾ ਰਿਹਾ। ਤੇ ਫਿਰ ਡੀਸੀ ਸਾਹਿਬ ਨੇ ਆ ਕਰਕੇ ਇੱਥੇ ਡੀ ਸਾਹਿਬ ਆਏ, SSP ਸਾਹਿਬ ਨੇ ਆਪਣਾ ਰਾਏ ਸਾਹਿਬ ਆਏ ਇੱਥੇ, ਤੇ ਉਹਨਾਂ ਨੇ ਆ ਕਰਕੇ ਫਿਰ ਬੇਨਤੀ ਕੀਤੀ, ਬਾਬਾ ਜੀ ਅਸੀਂ ਮਾਫੀ ਚਾਹੁੰਦੇ ਤੁਸੀਂ ਇਹ ਲੰਗਰ ਜਿਹੜਾ ਬੰਦ ਹੋਇਆ ਤੁਸੀਂ ਦੁਬਾਰਾ ਚਾਲੂ ਕਰੋ। ਆਪ ਇੱਥੇ ਚੁੱਲ੍ਹੇ ਦੇ ਵਿੱਚ ਅੱਗ ਬਾਲ ਕੇ ਗਏ, ਮਸ਼ੀਨ ਦੀ ਸੁੱਚ ਉਹਨਾਂ ਨੇ ਆਪ ਅੱਗੇ ਛੱਡੀ ਤੇ ਫਿਰ ਉਹ ਲੰਗਰ ਨਿਰਵਿਘਨ ਚੱਲ ਰਿਹਾ। ਤੇ ਕਰੋਨਾ ਦੇ ਵਿੱਚ ਇੱਥੇ ਕਰੀਬ 15 ਹਜ਼ਾਰ ਬੰਦੇ ਦਾ ਡੇਲੀ ਅਸੀਂ ਭੋਜਨ ਤਿਆਰ ਕਰਕੇ ਬਸਤੀਆਂ ਦੇ ਵਿੱਚ ਜਿਹਨੂੰ ਵਿਚਾਰੇ ਨਹੀਂ ਛਕ ਸਕਦੇ ਸੀ ਉਹਨਾਂ ਨੂੰ ਵਰਤਾਉਂਦੇ ਰਹੇ। ਕਰੋਨਾ ਤੋਂ ਬਾਅਦ ਇੱਕ ਸਰਕਾਰੀ ਸਮਾਗਮ ਹੋਇਆ ਸੀਗਾ, ਉਹਦੇ ਵਿੱਚ ਉਹਨਾਂ ਸ਼ਖਸੀਅਤਾਂ ਨੂੰ ਸਨਮਾਨ ਕੀਤਾ ਗਿਆ ਸੀ ਜਿਨ੍ਹਾਂ ਨੇ ਕੋਵਿਡ ਦੇ ਵਿੱਚ ਵੀ ਬਹੁਤ ਵਧੀਆ ਸੇਵਾਵਾਂ ਦਿੱਤੀਆਂ ਸੀ, ਚਾਹੇ ਉਹ ਡਾਕਟਰ ਹੋਣ ਚਾਹੇ ਕਿਸੇ ਵੀ ਡਿਪਾਰਟਮੈਂਟ ਨਾਲ ਸੰਬੰਧਿਤ ਹੋਣ। ਤੁਹਾਡੀਆਂ ਸੇਵਾਵਾਂ ਨੂੰ ਕਿਵੇਂ ਦੇਖਿਆ ਜੀ ਉਹ ਸਰਕਾਰੀ ਜਿਹੜੇ ਮੁਲਾਜ਼ਮ ਸੀਗੇ? ਨਹੀਂ ਜੀ, ਉਹਨਾਂ ਨੇ ਮੈਨੂੰ ਕਦੇ ਵੀ ਕੋਈ ਇਸ ਤਰ੍ਹਾਂ ਕੋਈ ਨਹੀਂ ਬੁਲਾਇਆ ਹੈਗਾ। ਅੱਛਾ, ਉਸ ਕੋਵਿਡ ਤੋਂ ਬਾਅਦ ਵੀ ਤੁਹਾਨੂੰ ਨਹੀਂ ਸਨਮਾਨ ਕੀਤਾ ਗਿਆ? ਨਹੀਂ, ਮੈਨੂੰ ਕੋਈ ਨਹੀਂ ਬੁਲਾਇਆ ਗਿਆ ਕਿਸੇ ਨੇ ਕਿਸੇ ਪ੍ਰੋਗਰਾਮ ਦੇ ਵਿੱਚ। ਇਸ ਤਰ੍ਹਾਂ ਦਾ ਕੋਈ ਮਾਨ ਸਤਿਕਾਰ ਨਹੀਂ ਵੀ ਤੁਸੀਂ ਕੀਤਾ, ਪਰ ਕੋਈ ਨਹੀਂ, ਆਪਾਂ ਤਾਂ ਕਹਿੰਦੇ ਨੇਕੀ ਕਰਦੇ ਦਰਿਆਵਾਂ ਡਾਲ, ਮੈਨੂੰ ਕੋਈ ਇਸ ਚੀਜ਼ ਦੀ ਨਹੀਂ ਹੈ। ਨਹੀਂ, ਇਹ ਬਾਬਾ ਜੀ ਇਹ ਤਰਾਸਦੀ ਆ, ਇਹ ਪ੍ਰਸ਼ਾਸਨ ਦੀ ਤਰਾਸਦੀ ਆ ਵੀ ਜੇ ਕੋਈ ਚੰਗਾ ਕੰਮ ਕਰਦਾ ਉਹਨੂੰ ਉਤਸ਼ਾਹਿਤ ਨਹੀਂ ਕਰਦੇਗੇ। ਇਹ ਅਸੀਂ ਇਸ ਚੀਜ਼ ਨੂੰ ਅਸੀਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਸ਼ਾਸਨ ਨੂੰ ਇਸ ਦੀ ਤਰਾਸਦੀ ਕਵਾਂਗੇ ਵੀ ਜੇ ਕੋਈ ਚੰਗਾ ਕੰਮ ਕਰਨ ਲੱਗਿਆ, ਕੋਈ ਵਧੀਆ ਚੰਗੇ ਰਾਹ ਪਿਆ, 10 ਤੋਂ 15 ਹਜ਼ਾਰ ਬੰਦਿਆਂ ਦਾ ਡੇਲੀ ਲੰਗਰ, ਬੰਦਿਆਂ ਨੂੰ ਲੰਗਰ ਛਕਾਉਣਾ ਕੋਈ ਸੌਖੀ ਜੀ ਗੱਲ ਨਹੀਂ ਗੀ। ਇੱਕ ਛੋਟੇ ਜਿਹੇ ਆਸ਼ਰਮ ਤੋਂ ਤੁਸੀਂ ਸ਼ੁਰੂ ਕਰਕੇ ਅੱਜ ਪੂਰਾ ਸ਼ਹਿਰ ਨੂੰ ਕਵਰ ਕਰ ਰੱਖਿਆ, ਤੇ ਅਸੀਂ ਤਾਂ ਇਸ ਚੀਜ਼ ਨੂੰ ਇਹੀ ਕਵਾਂਗੇ। ਗੰਗਾ ਨਗਰ ਵੀ ਲੰਗਰ ਚੱਲ ਰਿਹਾ ਜੀ, ਇੱਥੋਂ ਦੀ ਆਪਣੀ ਇੱਥੇ ਗੰਗਾ ਨਗਰ ਦੇ ਵਿੱਚ ਟੀਮ ਬਣਾਈ ਹੈ ਮੈਨੇ। ਅੱਛਾ, ਮੇਰੀ ਜਗ੍ਹਾ ਉੱਥੇ ਕਿਰਾਏ ਤੇ ਲਈ ਹੋਈ ਹੈ, 4200 ਰੁਪਇਆ ਮੈਂ ਕਿਰਾਇਆ ਭਰਦਾ। 2 ਮੈਂ ਉੱਥੇ ਲੇਡੀਜ਼ ਰੱਖੀਆਂ ਹੋਈਆਂ ਨੇ, ਬਜ਼ੁਰਗ ਮਾਤਾਵਾਂ ਹੈਗੀਆਂ ਨੇ, ਉਹਨਾਂ ਨੂੰ ਤਨਖਾਹ ਦਿੰਦੇ 4500 ਰੁਪਇਆ ਇੱਕ ਜਣੇ ਨੂੰ। ਵਰਕਰ ਰੱਖੇ ਹੈਗੇ ਨੇ ਜਿਹੜੇ ਲੰਗਰ ਉੱਥੇ ਵਰਤਾ ਕੇ ਆਉਂਦੇ, ਰਾਸ਼ਨ ਪਾਣੀ ਇੱਥੋਂ ਹੀ। ਨਹੀਂ, ਗੰਗਾ ਨਗਰ ਵੀ ਹਸਪਤਾਲਾਂ 'ਚ ਜਾਂਦੇ? ਗੰਗਾ ਨਗਰ ਦੇ ਕਿੰਨਾ ਟਾਈਮ ਹੋ ਗਿਆ ਗੰਗਾ ਨਗਰ ਦੇ ਵਿੱਚ? ਇਸ 17 ਮਾਰਚ ਨੂੰ 1 ਸਾਲ ਹੋ ਜਾਏਗਾ। ਅੱਛਾ, ਆ ਜਿਹੜੀ 17 ਮਾਰਚ ਹੁਣ ਆਉਣ ਵਾਲੀ ਆ, ਅੱਜ ਤੋਂ 15 ਦਿਨਾਂ ਬਾਅਦ 1 ਸਾਲ ਪੂਰਾ ਹੋ ਜਾਣਾ। ਇੱਕ ਦਿਨ ਦੀ ਵੀ ਉੱਥੇ ਛੁੱਟੀ ਨਹੀਂ ਹੋਈ ਹੈ। ਹਰ ਰੋਜ਼ ਮੈਂ ਦੋਨੇ ਟਾਈਮ ਉੱਥੇ ਜੁੜਿਆ ਰਹਿਣਾ। ਮੈਨੂੰ ਉੱਥੇ ਡਾਕਟਰ ਸਾਹਿਬਾਨਾਂ ਦੇ ਫੋਨ ਆਉਂਦੇ ਰਹਿੰਦੇ, ਮੈਂ ਵੀ ਡਾਕਟਰ ਸਾਹਿਬਾਨਾਂ ਨੂੰ ਫੋਨ ਕਰਦਾ ਵੀ ਲੰਗਰ ਸਾਡਾ ਸਹੀ ਪਹੁੰਚ ਰਿਹਾ ਜੀ। ਤੇ ਉਹ ਵੀ ਇੱਥੋਂ ਦੀ ਸੰਗਤ ਦੀ ਸੇਵਾ ਨਾਲ ਹੀ ਚੱਲ ਰਿਹਾ ਕਿ ਰਾਜਸਥਾਨ ਤੋਂ ਵੀ ਜਿਹੜੀ ਹੁਣ ਸ਼ੁਰੂ ਦੇ ਵਿੱਚ ਦੇਖੋ ਕਰੋਨਾ ਤਾਂ ਉੱਥੇ ਵੀ ਰਿਹਾ ਹੈਗਾ, ਉੱਥੇ ਵੀ ਬੰਦ ਰਿਹਾ ਹੈਗਾ ਲੰਗਰ। ਇੱਥੋਂ ਆਟਾ ਜਾਂਦਾ ਸੀ ਸਾਰਾ, ਗੱਡੀ ਅਸੀਂ ਭਰ ਕੇ ਦਾਲਾਂ, ਜਿਵੇਂ 2-3 ਕੁਇੰਟਲ ਦਾਲ ਮੈਂ ਭੇਜ ਦੇਣੀ, ਆਟਾ 5-10 ਕੁਇੰਟਲ ਭੇਜ ਦੇਣਾ। ਫਿਰ ਇੱਥੇ ਜਦੋਂ ਲੱਗ ਜਾਣਾ ਅਗਲੇ ਫਿਰ ਹਫ਼ਤੇ ਬਾਅਦ ਫਿਰ ਇੱਥੋਂ ਭੇਜ ਦੇਣਾ। ਤੇ ਉੱਥੇ 10 ਹਸਪਤਾਲਾਂ ਦੇ ਵਿੱਚ ਲੰਗਰ ਚੱਲ ਰਿਹਾ ਹੈਗਾ। ਤੇ ਹੁਣ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸੰਗਤ ਉੱਥੇ ਜੁੜ ਰਹੀ ਹੈ। ਹੁਣ ਉੱਥੇ ਹੀ ਚੱਲ ਰਿਹਾ ਹੈਗਾ। ਹੁਣ ਮੈਂ ਜੇ ਜਾਣਾ ਤਾਂ ਮੈਨੂੰ ਉੱਥੇ ਦਾਲ ਮਿਲ ਜਾਂਦੀ, ਕਾਫੀ ਦਾਲ, ਉਹਨਾਂ ਨੂੰ ਕੁਇੰਟਲ 2 ਕੁਇੰਟਲ ਦਾਲ, ਕਿਉਂਕਿ ਦਾਲਾਂ ਜ਼ਿਆਦਾ ਹੁੰਦੀਆਂ ਨੇ ਉੱਥੇ ਲੋਕ ਸੰਗਤ ਦਾਲਾਂ ਦਾਨ ਕਰਦੀ ਹੈ। ਤੇ ਉਹ ਦਾਲ ਮੈਂ ਇੱਥੇ ਲਿਆ ਕਰਕੇ ਹੁਣ ਇੱਥੇ ਮੁਕਤਸਰ ਸਾਹਿਬ ਵਰਤ ਰਿਹਾ। ਪਹਿਲਾਂ ਇੱਥੇ ਜਾਂਦਾ ਸੀ, ਹੁਣ ਉੱਥੋਂ ਦਾ ਇੱਥੇ ਆ ਰਿਹਾ। ਜਿਹੜੀ ਚੀਜ਼ ਉੱਥੇ ਲੋੜ ਹੁੰਦੀ ਹੈ ਉਹ ਇੱਥੋਂ ਸੇਵਾਦਾਰ ਕਹਿੰਦੇ ਬਾਬਾ ਜੀ ਬਰਤਨ ਚਾਹੀਦੇ, ਜੋ ਚਾਹੀਦਾ ਇੱਥੇ ਭੇਜਦੇ। ਨਹੀਂ, ਉੱਥੇ ਫਿਰ ਤੁਸੀਂ ਆਪ ਕਿਸ ਟਾਈਮ ਜਾਂਦੇ ਹੋ? ਤਨਖਾਹਾਂ ਦੇ ਕੇ ਆਉਣਾ, ਕਿਰਾਇਆ ਦੇ ਕੇ ਆਉਣਾ, ਸਾਰਾ ਸਮਾਨ ਸੰਭਾਲ ਕੇ ਆਉਣਾ, ਜਿਹੜੀ ਚੀਜ਼ ਦੀ ਲੋੜ ਹੁੰਦੀ ਹੈ ਉਹਨਾਂ ਨੂੰ ਦੇ ਕੇ ਆਉਣਾ, ਜਿਹੜੀ ਕੋਈ ਵੱਧ ਘੱਟ ਹੁੰਦੀ ਉਹ ਮੈਂ ਇੱਥੇ ਆਸ਼ਰਮ ਚ ਲੈ ਜਾਣਾ। ਬਾਬਾ ਜੀ, ਤੁਸੀਂ ਇੱਕ ਤੁਹਾਡਾ ਪਿਛੋਕੜ ਸੁਣਿਆ, ਤੁਸੀਂ ਇੱਕ ਸੁਨਿਆਰ ਪਰਿਵਾਰ ਨਾਲ ਸੰਬੰਧਿਤ ਰੱਖਦੇ ਹੋ, ਇੱਕ ਤੁਸੀਂ ਸੋਨੇ ਦਾ ਕੰਮ ਕਰਨ ਵਾਲੇ ਪਰਿਵਾਰ ਨਾਲ ਸੰਬੰਧਿਤ ਰੱਖਦੇ ਹੋ। ਉਹ ਇੱਕ ਬਹੁਤ ਵਧੀਆ ਪਰਿਵਾਰ ਗਿਣੇ ਜਾਂਦੇ ਜਿਹੜੇ ਸੋਨੇ ਦਾ ਕੰਮ ਕਰਦੇ ਆ, ਤੇ ਇੱਕ ਚੰਗਾ ਉਹਨੂੰ ਬਿਜ਼ਨਸ ਕਿਹਾ ਜਾ ਸਕਦਾ, ਚੰਗਾ ਕੰਮ ਕਿਹਾ ਜਾ ਸਕਦਾ। ਸੋਨੇ ਦਾ ਕੰਮ ਛੱਡ ਕੇ ਲੰਗਰ ਦੀ ਸੇਵਾ ਦਾ ਕਿਵੇਂ ਮਨ ਬਣੇ? ਵੀਰ ਜੀ, ਲੰਗਰ ਦੀ ਸੇਵਾ ਜਿਹੜੀ ਹੈ ਸਤਿਗੁਰੂ ਜੀ ਆਪ ਹੀ ਲੈ ਰਹੇ ਨੇ। ਸੋਨੇ ਚਾਂਦੀ ਦਾ ਕੰਮ ਵੀ ਸਤਿਗੁਰੂ ਜੀ ਦੇ ਆਸ਼ੀਰਵਾਦ ਨਾਲ ਹੀ ਮੈਂ ਸਿੱਖਿਆ। ਬਚਪਨ ਤੋਂ ਪਹਿਲਾਂ, ਸਭ ਤੋਂ ਪਹਿਲਾਂ ਮੈਂ ਹੀ ਸਿੱਖ ਕੇ ਆਇਆ ਜੀ ਸਾਡੇ ਪਰਿਵਾਰ 'ਚ, ਕਿਉਂਕਿ ਮੇਰੇ ਫਾਦਰ ਆਰਮੀ 'ਚ ਸੀਗੇ ਤੇ ਸਾਡੇ ਘਰ ਦੇ ਵਿੱਚ ਪਰਿਵਾਰ 'ਚ ਕੋਈ ਸੋਨੇ ਦਾ ਕੰਮ ਨਹੀਂ ਕਰਦਾ ਸੀ। ਤੇ ਮੰਮੀ ਮੇਰਾ ਪੜ੍ਹਾਈ ਦੇ ਵਿੱਚ ਬਚਪਨ ਤੋਂ ਹੀ ਮਤਲਬ ਸੇਵਾ ਵਾਲੇ ਪਾਸੇ ਲਗਨ ਹੁੰਦਾ ਸੀ। ਜਦੋਂ ਮੇਰੇ ਘਰ ਦੇ ਮੈਨੂੰ ਸਕੂਲ ਭੇਜਦੇ ਤਾਂ ਮੈਂ ਉਹ ਸਕੂਲ ਜਾਣ ਦੀ ਬਜਾਏ ਮੈਂ ਗੁਰਦੁਆਰਾ ਸਾਹਿਬ ਸੇਵਾ ਕਰਨ ਲੱਗ ਜਾਣੀ। ਤੇ ਜਦੋਂ ਛੁੱਟੀ ਹੋਣੀ ਤੇ ਮੈਂ ਬੱਚਿਆਂ ਨਾਲ ਉਹ ਬੈਗ ਲੈ ਕੇ ਘਰੇ ਚਲੇ ਜਾਣਾ, ਤੇ ਮੰਮੀ ਨੇ ਇਹ ਸੋਚਣਾ ਵੀ ਇਹ ਸਕੂਲ 'ਚੋਂ ਆਇਆ। ਤੇ ਪਰ ਮੈਂ ਗੁਰਦੁਆਰੇ ਸੇਵਾ ਭਾਂਡੇ ਭੁੰਡੇ ਮਾਂਜੀ ਜਾਣੇ, ਬੋਕਰ ਮਾਰੀ ਜਾਣੀ। ਸਾਡੇ ਰੁਪਾਣੇ ਉਸ ਟਾਈਮ ਉੱਤੇ ਗੁਰਦੁਆਰਾ ਸਾਹਿਬ
ਬਣਦਾ ਸੀਗਾ। ਬਾਬਾ ਹਰਬੰਸ ਸਿੰਘ ਜੀ, ਬਾਬਾ ਕਰਨੈਲ ਸਿੰਘ ਜੀ ਜਾਂਦੇ ਸੀ ਤੇ ਮੈਂ ਉੱਥੇ ਸਾਰਾ ਦਿਨ ਸੇਵਾ 'ਚ ਬਜਰੀ ਗੁਜਰੀ ਕੁੱਟੀ ਜਾਇਆ ਕਰਨੀ। ਤੇ ਘਰਦਿਆਂ ਨੂੰ ਪਤਾ ਲੱਗ ਗਿਆ ਵੀ ਇਹਦਾ ਪੜ੍ਹਾਈ ਦੇ ਵਿੱਚ ਮਨ ਨਹੀਂ ਲੱਗਦਾ ਹੈਗਾ, ਜੇ ਇਹਦਾ ਮਨ ਸੇਵਾ ਵਾਲੇ ਪਾਸੇ ਹੀ ਹੈ। ਤੇ ਉਹਨਾਂ ਨੇ ਮੈਨੂੰ ਇੱਥੇ ਨਾਨਕੇ ਭੇਜਤਾ ਮੇਰੇ ਮਾਮਾ ਜੀ ਹੋਰਾਂ ਕੋਲ ਵੀ ਇਹਨੂੰ ਕੋਈ ਨਾ ਕੋਈ ਕੰਮ ਸਿਖਾ ਦਿਓ। ਤੇ ਫਿਰ ਮੇਰੇ ਮਾਮਾ ਜੀ ਨੇ, ਸਾਡੇ ਮਾਮਾ ਜੀ ਦੇ ਬ੍ਰਦਰ ਸੀਗੇ, ਉਹ ਸੋਨੇ ਚਾਂਦੀ ਦਾ ਕੰਮ ਕਰਦੇ ਸੀਗੇ ਚਾਚੇ ਤਾਇਆਂ 'ਚੋਂ। ਤੇ ਉੱਥੇ ਮਾਮਾ ਰਾਮ ਕੁਮਾਰ ਜੀ ਦੀ ਦੁਕਾਨ ਤੇ ਮੈਨੂੰ ਕੰਮ ਸਿੱਖਣ ਵਾਸਤੇ ਲਗਾਤਾ। ਉਹ ਮੈਂ ਕੰਮ ਬਹੁਤ ਜਲਦੀ ਸਿੱਖ ਗਿਆ ਸੀਗਾ। ਤੇ ਮੈਂ 3-4 ਮਹੀਨਿਆਂ ਦੇ ਵਿੱਚ ਹੀ ਸੋਨੇ ਚਾਂਦੀ ਦੇ ਬਹੁਤ ਵਧੀਆ ਵਧੀਆ ਡਿਜ਼ਾਈਨ ਬਣਾਉਣੇ। ਮਾਮਾ ਜੀ ਵੀ ਹੈਰਾਨ ਹੋ ਜਾਂਦੇ ਸੀ ਵੀ ਯਾਰ ਇੰਨੀ ਜਲਦੀ ਤੂੰ ਆ ਕਰਕੇ ਤੇ ਇੰਨੀ ਵਧੀਆ ਵਧੀਆ ਚੀਜ਼ਾਂ ਬਣਾਉਣ ਲੱਗ ਗਿਆ। ਮੈਂ ਜਿਹੜਾ ਮੈਨੂੰ ਡਿਜ਼ਾਈਨ ਐਲਬਮ 'ਚੋਂ ਦਿਖਾ ਦਿੰਦੇ ਸੀ, ਮੈਂ ਉਹੀ ਡਿਜ਼ਾਈਨ ਉਹ ਸੇਮ ਮਿੰਟੋ ਮਿੰਟੀ ਉਹਨੂੰ ਤਾਰ ਪੱਤੀ ਬਣਾ ਕਰਕੇ ਮਸ਼ੀਨ ਤੇ ਮੈਂ ਤਿਆਰ ਕਰਕੇ ਦੇ ਵੀ ਉੱਥੇ ਕਲਾ 'ਚ ਵੀ ਤੁਸੀਂ ਇੱਕ ਬਹੁਤ ਵਧੀਆ ਕਲਾਕਾਰੀ ਦਿਖਾਉਂਦੇ ਰਹੇ। ਹਾਂਜੀ ਹਾਂਜੀ। ਫਿਰ ਵੀ ਇੰਨੀ ਵਧੀਆ ਕਲਾਕਾਰੀ ਦਿਖਾਉਣ ਦੇ ਬਾਵਜੂਦ ਵੀ ਤੁਹਾਨੂੰ ਉਹ ਛੱਡਣਾ ਪਿਆ। ਉਸ ਤੋਂ ਬਾਅਦ ਮੈਂ ਜਦੋਂ ਸੋਨੇ ਚਾਂਦੀ ਦਾ ਕੰਮ ਸਿੱਖਦਾ ਹੁੰਦਾ ਸੀ ਤਾਂ ਉਹਨਾਂ ਦਿਨਾਂ ਦੇ ਵਿੱਚ ਇੱਕ ਜਾਦੂਗਰ ਦਾ ਪ੍ਰੋਗਰਾਮ ਲੱਗਿਆ ਸੀ ਉਸ ਸ਼ਹਿਰ ਦੇ ਵਿੱਚ, ਬਰਵਾਲਾ ਮੰਡੀ ਦੇ ਵਿੱਚ, ਹਨੂਮਾਨ ਜਾਦੂਗਰ ਦਾ। ਤੇ ਮੈਂ ਤੇ ਮੇਰੇ ਮਾਸੀ ਜੀ ਦਾ ਮੁੰਡਾ, ਮਾਮਾ ਜੀ ਦਾ ਮੁੰਡਾ ਸੀ, ਉਹ ਜਾਦੂ ਸ਼ੋਅ ਦੇਖਣ ਚਲੇ ਜਾਂਦੇ ਸੀ ਸ਼ਾਮ ਨੂੰ। 10 ਰੁਪਏ ਉਸ ਟਾਈਮ ਲੈਂਦੇ ਸੀ ਉਹਦੇ। ਤੇ ਉਹ ਜਾਦੂ ਸ਼ੋਅ ਜਦੋਂ ਦੇਖਣ ਜਾਂਦੇ ਨਾ ਤੇ ਉਹ ਜਾਦੂਗਰ ਕਦੇ ਨੋਟ ਬਣਾ ਦਿੰਦਾ, ਕਦੇ ਇੱਕ ਲੜਕੀ ਨੂੰ ਉਹਨੇ ਹਵਾ ਚੜਾ ਕੇ ਦਿਖਾਇਆ ਤੇ ਉਹਨੇ ਕਾਫੀ ਆਈਟਮਾਂ ਉਹਨੇ ਸਟੇਜ ਤੇ ਜਦੋਂ ਦਿਖਾਈਆਂ। ਤੇ ਮੇਰੇ ਮਨ ਦੇ ਵਿੱਚ ਵੀ ਆਈ ਯਾਰ ਆਪਾਂ ਇਹ ਸੋਨੇ ਚਾਂਦੀ ਦੀ ਤਾਂ ਦੁਕਾਨ ਖੋਲਾਂਗੇ, ਸਮਾਨ ਬਣਾਵਾਂਗੇ ਤਾਂ ਫਿਰ ਆਪਾਂ ਨੂੰ 4 ਪੈਸੇ ਵਿੱਚ ਠੱਗੀ ਠੋਰੀ ਹੋਊਗੀ, ਟਾਂਕਾ ਟੂੰਕਾ ਲਾਵਾਂਗੇ ਤਾਂ ਪੈਸੇ ਬਣਨੇ। ਸਹੀ। ਆਹ ਕੰਮ ਸਿੱਖ ਲਈਏ, ਜਾਦੂਗਰੀ ਦਾ ਮੰਤਰ ਮਾਰਿਆ ਕਰਾਂਗੇ, ਨੋਟ ਬਣਾ ਲਿਆ ਕਰਾਂਗੇ, ਮੰਤਰ ਮਾਰਾਂਗੇ, ਘਰੇ ਨੋਟ ਜੋੜਿਆ ਕਰਾਂਗੇ। ਤੇ ਮੇਰੇ ਮਨ ਤੇ ਨਾ ਭੂਤ ਸਵਾਰ ਹੋ ਗਿਆ ਵੀ ਮੈਂ ਨਾ ਸੋਨੇ ਦਾ ਕੰਮ ਛੱਡ ਕੇ ਮੈਂ ਤਾਂ ਜਾਦੂਗਰੀ ਸਿੱਖਣੀ ਹੈ। ਅੱਛਾ, ਫਿਰ ਜਾਦੂਗਰੀ ਵੀ ਸਿੱਖੀ ਬਾਬਾ ਜੀ? ਹਾਂਜੀ। ਤੇ ਉਹ ਮੈਂ 3 ਦਿਨ ਅਸੀਂ ਲਗਾਤਾਰ ਜਾਂਦੇ ਰਹੇ ਤੇ ਮੇਰੇ ਇੱਕਦਮ ਹੀ ਦਿਮਾਗ 'ਚ ਹੋ ਗਈ, ਮੈਂ ਕਿਹਾ ਵੀ ਮੈਂ ਇਸ ਜਾਦੂਗਰ ਨੂੰ ਮਿਲਣਾ ਤੇ ਮੈਂ ਜਾਦੂ ਸਿੱਖਣਾ ਹੈ। ਅਸੀਂ ਜਦੋਂ ਸ਼ੋਅ ਖਤਮ ਹੋਇਆ ਤੇ ਅਸੀਂ ਉਹ ਸ਼ੋਅ ਦੇ ਜਿਹੜੇ ਵਰਕਰ ਸੀਗੇ ਟਿਕਟਾਂ ਦੇ, ਜੀ ਇਹ ਬਰਵਾਲੇ ਉਹ ਧਰਮਸ਼ਾਲਾ ਮੇ ਰਹਿ ਰਹੇ, ਅਗਰਵਾਲ ਧਰਮਸ਼ਾਲਾ ਮੇ, ਤੇ ਤੁਸੀਂ ਉੱਥੇ ਕੱਲ ਨੂੰ ਮਿਲ ਸਕਦੇ, ਇੰਨੇ ਵਜੇ ਤੋਂ ਇੰਨੇ ਵਜੇ ਤੱਕ ਉੱਥੇ ਹੁੰਦੇ ਹੋ। ਅੱਛਾ ਜੀ, ਮੈਂ ਮਨ ਬਣਾ ਲਿਆ ਵੀ ਮੈਂ ਮਿਲਣਾ ਹੈ। ਮੈਂ ਮੇਰੇ ਮਾਮਾ ਜੀ ਸੀ ਇੱਕ ਛੋਟਾ ਰਾਜਪੁਰਾ ਜੀ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਮਾਮਾ ਜੀ ਮੈਨੂੰ ਯਾਰ ਜਾਦੂਗਰ ਨੂੰ ਮਿਲਾ ਕੇ ਲਿਆ ਤੇ ਮੈਂ ਜਾਦੂ ਸਿੱਖਣਾ। ਮਾਮਾ ਦਾ ਤੂੰ ਕੀ ਲੈਣਾ, ਵਧੀਆ ਸ਼ੋਰੂਮ 'ਚ ਰਹਿਣਾ, ਸੋਨੇ ਚਾਂਦੀ ਦਾ ਕੰਮ ਕਰਦਾ ਹੈ ਤੇ ਤੂੰ ਕੀ ਲੈਣਾ, ਤੁਸੀਂ ਜਾਦੂਆਂ ਤੋਂ ਕੀ ਲੈਣਾ ਹੈਗਾ, ਤੂੰ ਸੋਨੇ ਦਾ ਕੰਮ ਆਪਦਾ ਸਿੱਖਣ ਆਇਆ ਪੰਜਾਬ ਤੋਂ ਤੇ ਸੋਨੇ ਦਾ ਕੰਮ ਸਿੱਖ। ਮੈਂ ਕਿਹਾ ਯਾਰ ਸੋਨੇ ਦਾ ਤਾਂ ਮੈਂ ਸਿੱਖ ਲਿਆ, ਮੈਂ ਤਾਂ ਮੈਂ ਜਿਊਲਰੀ ਬਣਾ ਲੈਣਾ, ਟਾਂਕਾ ਹੀ ਲਾਉਣਾ ਹੁੰਦਾ, ਪਗਲਾਣਾ ਹੀ। ਇਹ ਤਾਂ ਪੂਰੀ ਕਲਾਕਾਰੀ ਆ ਗਈ। ਇਹ ਤਾਂ ਮੈਂ ਕਿਹਾ ਕੋਈ ਗੱਲ ਨਹੀਂ ਹੈਗੀ ਤੇ ਯਾਰ ਜਾਦੂ ਸਿੱਖੀਏ। ਮੈਂ ਕਿਹਾ ਮੈਂ ਮੰਤਰ ਮਾਰਿਆ ਕਰਾਂਗੇ, ਨੋਟ ਬਣਾ ਲਿਆ ਕਰਾਂਗੇ, ਮੰਤਰ ਮਾਰ ਕੇ ਵੀ ਉਹ ਗਹਿਣੇ ਵੀ ਬਣ ਜਾਇਆ ਕਰਾਂਗੇ। ਬਚਪਨ ਸੀਗਾ, ਛੋਟਾ ਹੀ ਸੀ ਉਸ ਟਾਈਮ, ਮੇਰੀ 12-13 ਸਾਲਾਂ ਦੀ ਉਮਰ ਹੋਣੀ ਲਗਭਗ ਇੰਨੀ। ਤੇ ਮਾਮਾ ਮੈਨੂੰ ਆਂਦਾ, ਕਹਿੰਦਾ ਵੀ ਪਊਆ ਲੱਗੂਗਾ, ਕਹਿੰਦਾ ਮਾਮਾ ਮੇਰਾ ਡਰਿੰਕ ਕਰ ਲੈਂਦਾ ਸੀ। ਅੱਛਾ। ਮੈਨੂੰ ਉਹਦਾ ਪਊਆ ਲੈ ਕੇ ਦੇਣਾ ਪਊਗਾ। ਮੈਂ ਕਿਹਾ ਮਾਮਾ ਯਾਰ ਪਊਆ ਮੇਰੇ ਕੋਲ ਪੈਸੇ ਨਹੀਂ। ਕਹਿੰਦਾ ਵੀ ਮੈਨੂੰ ਫਿਰ ਲੈ ਕੇ ਜਾਊਂਗਾ ਤੈਨੂੰ। ਮੈਂ ਕਿਹਾ ਚੱਲ ਮੈਂ ਤੈਨੂੰ ਲੈ ਦੂੰਗਾ। ਮੈਂ ਜਿਹੜੇ ਮਾਮੇ ਕੋਲ ਕੰਮ ਸਿੱਖਦਾ ਸੀ, ਮੈਂ ਕਿਹਾ ਮਾਮਾ ਜੀ ਮੈਨੂੰ 20 ਰੁਪਏ ਦਿਓ। ਠੀਕ, ਮੈਂ ਸ਼ਾਮ ਨੂੰ ਖਰਚਣਾ ਤੇ ਲੈ ਹੀ ਲੈਂਦਾ ਸੀਗਾ। ਹਾਂਜੀ। ਗੋਲ ਗੱਪੇ ਖਾਣੇ ਜਾਂ 10 ਰੁਪਏ ਖਰਚਣ ਨੂੰ ਲੈ ਲਏ। ਹਾਂਜੀ। ਉਹਨਾਂ ਨੇ ਮੈਨੂੰ ਦੇ ਦਿੱਤੇ ਤੇ ਮੈਂ ਉਹ ਮਾਮੇ ਨੂੰ ਉੱਥੋਂ ਲੈਤਾ ਸਮਾਨ, ਮਾਮੇ ਨੂੰ ਆਪਣਾ ਸਮਾਨ ਲੈਤਾ। ਉਹ ਮੈਨੂੰ ਸਾਈਕਲ ਦੇ ਉੱਤੇ ਤੇ ਅੱਗੇ ਡੰਡੇ ਦੇ ਉੱਤੇ ਭਾ ਕੇ ਤੇ ਉਹ ਜਿੱਥੇ ਜਾਦੂਗਰ ਕੋਲੇ ਲੈ ਗਏ। ਜਾਦੂਗਰ ਕੋਲੇ ਗਾਂ ਮੇਰਾ ਜਾਦੂਗਰ ਜਿਹੜਾ ਉਸਤਾਦ ਸੀਗਾ ਉਹ ਬੈਠਾ ਕੁਰਸੀ ਦੇ ਉੱਤੇ ਤੇ ਉਹਨੇ ਦਰੀਆਂ ਇਸ ਤਰ੍ਹਾਂ ਵਿਛੀਆਂ ਹੋਈਆਂ ਤੇ ਹੋਰ ਵੀ ਕੁਰਸੀਆਂ ਲੱਗੀਆਂ ਹੋਈਆਂ। ਤੇ ਉਹਨੇ ਬੰਦੇ ਨੇ ਸਾਨੂੰ ਮਿਲਾਇਆ। ਜਦੋਂ ਅੰਦਰ ਗਏ ਤੇ ਮੇਰੇ ਮਾਮਾ ਜੀ ਕੁਰਸੀ ਤੇ ਬੈਠ ਗਏ ਤੇ ਮੈਂ ਮੱਥਾ ਟੇਕ ਕੇ ਤੇ ਜਾਦੂਗਰ ਦੇ ਚਰਨਾਂ 'ਚ ਬੈਠ ਗਿਆ। ਠੀਕ ਹੈ। ਮੈਨੂੰ ਆਂਦੇ ਕਾਕਾ ਕਹਿੰਦੇ ਕੁਰਸੀ ਤੇ ਬੈਠੋ। ਮੈਂ ਕਿਹਾ ਜੀ ਨਹੀਂ, ਮੈਂ ਕਹਿੰਦਾ ਮੈਂ ਆਪੇ ਚਰਨਾਂ ਵੀ ਬੈਠਣਾ। ਮੈਂ ਜਿੱਥੋਂ ਕੁਝ ਗੁਰੂ ਤੋਂ ਕੁਝ ਸਿੱਖਣਾ ਹੋਵੇ ਤੇ ਉਹਦੇ ਨੀਵਾਂ ਹੋ ਕੇ ਮੈਂ ਕਿਹਾ ਸਿੱਖਿਆ ਜਾਂਦਾ ਹੈ। ਸਹੀ ਹੈ, ਨੀਵੇਂ ਹੋਵਾਂਗੇ ਤਾਂ ਹੀ ਸਿੱਖ ਸਕਾਂਗੇ। ਥੱਲੇ ਬੈਠ ਕੇ ਮੈਂ ਸਿੱਖਿਆ ਜਾਂਦਾ, ਉੱਚਾ ਹੋ ਕੇ ਨਹੀਂ ਮੈਂ ਸਿੱਖਿਆ ਜਾਂਦਾ। ਤੇ ਮੈਨੂੰ ਆਂਦੇ ਭਾਈ ਤੇਰੇ ਤੋਂ ਮੇਰੇ ਤੋਂ ਬਹੁਤ ਲਿਆ ਕਰ, ਬੱਚਾ ਹੀ ਸੀਗਾ ਛੋਟਾ ਜਿਹਾ, ਤੇਰੇ ਤੋਂ ਬਹੁਤ ਅਕਲ ਹੈ ਇਸ ਬਾਤ की कि बढ़ोगी। आओ ਮੈਨੂੰ ਕਹਿੰਦੇ कैसे आए। मैं कहा जी हमने ना जादू सीखना। मेरे साथ ਮੈਨੂੰ ਉਹਨੇ ਕਹਿੰਦੇ ਵੀ ਜਾਦੂ ਤਾਂ ਬਹੁਤ ਤਗੜੀ ਸ਼ਕਤੀ ਹੈ, ਇਸੇ ਥੋੜੀ ਸਿੱਖ ਪਾਏਗਾ ਇੰਨੀ ਜਲਦੀ। ਇਹਦੇ ਵਾਸਤੇ ਬਹੁਤ ਮਿਹਨਤ ਕਰਨੀ ਪੈਂਦੀ ਹੈ, ਬਹੁਤ ਪੜ੍ਹਾਈ ਕਰਨੀ ਪੈਂਦੀ ਹੈ, ਤਪੱਸਿਆ ਕਰਨੀ ਪੈਂਦੀ ਹੈ। ਮੈਂ ਕਿਹਾ ਜੀ ਤੁਸੀਂ ਵੀ ਤਾਂ ਕੀਤੀ ਹੈ ਤੇ ਮੈਂ ਵੀ ਕਰ ਲੂੰਗਾ। ਮੈਂ ਤੁਸੀਂ ਮੈਨੂੰ ਦੱਸੋ। ਤੇ ਕਹਿੰਦੇ ਵੀ ਤੇਰੇ ਕੋ ਕੱਪੜੇ ਵੀ ਧੋਣੇ ਪੜेंगे, तेरे को बर्तन भी मांजने पड़ेंगे। मैं कहा जी मैं सारा कुछ कर लूँगा। मैंने बोला ठीक है, फिर तू इस तरह करना, हमने परसों पानीपत जाना है, तो तूने जाना है तो तू बता देना, हमारे पास आ जाना, तेरे को ले चलेंगे। मैं ठीक है जी। और 3 दिन मैनू तो जागना पवे, 3 दिन ਕੱਢਣੇ ਔਖੇ ਹੋ ਗਏ। मैं फिर मैं सुपने जी कल्पना करी जाऊँ मैं इस तरह जादू करूँगा, इदा मैं शो दिखाऊँगा। मैनू सारा दिन रात मेरे तो नींद ही ना आए मैनू रात को। ਉਹ ਤੀਜਾ ਦਿਨ ਆ ਗਿਆ ਆਉਣ ਤੋਂ ਪਹਿਲਾਂ। ਮੈਂ ਮਾਮਾ ਜੀ ਨੂੰ ਜਿੱਦੇ ਮੈਂ ਪੁੱਛ ਕੇ ਗਿਆ ਜਾਦੂਗਰ ਨੂੰ ਤੇ ਮੈਂ ਉਦੋਂ ਹੀ ਮਨ ਬਣਾ ਲਿਆ। ਮੈਂ ਕਿਹਾ ਵੀ ਹੁਣ ਮੈਂ ਇੱਥੋਂ ਨਿਕਲੂੰਗਾ ਕਿਵੇਂ ਮਾਮੇ ਕੋਲੋਂ। ਹਾਂਜੀ। ਮੈਂ ਕਿਹਾ ਮਾਮੇ ਜੀ ਨੂੰ ਮੈਂ ਕਿਹਾ ਜੀ ਮੈਂ ਤਾਂ ਪੰਜਾਬ ਜਾ ਕੇ ਆਉਣਾ ਹੈ, ਮੈਂ ਤਾਂ ਮੰਮੀ ਡੈਡੀ ਨੂੰ ਮਿਲ ਜਾਣਾ। ਠੀਕ ਹੈ ਜੀ। ਤੇ ਮੈਨੂੰ ਛੁੱਟੀ ਦੇ ਦਿਓ ਤੁਸੀਂ।
ਤੇ ਮੰਮਾ ਜੀ ਨੇ ਦੇਖ ਲਾ ਬਈ ਤੇਰੀ ਮਰਜ਼ੀ ਮਿਲਿਆ ਤੇ ਮਿਲਿਆ ਤੂੰ ਜਾ ਕੇ। ਹਾਂਜੀ ਤੇ ਮੈਨੂੰ ਉਵੇਂ ਹੀ ਮੈਂ ਸ਼ੁਰੂ ਕਰਤਾ ਠੀਕ ਹੈ ਜੀ ਤੇ ਮੈਜਿਕ ਸ਼ੋ ਸ਼ੁਰੂ ਕਰ ਦਿੱਤਾ ਤੇ ਸਾਰੀਆਂ ਆਈਟਮਾਂ ਮਤਲਬ ਬਹੁਤ ਵਧੀਆ ਹੋਈਆਂ। ਇੱਕ ਅੱਧੀ ਆਈਟਮ ਦੇ ਵਿੱਚ ਮਾੜੀ ਮੋਟੀ ਜੀ Mistake ਹੋ ਗਈ, ਪਰ ਮੈਂ ਉਹ ਬੱਚਿਆਂ ਨੂੰ ਸੰਭਾਲ ਕੇ ਹਾਂਜੀ ਮੈਂ ਉਹ ਚੀਜ਼ ਨੂੰ ਸੰਭਾਲ ਕੇ ਤੇ ਉਹ ਸ਼ੋਅ ਮੈਂ ਵਧੀਆ ਕਰਤਾ। ਠੀਕ ਹੈ ਜੀ ਸ਼ੋਅ ਵਧੀਆ ਹੋ ਗਿਆ ਤੇ ਅੱਗੇ ਤਾਂ ਉਸਤਾਦ ਜੀ ਮਤਲਬ ਕਿ ਸ਼ੋਅ ਖਤਮ ਹੁੰਦੇ ਜਾ ਵੜਦੇ ਸੀਗੇ ਦਫ਼ਤਰ ਦੇ ਵਿੱਚ ਤੇ ਆਪਦਾ ਪੇਮੈਂਟ ਲੈਣ ਤੇ ਮੈਂ ਸਮਾਨ ਸੰਭਾਲਦਾ ਸੀ। ਹਾਂਜੀ ਸੈਟਿੰਗ ਕਰਕੇ ਉਵੇਂ ਹੀ ਮੈਂ ਵਿੱਚ ਪਾਉਂਦਾ ਸੀ। ਹਾਂਜੀ ਉਸ ਦਿਨ ਮੈਂ ਸਾਰਾ ਸਮਾਨ ਉਵੇਂ ਹੀ ਵਿੱਚ ਸੈੱਟ ਲਿਆਵਾਂਗੇ, ਕਮਰੇ 'ਚ ਜਾ ਕੇ ਕਰ ਲਾਂਗੇ ਸੈੱਟ। ਠੀਕ ਹੈ ਠੀਕ ਹੈ ਵੀ ਉਵੇਂ ਕਮਰੇ 'ਚ ਕਰ ਲਾਂਗੇ ਸੈਟਿੰਗ। ਮੈਂ ਆਪਦਾ ਬੈਗ ਜਾਂ ਮਿੰਟੋ ਮਿੰਟੀ ਸਾਰਾ ਬੈਗ ਪੈਕ ਕਰਕੇ ਦਫ਼ਤਰ 'ਚ ਆ ਗਿਆ ਤੇ ਮੈਡਮ ਕਹਿੰਦੀ ਬਹੁਤ अच्छा आपने तो प्रोग्राम दिखाया। हाँ जी मैं कहा जी फिर आपको अच्छा लगा तो आप मेरे को सर्टिफिकेट बना के दो। हाँ जी तो मैडम ने फिर लिख के दिता, तस्दीक किया जाता है कि आज हमारे स्कूल में हनुमान एंड पार्टी ने मैजिक शो दिखाया और हमारे बच्चों ने खुश हुए, हमारे को ये आइटम अच्छी लगी तो हमने इतने पैसे दे दिए हैं। ठीक है मैं वो सर्टिफिकेट लैके पेमेंट लैके उन्होंने तो लिफाफे च बंद करके बैग च पा के ठीक है तो मैं आपके कमरे च आ गया। ठीक है जी अगले दिन मेरे उस्ताद जी आए, ਜਦੋਂ ਆਏ ਤੇ ਮੇਰੇ ਉਸਤਾਦ ਜੀ ਨੇ ਹਾਂ ਗੁਰਪ੍ਰੀਤ ਉਹ ਪ੍ਰੋਗਰਾਮ ਪੋਸਟਪੋਨ ਕਰਿਆ ਸੀ। ਹਾਂਜੀ ਮੈਂ ਕਿਹਾ ਉਸਤਾਦ ਜੀ ਉਹ ਤਾਂ ਪ੍ਰੋਗਰਾਮ ਹੋ ਗਿਆ ਪ੍ਰੋਗਰਾਮ। ਮੈਂ ਕਿਹਾ ਪ੍ਰੋਗਰਾਮ ਹੋ ਗਿਆ। ਮੇਰਾ ਉਸਤਾਦ ਕਹਿੰਦਾ ਕੌਣ ਕਰਕੇ ਆਇਆ प्रोग्राम? मैं कहा जी वो मैं कराया। कहते मैं तेरे को क्या अकल है, तेरे को महीना भी हुआ नहीं, तेरे को मैजिक शो के बारे में क्या पता, तूने मेरी परमिशन कैंसिल करा देनी, तूने मेरी मट्टी प्लेट करा दी होगी। हैरान परेशान पूरा गुस्से में हो गए और बहुत मेरे को मुझे बोलने लगे। मैं कहा उस्ताद जी घबराओ नहीं, पहला प्रोग्राम बहुत अच्छा हो गया, मैडम ने मेरे को सर्टिफिकेट दिया है, मैंने उनको उस्ताद जी को सारा मैं दिखा दिया। ठीक है यार कमाल हो गया, तेरे को पहले महीना हुआ है और महीने के अंदर ही तू मैजिक शो दिखाया, तू वैसे कुछ ना कुछ बनेगा। हैरान करेगा आज उससे मैजिक के शो दे बावजूद तो नहीं लंगर दी ਜਿਹੜੀ ਸੇਵਾ ਚੱਲ ਰਹੀ ਜਾਦੂਗਰ ਨਾਲ ਇਹ ਵੀ ਉਹਦੀ ਰੀਲਾ ਹੀ ਚੱਲ ਰਹੀ ਹੈ ਜੀ ਗੁਰੂ ਮਹਾਰਾਜ ਦੀ। ਨਹੀਂ ਤੇ ਜਾਦੂ ਵਾਲਾ ਫਿਰ ਛੱਡਤਾ ਸੀਗਾ ਜੀ। ਹਾਂਜੀ ਉਹ ਮੈਂ ਕਾਫੀ ਸਾਲ ਸਕੂਲਾਂ ਕਾਲਜਾਂ ਚ ਕਲੱਬਾਂ ਚ ਥੀਏਟਰਾਂ ਚ ਪਰ ਮੈਂ ਮੇਰੀ ਸੋਚ ਜਿਹੜੀ ਸੀ ਨਾ ਮੈਂ ਤਰਕਸ਼ੀਲ ਵਿਚਾਰ ਦਾ ਮੇਰਾ ਪ੍ਰੋਗਰਾਮ ਹੁੰਦਾ ਸੀ। ਠੀਕ ਹੈ ਮੈਂ ਲੋਕਾਂ ਨੂੰ ਇਹੀ ਕਹਿੰਦਾ ਸੀ ਵੀ ਮੈਜਿਕ ਇਟ ਇਜ਼ ਨਾਟ ਜੰਤਰ ਮੰਤਰ, ਇਟ ਇਜ਼ ਓਨਲੀ ਆਰਟ। ਠੀਕ ਹੈ ਜੀ ਕੋਈ ਜੰਤਰ ਮੰਤਰ ਨਹੀਂ ਹੈ, ਇਹ ਕਲਾ ਹੀ ਹੈ। ਹਾਂਜੀ ਮੈਂ ਤਰਕਸ਼ੀਲ ਸੁਸਾਇਟੀ ਦੇ ਵੀ ਪ੍ਰੋਗਰਾਮ ਕਰਦਾ ਰਹਿੰਦਾ ਸੀ ਤਾਂ ਫਿਰ ਮੈਂ ਇੱਕ ਦੋ ਆਈਟਮਾਂ ਜਿਹੜੀਆਂ ਓਪਨ ਕਰ ਦਿੰਦਾ ਸੀ ਪਹਿਲਾਂ ਉਹਨਾਂ ਨੂੰ ਤੇ ਹਾਂਜੀ ਮਤਲਬ ਮੈਂ ਪਾਰਦਰਸ਼ੀ ਕਰਕੇ ਦਿਖਾ ਦਿੰਦਾ ਸੀ। ਮੈਂ ਕਿਸੇ ਵਹਿਮਾਂ ਭਰਮਾਂ ਚੋਂ ਲੋਕਾਂ ਨੂੰ ਕੱਢਦਾ ਸੀ, ਨਾ ਕਿ ਮੈਂ ਕਿਸੇ ਨੂੰ ਕਹਿੰਦਾ ਜਾਦੂ ਕਮਾਈ ਨਹੀਂ ਕਰਦੇ ਸੀ, ਜਾਦੂ ਲੋਕਾਂ ਨੂੰ ਉਹਦੀ ਕਲਾ ਦੱਸਦੇ ਸੀ। ਕਲਾ ਦੱਸ ਕੇ ਮੈਂ ਸਕੂਲਾਂ ਦੇ ਵਿੱਚ ਜਾਣਾ ਤੇ ਟੀਚਰ ਵੀ ਇੰਨੇ ਖੁਸ਼ ਹੁੰਦੇ, ਬੱਚਿਆਂ ਨੂੰ ਬਹੁਤ ਵਧੀਆ ਗੱਲਾਂ ਦੱਸ ਕੇ ਆਉਣੀਆਂ, ਟੀਚਰਾਂ ਪ੍ਰਤੀ ਪਿਆਰ ਬਣਾਉਣਾ ਤੇ ਉਹਨਾਂ ਨੂੰ ਵਹਿਮਾਂ ਭਰਮਾਂ ਚੋਂ ਕੱਢਣਾ ਵੀ ਇਹ ਕੁਝ ਨਹੀਂ ਹੁੰਦਾ, ਅੰਧ ਵਿਸ਼ਵਾਸਾਂ 'ਚ ਨਾ ਪਾਓ ਜਾਂ ਕਿਸੇ ਜਾਦੂਗਰ ਦੇ ਕੋਲੇ। ਜਾਦੂਗਰ ਕਲਾ ਇੱਕ ਸਿਰਫ ਪ੍ਰੈਕਟਿਸ ਹੁੰਦੀ ਹੈ ਜੀ, ਕੋਈ ਐਸਾ ਜੰਤਰ ਮੰਤਰ ਨਹੀਂ ਹੈਗਾ ਵੀ ਜਿਹੜੇ ਨਾਲ ਪੈਸੇ ਇਕੱਠੇ ਕੀਤੇ ਆ, ਜੋ ਮੰਤਰ ਕੋਈ ਮਾਰ ਦੀ ਤੇ ਨੋਟ ਬਣ ਜਾਣਗੇ, ਕੋਈ ਨਹੀਂ ਇਸ ਤਰ੍ਹਾਂ ਦਾ ਹੋ ਸਕਦਾ। ਠੀਕ ਹੈ ਜਾਦੂਗਰ ਦੇ ਕੋਲੇ ਕੋਈ ਅਜਿਹੀ ਸ਼ਕਤੀ ਨਹੀਂ ਹੁੰਦੀ ਕਿ ਕੋਈ ਵਹਿਮ ਭਰਮ 'ਚ ਇਸ ਤਰ੍ਹਾਂ ਦਾ ਨਾ ਪਵੇ ਕਿਸੇ ਵੀ ਮੰਤਰ ਦੇ ਨਾਲ ਆਪਾਂ ਕੋਈ ਚੀਜ਼ ਪੈਦਾ ਕਰ ਦਿਆਂਗੇ। ਮੇਰੀ ਮੁੱਠੀ ਦੇ ਵਿੱਚ ਇੱਕ ਨੋਟ ਹੈ, ਕੋਈ ਵੀ ਉਹਦਾ ਨੰਬਰ ਨਹੀਂ ਦੱਸ ਸਕਦਾ। ਠੀਕ ਹੈ ਜੀ ਸਹੀ ਹੈ ਜੀ। ਜਾਂ ਕੋਈ ਜਾਦੂਗਰ ਦੇ ਕੋਲੇ ਕੋਈ ਅਜਿਹੀ ਚੀਜ਼ ਨਹੀਂ ਵੀ ਆਪਾਂ ਉਂਗਲ ਵੱਢ ਦਈਏ ਤੇ ਦੁਬਾਰਾ ਜੁੜ ਸਹੀ ਹੈ। ਤੇ ਮੈਨੂੰ 2-300 ਰੁਪਇਆ ਵੀ ਉਹਨਾਂ ਨੇ ਦੇਤਾ ਹੁਣ ਮੈਂ ਉਹਨਾਂ ਨੂੰ ਤਾਂ ਕਹਿ ਕੇ ਮੈਂ ਪੰਜਾਬ ਜਾਣਾ ਤੇ ਘਰ ਆਉਣਾ ਤੇ ਮੈਂ ਉਹ ਧਰਮਸ਼ਾਲਾ ਦੇ ਵਿੱਚ ਟਰੱਕ ਦੇ ਉੱਤੇ ਦੇ ਮਾਮਾ ਜੀ ਦੇ ਉਸਤਾਦ ਦੇ ਨਾਲ ਠੀਕ ਹੈ ਪਾਣੀਪਤ ਨੂੰ ਨਿਕਲ ਗਏ। ਠੀਕ ਹੈ ਜਾਨੀ ਕਿ ਕੰਮ ਛੱਡ ਕੇ ਝੂਠ ਬੋਲ ਕੇ ਉੱਥੋਂ ਨਿਕਲਣਾ ਪਿਆ। ਹਾਂ ਉੱਥੋਂ ਮੇਰੇ ਮਾਮਾ ਜੀ ਨੇ ਤਾਂ ਸੋਨੇ ਚੰਦੇ ਦੇ ਕੰਮ ਤੇ ਲਾਇਆ ਸੀ ਵੀ ਸੋਨੇ ਚੰਦੇ ਕੰਮ ਸਿੱਖੇ, ਪਰ ਮੇਰੇ ਦਿਮਾਗ ਤੇ ਹੋ ਗਿਆ ਵੀ ਮੈਂ ਕੋਈ ਕਲਾ ਹੈ ਜੀ ਸਿੱਖਣੀ ਹੈ, ਮੈਂ ਕੁਝ ਨਾ ਕੁਝ ਨਾ ਵੀ ਆਪਣਾ ਨਾਮ ਬਣਾਉਣਾ ਵੱਖਰਾ ਜਿਹਾ ਤੇ ਹਰ ਟਾਈਮ ਸਿੱਖਣ ਦੀ ਰਹਿੰਦੀ ਸੀ ਵੀ ਕੁਝ ਨਵਾਂ ਸਿੱਖਣਾ ਕੁਝ ਨਵਾਂ ਸਿੱਖਣਾ। ਤੇ ਪਾਣੀਪਤ ਜਾ ਵੜੇ ਫਿਰ ਉੱਥੇ ਉਸਤਾਦ ਜੀ ਕੋਲੇ ਰਹੇ, ਉੱਥੇ ਮੇਰੇ ਉਸਤਾਦ ਜੀ ਦੇ ਮੈਂ ਕੱਪੜੇ ਵੀ ਧੋਣੇ, ਖਾਣਾ ਖੁਣਾ ਵੀ ਮੈਂ ਬਣਾਉਂਦਾ ਸੀ। ਉਦੋਂ ਉਸ ਟਾਈਮ ਉਹ ਸਕੂਲਾਂ ਦੇ ਵਿੱਚ ਪ੍ਰੋਗਰਾਮ ਕਰਦੇ ਹੁੰਦੇ ਸੀ, ਉੱਥੇ ਉਹਨਾਂ ਨੇ ਰੈੱਡ ਕਰਾਸ ਵੱਲੋਂ ਪਰਮਿਸ਼ਨ ਲਈ ਹੋਈ ਸੀ ਤੇ ਸਾਰੇ ਸਕੂਲਾਂ 'ਚ ਮੈਜਿਕ ਸ਼ੋ ਹੋਣੇ। ਤੇ ਮੈਂ ਮੇਰੇ ਉਸਤਾਦ ਦੇ ਨਾਲ ਜਾਣਾ, ਉਹ ਕਿੱਟ ਲੈ ਕਰਕੇ ਤਿਆਰ ਕਰਕੇ ਤੇ ਮੈਂ ਸਾਰੀ ਸਟੇਜ ਲਾ ਦੇਣੀ, ਉਹਨਾਂ ਨੇ ਸ਼ੋਅ ਦਿਖਾ ਦੇਣਾ। ਇੱਕ ਦਿਨ ਕੀ ਹੋਇਆ ਉੱਥੇ ਨਾ, ਅਜੇ ਮੈਨੂੰ ਮਹੀਨਾ ਕੀ ਹੋਇਆ ਸੀ ਗਏ ਨੂੰ, ਤੇ ਮੇਰੇ ਉਸਤਾਦ ਜੀ ਥਰਮਲ ਪਲਾਂਟ 'ਚ ਜਈ ਵੀ ਲੱਗੇ ਹੋਏ ਸੀਗੇ ਬਿਜਲੀ ਮਹਿਕਮੇ ਦੇ ਵਿੱਚ। ਠੀਕ ਹੈ ਪਾਣੀਪਤ ਉਹਨਾਂ ਦੀ ਡਿਊਟੀ ਹੁੰਦੀ ਸੀ। ਉਹਨਾਂ ਨੂੰ ਡਿਊਟੀ ਦੇ ਸਿਲਸਿਲੇ ਦੇ ਵਿੱਚ ਉਹਨਾਂ ਨੂੰ ਫਰੀਦਾਬਾਦ ਜਾਣਾ ਸੀ, ਫਰੀਦਾਬਾਦ ਥਰਮਲ ਪਲਾਂਟ 'ਚ ਉਹਨਾਂ ਦਾ ਕੋਈ ਕੰਮ ਸੀ। ਤੇ ਮੈਨੂੰ ਉਹਨਾਂ ਨੇ ਕਹਿੰਦੇ ਵੀ ਗੁਰਪ੍ਰੀਤ ਹਾਊਸਿੰਗ बोर्ड कॉलोनी में वो स्कूल है, वो स्कूल का प्रोग्राम ना तुमने पोस्टपोन करे आना। ओके मैं कहा ठीक है उस्ताद जी मैं कर आऊँगा। मैं पोस्टपोन की जो मैंने अज शाम को उस्ताद जी ने कहा मेरे मन चाहिए यार मैं क्यों ना शो कर आवा, उस्ताद जी तो उत्थे चले ते आइटमां ही हैगियां ते तां आपां ऐ खोलांगे ते बंद करांगे ते करके कर देंगे। मैंने जी रात को मैं रोटी बनाਉਂਦਾ शाम ਨੂੰ ਤੇ ਮੈਂ ਪਿਕਚਰ ਬਣਾ ਲਈ ਆਪਣੇ ਮਾਈਂਡ 'ਚ ਵੀ ਅਗਲੇ ਕਿਵੇਂ ਕਰਨਾ ਅਗਲੇ ਦਿਨ ਮੈਂ ਸ਼ੋਅ ਮੈਂ ਦਿਖਾ ਕੇ ਆਣਾ ਤੇ ਉਸਤਾਦ ਜੀ ਨੇ ਜੇ ਮੈਂ ਉਹਨਾਂ ਨੂੰ ਪੁੱਛਦਾ ਤਾਂ ਉਹਨਾਂ ਨੇ ਜਾਣ ਨਹੀਂ ਦੇਣਾ ਤੇ ਮੈਂ ਬਿਨਾਂ ਪੁੱਛੇ ਹੀ ਇਹ ਕਰਕੇ ਆਉਣਾ। ਅੱਛਾ ਚਲੇ ਗਏ ਅਗਲੇ ਦਿਨ ਫਿਰ? ਹਾਂਜੀ
ਮੈਂ ਅਗਲੇ ਦਿਨ ਉਸਤਾਦ ਜੀ ਨੂੰ ਸਕੂਟਰ ਦੇ ਉੱਤੇ, ਪ੍ਰਿਆ ਸਕੂਟਰ ਸੀ ਉਹਨਾਂ ਦੇ ਕੋਲੇ ਨੀਲੇ ਰੰਗ ਦਾ, ਤੇ ਮੈਂ ਉਹਦੇ ਤੇ ਚੜਾਇਆ ਉਹਨਾਂ ਨੂੰ ਬੱਸ ਸਟੈਂਡ ਪਾਣੀਪਤ ਤੋਂ ਫਰੀਦਾਬਾਦ ਨੂੰ। ਆਂਦੇ ਸਾਰ ਮੈਂ ਕਿੱਟ ਰੱਖੀ ਵਿਚਾਲੇ ਸਕੂਟਰ ਦੇ, ਤੇ ਉਹ ਸਕੂਲ 'ਚ ਚਲਿਆ ਗਿਆ। ਸਕੂਲ ਦੇ ਵਿੱਚ ਜਾ ਕੇ ਤੇ ਉਹ ਮੈਡਮ ਪ੍ਰਿੰਸੀਪਲ, ਪ੍ਰਾਈਵੇਟ ਸਕੂਲ ਸੀਗਾ, ਤੇ ਮੈਂ ਕਿਹਾ ਜੀ आज आपके स्कूल में मैजिक शो है? कहती हाँ जी मैजिक शो है। कहती आगे जादूगर साहब? मैं कहा जी मैं आ गया हूँ, मैंने दिखाना। आप दिखाओगे? कहती प्रोग्राम। मेरे को दाढ़ी नहीं, मोछ नहीं, आप दिखाओगे प्रोग्राम? मैं कहा हाँ जी मैं दिखाऊंगा। आप कर लेते हैं मैजिक शो? मैं कहा हाँ जी मैं करूँगा, आप देख लेना, आपको कोई गलत लगे तो आप बता देना। ठीक है। कहती अच्छा फिर क्या क्या चाहिए आपको? ਤੇ ਮੈਂ ਡੇਲੀ ਉਹ ਮੰਗਾਉਂਦਾ ਹੀ ਸੀ ਸਮਾਨ, ਜਦੋਂ ਉਸਤਾਦ ਜੀ ਨੇ ਪ੍ਰੋਗਰਾਮ ਕਰਨਾ ਹੁੰਦਾ ਸੀ। ਮੈਂ ਉਹਦੀ ਜਿਹੜੀਆਂ ਮੇਰੇ ਸਾਡੇ ਜ਼ਰੂਰਤ ਹੁੰਦੀ ਸੀ, ਜਿਵੇਂ ਇੱਕ ਟੇਬਲ ਚਾਹੀਦਾ ਹੁੰਦਾ ਸੀ ਸਾਨੂੰ, ਇੱਕ ਪਾਣੀ ਦੀ ਬਾਲਟੀ ਜਾਂ 100-150 ਗ੍ਰਾਮ ਦੁੱਧ ਚਾਹੀਦਾ ਹੁੰਦਾ ਸੀ, ਤੇ ਅਸੀਂ ਉਹ ਸਮਾਨ ਮੰਗਾ ਕੇ ਤੇ ਮੈਂ ਉਹ ਟੇਬਲ ਆਪਦੀ ਜਚਾ ਲਿਆ ਆਪਣਾ, ਮੈਂ ਆਪਦਾ ਟੇਬਲ ਜਚਾ ਲਿਆ, ਆਈਟਮਾਂ ਵੀ ਰੱਖ ਲਈਆਂ ਆਪਦੀਆਂ। ਤੇ ਨਾਲ ਵਾਲੇ ਕਮਰੇ ਦੇ ਵਿੱਚ ਮੈਂ ਮੈਜੀਸ਼ੀਅਨ ਵਾਲਾ ਗਾਉਨ ਤੇ ਮੇਰੇ ਉਸਤਾਦ ਦੀ ਜਿਹੜੀ ਹੈਟ ਸੀਗੀ, ਠੀਕ ਹੈ ਜੀ, ਉਹ ਮੈਂ ਨਾਲ ਵਾਲੇ ਕਮਰੇ 'ਚ ਰੱਖਤੀ। ਠੀਕ ਹੈ। ਮੈਡਮ ਜੀ ਨੂੰ ਕਿਹਾ, ਮੈਂ ਕਿਹਾ ਜੀ ਬੱਚੇ ਬਹਾ ਦਿਓ ਸਾਰੇ, ਠੀਕ ਹੈ, ਸ਼ੁਰੂ ਕਰੀਏ ਜਾ। ਤੇ ਟੀਚਰਾਂ ਦੀਆਂ ਕੁਰਸੀਆਂ ਮੈਂ ਕਿਹਾ ਮਗਰ ਲਗਾ ਦਿਓ ਬੱਚਿਆਂ ਦੇ। ਠੀਕ ਹੈ ਜੀ। ਉਹ ਬੱਚੇ ਸਾਰੇ 250-300 ਬੱਚਾ ਸੀਗਾ ਉਹ, ਉਹ ਆ ਕੇ ਸਾਰੇ ਬੈਠ ਗਏ, ਮੈਡਮਾਂ ਬੈਠ ਗਈਆਂ। ਉਹ ਜਿਵੇਂ ਮੇਰੇ ਉਸਤਾਦ ਜੀ ਡਾਇਲੋਗ ਬੋਲਦੇ ਸੀ ਤੇ ਮੇਰੇ ਉਹ ਡਾਇਲੋਗ ਰੱਟੇ ਹੋਏ ਸੀਗੇ। ਹਾਂਜੀ, ਉਹ ਆਮ ਹੀ ਦੇਖਦੇ ਹੈਗੇ। ਇਹ ਸਭ ਡਰਾਮਾ ਹੁੰਦਾ, ਕੱਟ ਕੇ ਵੱਢ ਕੇ ਜੋੜ ਦੇਣਾ, ਇੱਕ ਉਹਨਾਂ ਦੀ ਕਲਾ ਹੀ ਆ। ਹਾਂ, ਇਹ ਉਹਨਾਂ ਦੀ ਕਲਾ ਹੁੰਦੀ ਹੈ, ਬਸ ਉਹ ਵਿੱਚ ਸਾਰਾ ਸਿਸਟਮ ਬਣਿਆ। ਅੱਛਾ, ਕਿੰਨੇ ਕੁ ਸਾਲ ਫਿਰ ਉਹ ਕੰਮ ਕੀਤਾ ਸੀ? ਮੈਂ ਕਰੀਬ 8-9 ਸਾਲ ਤੋਂ ਮੈਂ ਮੈਜਿਕ ਸ਼ੋ ਕੀਤੀ ਹੈ। ਅੱਛਾ, ਸ਼ੋ ਕਰਦਾ ਰਿਹਾ, ਨਾਲ ਨਾਲ ਮੈਂ ਸੋਨੇ ਚਾਂਦੀ ਦਾ ਕੰਮ ਆਪਣੇ ਭਰਾਵਾਂ ਨੂੰ ਸਿਖਾਉਂਦਾ ਰਹਿੰਦਾ ਸੀ, ਦੁਕਾਨਾਂ ਪਵਾਈਆਂ ਹੁੰਦੀਆਂ। ਠੀਕ ਹੈ ਜੀ। ਦਿਆਲਪੁਰੀ ਮਿਰਜੇ ਕੀ ਪਹਿਲੇ ਦੁਕਾਨ ਬਣਾਈ ਛੋਟੇ ਬ੍ਰਦਰ ਦੀ। ਠੀਕ ਹੈ ਜੀ। ਫਿਰ ਉਸ ਤੋਂ ਜਿਹੜਾ ਛੋਟਾ ਸੀ ਉਹਦੀ ਭਗਤ ਦੀ ਦੁਕਾਨ, ਉਹ ਮਕੈਨਿਕ ਸੀ, ਸਕੂਟਰ ਮਕੈਨਿਕ ਸੀਗਾ। ਠੀਕ ਹੈ ਜੀ। ਉਹਦੀ ਦੁਕਾਨ ਬਣਾਈ। ਫਿਰ ਉਸ ਤੋਂ ਛੋਟਾ ਸੀਗਾ ਧਰਮਿੰਦਰ, ਉਹਦੀ ਦੁਕਾਨ ਕਲਿਆਣ ਸੁੱਖੀ ਬਣਾਈ। ਠੀਕ ਹੈ। ਤੇ ਤਿੰਨੇ ਭਰਾਵਾਂ ਨੂੰ ਅਸੀਂ 4 ਬ੍ਰਦਰ ਸੀਗੇ, ਤੇ ਮੈਂ ਵੱਡਾ ਸੀਗਾ। ਠੀਕ ਹੈ। ਤੇ ਮੈਂ ਉਹਨਾਂ ਨੂੰ ਪਿਆਰ ਕਰਦਾ ਸੀ, ਉਹ ਵੀ ਮੈਨੂੰ ਬਹੁਤ ਪਿਆਰ ਕਰਦੇ ਸੀ। ਵੀ ਸਾਡਾ ਜਿਹੜਾ ਵੱਡੇ ਭਰਾ ਨੇ, ਭਰਾਵਾਂ ਦਾ ਅਕਸਰ ਹੀ ਪਿਆਰ ਹੁੰਦਾ। ਹਾਂ, ਪਿਆਰ ਸੀ। ਜੇ ਕੋਈ ਵੀ ਗੱਲ ਹੁੰਦੀ ਸੀ ਤਾਂ ਅਸੀਂ ਚਾਰੇ ਭਰਾ ਇਕੱਠੇ ਹੋ ਜਾਂਦੇ ਸੀ, ਤੇ ਇੱਕ ਗੱਲ ਹੁੰਦੀ ਸੀ, ਇੱਕ ਦੂਜੇ ਦਾ ਵਿਸ਼ਵਾਸ ਪੱਤਰ ਸੀ। ਪਰ ਰੱਬ ਦੀ ਜਿਵੇਂ ਮਰਜ਼ੀ ਹੈ, ਹੁਣ 4 ਦੇ ਵਿੱਚੋਂ ਮੈਂ ਇਕੱਲਾ ਹੀ ਹਾਂ। ਹਾਂਜੀ, ਤੁਹਾਡੇ 3 ਭਰਾਵਾਂ ਦਾ ਜਿਹੜਾ ਤੁਹਾਨੂੰ ਵਿਛੋੜਾ ਝੱਲਣਾ ਪਿਆ। ਹਾਂ, 3 ਭਰਾ ਮੇਰੇ ਗੁਜ਼ਰ ਗਏ, ਨਹੀਂ ਰਹੇ ਇਸ ਦੁਨੀਆ। ਹਾਂ, ਇਸ ਦੁਨੀਆ ਤੇ ਨਹੀਂ ਰਹੇ। ਮੇਰੇ ਮੰਮੀ ਡੈਡੀ ਹੈਗੇ ਨੇ, ਉਹ ਹੁਣ ਬ੍ਰਦਰ ਦੀ ਕਲਿਆਣ ਸੁੱਖੇ ਦੁਕਾਨ ਸੀ ਸੋਨੇ ਚਾਂਦੀ ਦੀ, ਭਾਂਡਿਆਂ ਦੀ, ਤੇ ਉਹ ਹੁਣ ਡੈਡੀ ਉੱਥੇ ਰਹਿੰਦੇ ਆ। ਮੇਰਾ ਮਨ ਬਹੁਤ ਦੁਖੀ ਹੁੰਦਾ ਵੀ ਤੁਸੀਂ ਪਾਪਾ ਜੀ ਇੱਥੇ ਮੇਰੇ ਕੋਲੇ ਆ ਜਾਓ। ਆਂਦੇ ਬੇਟਾ ਆਪਣਾ ਦੁਕਾਨਾਂ ਕਿਸੇ ਪਾਸੇ ਲੱਗਣ, ਤੂੰ ਇਹਨਾਂ ਨੂੰ ਸੰਭਾਲ, ਇਹਨਾਂ ਨੂੰ ਵੇਚ ਵਟ, ਹੁਣ ਤੇਰੀ, ਤੂੰ ਸਾਡਾ ਹੈਗਾ। ਸਹੀ। ਹੁਣ ਉੱਥੇ ਘਰ ਹੈ, ਛੋਟੇ ਭਰਾ ਨੇ ਘਰ ਬਣਾਇਆ ਸੀ, ਉਹਦੀ ਮੈਰਿਜ ਨਹੀਂ ਹੋਈ ਸੀ, ਅਨਮੈਰਿਡ ਹੀ ਸੀ। ਠੀਕ ਹੈ ਜੀ। ਹੁਣ ਮੰਮੀ ਹੋਰੀ ਉਸ ਘਰ ਨਾਲ ਪਿਆਰ ਕਰਦੇ ਵੀ ਅਸੀਂ ਬੇਟੇ ਨੂੰ ਬਣਾ ਕੇ ਦਿੱਤਾ ਸੀਗਾ। ਹਾਂਜੀ ਹਾਂਜੀ, ਉਹ ਉੱਥੇ ਇਸੇ ਕਰਕੇ ਰਹਿ ਰਹੇ ਹੈਗੇ ਆ। ਤੇ ਪਰ ਮੈਂ ਉਹਨਾਂ ਨੂੰ ਲੈ ਆਊਂਗਾ ਜਲਦੀ, ਕੋਈ ਮਕਾਨ ਦਾ ਉਹਨਾਂ ਨੂੰ ਕਿਹਾ ਵੀ ਇਹਨੂੰ ਵੇਚ ਕੇ ਤੇ ਤੁਹਾਨੂੰ ਸ੍ਰੀ ਮੁਕਤਸਰ ਸਾਹਿਬ ਵੀ ਮੈਂ ਲੈ ਦਿੰਦਾ। ਤੁਹਾਡੀ ਰੈਸਟ ਇੱਥੇ ਆਸ਼ਰਮ ਦੇ ਵਿੱਚ? ਮੈਂ ਆਸ਼ਰਮ 'ਚ ਰਹਿੰਦਾ। ਉਹਨਾਂ ਨੂੰ ਵੀ ਕਿਹਾ, ਪਰ ਉਹ ਕਹਿੰਦੇ ਵੀ ਨਹੀਂ, ਅਸੀਂ ਵੱਖਰਾ, ਪਾਪਾ ਜੀ ਜਿਹੜੇ ਹੈਗੇ ਆਰਮੀ 'ਚ ਰਹੇ ਹੈ, ਤੇ ਉਹ ਕਹਿੰਦੇ ਵੀ ਬੇਟਾ ਠੀਕ ਹੈ, ਮੈਂ ਤੇਰੇ ਕੋਲ ਆਉਂਦਾ ਜਾਂਦੇ, ਮੇਰੇ ਕੋਲ ਰਹਿ ਕੇ ਵੀ ਜਾਂਦੇ ਆ। ਠੀਕ ਹੈ। ਹਾਂਜੀ। ਪਰ ਉਹਨਾਂ ਨੂੰ ਮੈਂ ਫਿਰ ਆਪਣਾ ਬੇਟਾ ਦਿੱਤਾ ਹੈਗਾ, ਵੱਡਾ ਬੇਟਾ, ਜਿਹੜਾ ਹੁਣ ਮੈਂ ਉਹਨਾਂ ਦੀ ਇੰਨੀ ਸੇਵਾ ਨਹੀਂ ਕਰ ਪਾਉਂਦਾ। ਤੇ ਮੇਰੇ 2 ਬੇਟੇ ਸੀ, ਉਹਨਾਂ ਦੇ ਇੱਕ ਵੱਡਾ ਬੇਟਾ ਮੈਂ ਡੈਡੀ ਮੰਮੀ ਉਹਨਾਂ ਦੀ ਸੇਵਾ ਵਾਸਤੇ ਉਹਨਾਂ ਨੂੰ ਦੇਤਾ ਵੀ ਤੁਸੀਂ ਇਹ ਤੁਹਾਡਾ ਹੀ ਹੈ। ਸ਼ਾਦੀ ਕੱਲ ਨੂੰ ਆਪਾਂ ਕਰਦੇ ਹਾਂ ਤੇ ਉਹਦੀ ਬਹੂ ਜਿਹੜੀ ਹੈ ਉਹ ਉੱਥੇ ਰਹੂਗੀ। ਸਹੀ ਹੈ। ਛੋਟਾ ਬੇਟਾ ਮੇਰੇ ਕੋਲ ਹੈ, ਜਿਹੜਾ ਮੇਰਾ ਨਾਲ ਹੱਥ ਵਟਾਉਂਦਾ, ਲੰਗਰ ਵਰਤਾਉਣ ਵੀ ਜਾਂਦਾ ਗੱਡੀਆਂ ਤੇ, ਨਾਲ ਬਣਾਉਣ 'ਚ ਵੀ ਮੇਰੀ ਮਦਦ ਕਰਦੇ ਆ। ਮਿਸਿਜ਼ ਵੀ ਨਾਲ ਹੱਥ ਵਟਾਉਂਦੇ। ਜਦੋਂ ਮੈਂ ਗੰਗਾ ਨਗਰ ਜਾਂਦਾ ਤੇ ਪਿੱਛੋਂ ਸਾਰੇ ਸਿਲੰਡਰ ਭਰਾਉਣੇ, ਬੰਦਿਆਂ ਨੂੰ ਸੇਵਾ ਦੇਣੀ, ਜਾਂ ਲੰਗਰ ਤਿਆਰ ਕਰਵਾ ਕੇ ਟਾਈਮ ਤੇ ਪੂਰਾ ਪਰਿਵਾਰ ਸਾਥ ਦੇਈ ਜਾਂਦਾ, ਤਾਂ ਹੀ ਇਹ ਜਿਹੜਾ ਕੰਮ ਹੈ ਚੱਲ ਰਿਹਾ ਹੈ। ਇਹ ਸੇਵਾ ਸਾਰੇ ਪਰਿਵਾਰ ਦੀ ਸ਼ਰਧਾ ਨਾਲ ਹੀ ਚੱਲ ਰਹੀ ਤੇ ਲੋਕਾਂ ਦੇ ਸਹਿਯੋਗ ਨਾਲ ਹੀ ਚੱਲ ਰਹੀ ਹੈ। ਲੋਕਾਂ ਦੇ ਸਹਿਯੋਗ ਨਾਲ, ਤਾਂ ਮੁਸਲਿਮ ਮੁਕਤਸਰ ਸਾਹਿਬ ਦੀ ਸੰਗਤ ਦੇ, ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ। ਕੀ ਸੰਗਤਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਬਾਬਾ ਜੀ ਸਾਡੇ ਮਾਧਿਅਮ ਰਾਹੀਂ? ਮੈਂ ਸੰਗਤਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਵੀ ਇਹ ਜੀਵਨ ਬਾਰ-ਬਾਰ ਨਹੀਂ ਮਿਲਣਾਗਾ। ਇਸ ਜੀਵਨ ਨੂੰ ਤੁਸੀਂ ਚੰਗਾ ਕੰਮ ਕਰਕੇ ਤੇ ਆਪਣੇ ਮਾਤਾ ਪਿਤਾ ਦਾ ਨਾਮ ਉੱਚਾ ਕਰੋ, ਆਪਣੇ ਦੇਸ਼ ਦਾ ਨਾਮ ਉੱਚਾ ਕਰੋ। ਕਈ ਲੋਕ ਐਵੇਂ ਚੰਦ ਪੈਸੇ ਇਕੱਠੇ ਕਰਨ ਤੇ ਜੀਵਨ ਬਰਬਾਦ ਕਰ ਦਿੰਦੇ। ਤੁਸੀਂ ਭਾਵੇਂ ਕਰੋੜਾਂਪਤੀ ਹੋ, ਜਦੋਂ ਵਾਰੀ ਪੈ ਗਈ ਉਦੋਂ ਸਭ ਤੁਹਾਡਾ ਉਹ ਮਿੱਟੀ, ਸਭ ਨੇ ਚਲੇ ਜਾਣਾ, ਕਿਸੇ ਨੇ ਚਲੇ ਜਾਣਾ ਹੈਗਾ। ਤੇ ਆਪਣੇ ਮਾਤਾ ਪਿਤਾ ਦੀ ਸੇਵਾ ਕਰੋ, ਆਪਣੇ ਪਰਿਵਾਰ ਨੂੰ ਸੰਭਾਲੋ, ਤੇ ਕੋਈ ਅੱਛਾ ਕੰਮ ਕਰਕੇ ਜਾਓ, ਜਿਹੜੀ ਆਉਣ ਵਾਲੀ ਜਨਰੇਸ਼ਨ ਨੂੰ ਫਾਇਦਾ ਹੋਵੇ। ਇਹ ਸਨ ਸਾਡੇ ਨਾਲ ਗੁਰਪ੍ਰੀਤ ਸਿੰਘ ਜੀ ਸੋਨੀ ਬਾਬਾ ਜੀ, ਜਿਹੜੇ ਪਿਛਲੇ ਲੰਬੇ ਸਮੇਂ ਤੋਂ ਲੰਗਰ ਦੀ ਸੇਵਾ ਹਸਪਤਾਲਾਂ ਦੇ ਵਿੱਚ ਬੜੀ ਸ਼ਰਧਾ ਦੇ ਨਾਲ ਨਿਭਾ ਰਹੇ ਆ। ਇਹਨਾਂ ਨੇ ਆਪਣੇ ਪਿਛੋਕੜ ਬਾਰੇ ਅੱਜ ਦਰਸ਼ਕਾਂ ਨੂੰ ਕਾਫੀ ਕੁਝ ਦੱਸਿਆ, ਤੇ ਉਮੀਦ ਕਰਦੇ ਆ ਸੰਗਤਾਂ ਵੱਧ ਤੋਂ ਵੱਧ ਇਹਨਾਂ ਦਾ ਇਸੇ ਤਰ੍ਹਾਂ ਸਹਿਯੋਗ ਦਿੰਦੀਆਂ ਰਹਿਣ, ਤੇ ਬਾਬਾ ਜੀ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰਦੇ ਰਹਿਣ। ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ, ਮੇਰੇ ਨਾਲ ਜਰਨੈਲ ਸਿੰਘ। ਇੱਥੇ ਲੰਗਰ ਦੀ ਸੇਵਾ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਤੁਸੀਂ ਚਲਾ ਰਹੇ ਹੋ, ਉਸ ਦੇ ਨਾਲ ਤੁਸੀਂ ਹੋਰ ਵੀ ਅਨੇਕਾਂ ਜਿਹੜੇ ਕਾਜ ਆਰੰਭੇ ਹੋਏ ਆ, ਜਿਹੜੇ ਲੋਕ ਭਲਾਈ ਦੇ ਕੰਮ ਕਰ ਰਹੇ ਆ, ਸਾਡੇ ਦਰਸ਼ਕਾਂ ਨੂੰ ਉਹ ਵੀ ਜ਼ਰੂਰ ਦੱਸੋ, ਤਾਂ ਜੋ ਕਿ ਕੁਝ ਦਰਸ਼ਕ ਹੁੰਦੇ ਆ ਉਹਨਾਂ ਨੇ ਵੀ ਕੋਈ ਨਾ ਕੋਈ ਆਪਣੀ ਜਿਹੜੀ ਸੇਵਾ
ਸੰਗਤਾਂ ਨੇ ਉਹ ਕਰਨੀ ਹੁੰਦੀ ਹੈ, ਕੀ ਕੁਝ ਜਿਹੜੇ ਹੋਰ ਸੇਵਾ ਦੇ ਕਾਰਜ ਨਾਲ ਕਰਦੇ ਆ ਲੰਗਰ ਤੋਂ ਇਲਾਵਾ? ਗੁਰੂ ਪਿਆਰੀ ਸਾਹਿਬ ਸੰਗਤ ਜੀ, ਲੰਗਰ ਦੀ ਸੇਵਾ ਦੇ ਨਾਲ ਨਾਲ ਆਸ਼ਰਮ ਦੇ ਵਿੱਚ ਕੋਈ ਜ਼ਰੂਰਤਮੰਦ ਪਰਿਵਾਰ ਜਿਹੜੇ ਆ ਜਾਂਦੇ, ਜੇ ਕਿਸੇ ਨੇ ਆਪਣੀ ਧੀ ਭੈਣ ਦੀ ਸ਼ਾਦੀ ਦਾ ਉਪਰਾਲਾ ਕਰਨਾ ਹੁੰਦਾ ਹੈ ਤੇ 10 ਉਹਨਾਂ ਪਰਿਵਾਰਾਂ ਨੂੰ ਵੀ ਖੜੇ ਮੱਥੇ ਉਹਨਾਂ ਦੀ ਸੇਵਾ ਨੂੰ ਅਸੀਂ ਕਰਦੇ ਹਾਂ। ਜਿਹੜੀਆਂ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਆਨੰਦ ਕਾਰਜ ਹੁੰਦੇ ਆ, ਸ਼ਾਦੀਆਂ ਹੁੰਦੀਆਂ, ਉਹ ਸਾਲ ਦੇ ਵਿੱਚ ਕੋਈ ਇੱਕ ਪ੍ਰੋਗਰਾਮ ਕਰਦੇ ਹੋ ਕਿ ਕਿਵੇਂ ਬਾਬਾ ਜੀ? ਸਾਲ ਦੇ ਵਿੱਚ ਸਾਡੇ 15 ਅਪ੍ਰੈਲ ਦਾ ਜਿਹੜਾ ਫੰਕਸ਼ਨ ਹੈ ਇੱਥੇ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਹੁੰਦਾ ਹੈ। 29 ਦਸੰਬਰ ਨੂੰ ਮੇਰਾ ਗੁਰੂ ਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਭਾਈ ਕਨ੍ਹਈਆ ਜੀ ਆਸ਼ਰਮ ਹੁੰਦੇ ਆ। ਤੇ ਹੁਣ ਜਦੋਂ ਦਾ ਕਰੋਨਾ ਕਾਲ ਚੱਲਿਆ ਹੈਗਾ ਤਾਂ ਹੁਣ ਅਸੀਂ ਮਹੀਨੇ ਤੋਂ ਹੀ 1-2 ਲੜਕੀਆਂ ਦੀਆਂ ਸ਼ਾਦੀਆਂ ਆਸ਼ਰਮ ਦੇ ਵਿੱਚ ਇੱਥੇ ਕਰਦੇ ਰਹਿੰਦੇ। ਜਦੋਂ ਵੀ ਕੋਈ ਆ ਜਾਂਦਾ ਹੈ ਤੇ ਅਸੀਂ ਕੋਈ ਨਾ ਕੋਈ ਦਿਨ ਵਾਰ ਆਪਣਾ ਦੇਖ ਲੈਂਦੇ, ਉਸ ਦਿਨ ਅਸੀਂ ਫਿਰ ਇੱਥੇ ਬੱਚੀਆਂ ਦੇ ਵਾਸਤੇ ਲੰਗਰ ਪ੍ਰਸ਼ਾਦਾ ਇੱਥੇ ਤਿਆਰ ਕਰਾਉਂਦੇ ਹਾਂ ਤੇ ਆਨੰਦ ਕਾਰਜ ਗੁਰਦੁਆਰਾ ਸਾਹਿਬ ਲੈ ਜਾਂਦੇ ਹਾਂ। ਹੁਣ ਤੱਕ ਕਿੰਨੀਆਂ ਕੁ ਲੜਕੀਆਂ ਦੇ ਜਿਹੜੇ ਆਨੰਦ ਕਾਰਜ ਦੀ ਸੇਵਾ ਬਾਬਾ ਜੀ ਤੁਸੀਂ ਕਰ ਚੁੱਕੇ ਹੋ? ਲਗਭਗ 250 ਤੇ ਪੌਣੇ 300 ਦੇ ਲਗਭਗ ਇੱਥੇ ਬੱਚੀਆਂ ਦੀ ਸ਼ਾਦੀਆਂ ਹੋ ਗਈਆਂ ਤੇ ਕਰੀਬ 500 ਤੋਂ ਵੱਧ ਲੜਕੀਆਂ ਦੀਆਂ ਸ਼ਾਦੀਆਂ ਦਾਸ ਨੇ ਮੇਰੇ ਗੁਰੂ ਸਥਾਨ ਅੰਮ੍ਰਿਤਸਰ ਵਿਖੇ ਉੱਥੇ ਕੀਤੀਆਂ ਤੇ ਇਸ ਤਰ੍ਹਾਂ ਹੁੰਦੇ। ਸੰਗਤਾਂ ਦੀ ਸੇਵਾ ਨਾਲ ਬਾਬਾ ਜੀ ਦੇ ਕਹਿਣ ਮੁਤਾਬਕ 800 ਦੇ ਨੇੜ ਜਿਹੜੀਆਂ ਕੰਨਿਆ ਦਾ ਜਿਹੜੇ ਸਿਰ ਤੇ ਹੱਥ ਰੱਖਿਆ ਇੱਕ ਆਸਰਾ ਹੁੰਦਾ ਜੀ, ਤੁਸੀਂ ਉਹਨਾਂ ਦੇ ਆਸਰਾ ਬਣੇ ਹੋ, ਉਹਨਾਂ ਦੇ ਮਾਤਾ ਪਿਤਾ ਦਾ ਰੋਲ ਅਦਾ ਕੀਤਾ। ਇਹ ਸੇਵਾ ਤੁਹਾਡੀ ਇੱਕ ਬਹੁਤ ਵਧੀਆ ਉਪਰਾਲਾ ਜਿਹੜਾ ਤੁਸੀਂ ਕਰਨ ਲੱਗੇ ਹੋ, ਸੇਵਾ ਤੇ ਲੱਗੇ ਹੋ ਲੰਗਰ ਦੇ ਨਾਲ ਨਾਲ, ਇਹ ਵੀ ਇੱਕ ਅਣਮੁੱਲੀ ਸੇਵਾ। ਤੇ ਸਾਡੇ ਨਾਲ ਬਾਬਾ ਜੀ ਦੇ ਸੇਵਾਦਾਰ ਵੀ ਹੈਗੇ ਆ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਹਾਂਜੀ ਬਾਬਾ ਜੀ। ਨਾਲ ਇੱਥੇ ਸਾਡੇ ਕੋਲ ਸਰਕਾਰੀ ਹਸਪਤਾਲ ਦੇ ਨਾਲ ਹੁਣ ਆਸ਼ਰਮ ਹੋਣ ਕਰਕੇ ਇੱਥੇ ਸਾਡੇ ਬੇਸਹਾਰਾ ਲੋਕ ਵੀ ਆ ਜਾਂਦੇ ਆ, ਜਿਨ੍ਹਾਂ ਨੂੰ ਕੋਈ ਸਾਂਭਣ ਸੰਭਾਲ ਵਾਲਾ ਨਹੀਂ ਹੁੰਦਾਗਾ ਜਾਂ ਬਹੁਤ ਜ਼ਿਆਦਾ ਉਹਨਾਂ ਦੇ ਮਗਰ ਹੀ ਨਹੀਂ ਕੋਈ ਹੁੰਦਾਗਾ। ਅੱਛਾ, ਉਹ ਵੀ ਇੱਥੇ ਰਹਿੰਦੇ ਆ? ਡਾਕਟਰ ਜਿਹੜੇ ਹੈਗੇ ਆ ਉਹਨਾਂ ਨੂੰ 1 ਦਿਨ 2 ਦਿਨ ਉਹਨਾਂ ਨੂੰ ਰੱਖਦੇ ਆ। ਉਸ ਤੋਂ ਬਾਅਦ ਜਦੋਂ ਕਿਸੇ ਦੇ ਨਾਲ ਨਹੀਂ ਹੈਗਾ ਕਿ ਉਹ ਵਿੱਚੇ ਮੰਜੇ ਤੇ ਲੈਟਰਿੰਗ ਪਾਣੀ ਕਰੀ ਜਾਂਦਾ ਤੇ ਉਹ ਫਿਰ ਸਾਨੂੰ ਜਦੋਂ ਕਹਿ ਦਿੰਦੇ ਬਾਬਾ ਜੀ ਦਾ ਕੋਈ ਆਸਰਾ ਹੈ ਨਹੀਂ, ਤੇ ਅਸੀਂ ਫਿਰ ਹਸਪਤਾਲ ਜਾ ਕੇ ਉਹਨਾਂ ਦੀ ਸੇਵਾ ਸੰਭਾਲ ਕਰਦੇ। ਇਸ ਤਰ੍ਹਾਂ ਕਿ ਮੇਰੇ ਕੋਲ ਕਾਫੀ ਬਜ਼ੁਰਗ ਇੱਥੇ ਰਹਿੰਦੇ ਰਹੇ। ਅੱਛਾ। ਤੇ ਜਦੋਂ ਕੋਈ ਜ਼ਿਆਦਾ ਹੁੰਦੇ ਤਾਂ ਫਿਰ ਅਸੀਂ ਉਹਨਾਂ ਨੂੰ ਉੱਥੇ ਅੰਮ੍ਰਿਤਸਰ ਆਪਣੇ ਆਸ਼ਰਮ ਦੇ ਵਿੱਚ ਲੈ ਜਾਂਦੇ। ਤੇ ਇਹ ਪਿਛਲੇ ਦਿਨੀ ਵੀ ਸਾਡੇ ਕੋਲ 2-3 ਬਜ਼ੁਰਗ ਸੀ ਜਿਨ੍ਹਾਂ ਨੂੰ ਮੈਂ ਆਪ ਲੈਟਰਿੰਗ ਚੱਕ ਕੇ ਲਿਜਾਣਾ, ਨਵਾਉਣਾ ਮੰਜੇ ਦੇ ਉੱਤੇ ਹੀ ਕਰ ਦਿੰਦੇ ਸੀ ਤੇ ਸੇਵਾਦਾਰਾਂ ਨੂੰ ਨਾਲ ਲੈ ਕਰਕੇ ਫਿਰ ਉਹਨਾਂ ਦਾ ਇਸ਼ਨਾਨ ਕਰਾਉਣਾ ਕਰਨਾ। ਵਿਚਾਰੇ ਥੋੜ੍ਹਾ ਜਿੰਨਾ ਚਿਰ ਉਹਨਾਂ ਦਾ ਸਵਾਸ ਲਿਖਿਆ ਉਹਨਾਂ ਚਿਰ ਸੇਵਾ ਕਰਾਉਂਦੇ, ਫਿਰ ਬਜ਼ੁਰਗ ਇੱਥੇ ਹੁੰਦੇ। ਤੇ ਇੱਥੇ ਸੰਸਕਾਰ ਵਗੈਰਾ ਸਾਡੇ ਹੈਗਾ, ਨਾਲ ਜਗ੍ਹਾ ਬਣੀ, ਉੱਥੇ ਸੰਸਕਾਰ ਉਹਨਾਂ ਦਾ ਕਰੀਦਾ, ਨਾਲ ਮਹਾਰਾਜ ਜੀ ਦਾ ਉਹਨਾਂ ਦੀ ਅਰਦਾਸ ਬੇਨਤੀ, ਉਹਨਾਂ ਦੇ ਫੁੱਲ ਜਿਹੜੇ ਆ ਨਦੀ ਦੇ ਵਿੱਚ ਪਾ ਕੇ ਆਉਂਦੇ। ਬਹੁਤ ਵਧੀਆ ਉਪਰਾਲੇ ਆ ਜਿਹੜੇ ਬਾਬਾ ਜੀ ਤੁਸੀਂ ਕਰ ਰਹੇ ਹੋ, ਲੋਕਾਂ ਨੂੰ ਸੇਧ ਦੇ ਰਹੇ ਹੋ, ਚੰਗੇ ਕੰਮ ਕਰਨ ਲਈ ਉਹਨਾਂ ਨੂੰ ਪ੍ਰੇਰਿਤ ਕਰ ਰਹੇ ਹੋ। ਨਾਲ ਸ੍ਰੀ ਮੁਕਤਸਰ ਸਾਹਿਬ ਜਦੋਂ ਦਾ ਗੰਦੇ ਸ਼ਹਿਰਾਂ ਦੇ ਵਿੱਚ ਆਇਆ ਤੇ ਦਾਸ ਦੇ ਮਨ 'ਚ ਆਇਆ ਕਿ ਸ੍ਰੀ ਮੁਕਤਸਰ ਸਾਹਿਬ ਨੂੰ ਸੁੰਦਰ ਸ਼ਹਿਰਾਂ ਦੇ ਵਿੱਚ ਲੈ ਕੇ ਆਉਣਾ। ਮੇਰਾ ਪ੍ਰਸ਼ਾਸਨ ਮੇਰਾ ਸਾਥ ਨਹੀਂ ਦੇ ਰਿਹਾ। ਜੇ ਮੇਰਾ ਪ੍ਰਸ਼ਾਸਨ ਸਾਥ ਦੇਵੇ, ਮੈਨੂੰ ਕੋਈ ਮਦਦ, ਕੋਈ ਹੈਲਪਰ ਦੇਣ ਜਾਂ ਵਰਕਰ ਦੇ ਦੇਣ, ਮੈਨੂੰ ਕੋਈ ਮਾਇਆ ਨਹੀਂ ਚਾਹੀਦੀ। ਮੈਂ ਕਹਿੰਦਾ ਮੈਨੂੰ ਕੋਈ ਮਦਦ ਨਾਲ ਜਿਸ ਤਰ੍ਹਾਂ ਦੀ ਵੀ ਉਹ ਕਰ ਸਕਦੇ ਮੇਰੇ ਨਾਲ ਸਾਥ ਦੇਣ ਤੇ ਆਪਾਂ ਸ੍ਰੀ ਮੁਕਤਸਰ ਸਾਹਿਬ ਨੂੰ ਸੁੰਦਰ ਸ਼ਹਿਰਾਂ ਦੇ ਵਿੱਚ ਆਪਾਂ ਲੈ ਕੇ ਆਈਏ। ਅਸੀਂ ਵੀ ਆਪਣੇ ਮਾਧਿਅਮ ਰਾਹੀਂ ਇਹੀ ਪ੍ਰਸ਼ਾਸਨ ਨੂੰ ਵੀ ਅਪੀਲ ਕਰਾਂਗੇ, ਪੰਜਾਬ ਸਰਕਾਰ ਨੂੰ ਵੀ ਅਪੀਲ ਕਰਾਂਗੇ ਵੀ ਇਸ ਤਰ੍ਹਾਂ ਦੇ ਜੋ ਵੀ ਕੋਈ ਸੰਤ ਕਹਿ ਸਕਦੇ ਹਾਂ ਆਪਾਂ ਜਾਂ ਕੋਈ ਸੇਵਕ ਕਹਿ ਸਕਦੇ ਹਾਂ ਜਿਹੜੇ ਅੱਗੇ ਆ ਕੇ ਪੰਜਾਬ ਨੂੰ ਸੁਧਾਰਨ ਦੀ ਗੱਲ ਕਰਦੇ ਹੋਣ, ਆਪਣੇ ਸ਼ਹਿਰ ਨੂੰ ਸੁਧਾਰਨ ਦੀ ਗੱਲ ਕਰਦੇ ਹੋਣ, ਪ੍ਰਸ਼ਾਸਨ ਨੂੰ ਜ਼ਰੂਰ ਉਹਨਾਂ ਦਾ ਸਾਥ ਦੇਣਾ ਚਾਹੀਦਾ। ਹਾਂਜੀ, ਇੱਕ ਸਰਕਾਰ ਵੱਲੋਂ ਜੋ ਗਊਸ਼ਾਲਾ ਬਣੀ ਹੈ ਰੱਤਾ ਟਿੱਬਾ ਦੇ ਵਿੱਚ ਸਾਡੇ ਮੁਕਤਸਰ ਸਾਹਿਬ ਜ਼ਿਲ੍ਹੇ ਦੀ, ਉਸ ਦੀ ਮੈਨੂੰ ਸੰਗਤਾਂ ਨੇ ਬੇਨਤੀ ਕੀਤੀ, ਸ਼ਹਿਰ ਵਾਸੀਆਂ ਨੇ ਵੀ ਬਾਬਾ ਜੀ ਉਹ ਸਰਕਾਰੀ ਬਣੀ ਹੈ ਤੇ ਤੁਸੀਂ ਉੱਧਰ ਕੋਲ ਧਿਆਨ ਦਿਓ ਤੇ ਮੇਰੇ ਉਹਨਾਂ ਨੇ ਪੱਗ ਬੰਨੀ ਵੀ ਤੁਸੀਂ ਉੱਥੇ ਜਾਇਆ ਕਰਨਾ। ਮੈਂ ਜਾਂਦਾ ਸੀ ਉੱਥੇ ਜੋ ਕੰਮ ਹੋਣ ਵਾਲੇ ਸੀ ਛੋਟੇ ਮੋਟੇ ਇੰਨੇ ਵੀ ਤੋਂ ਮੈਂ ਆਪਦੇ ਹੱਥੀਂ ਕਰਾਉਂਦਾ ਸੀ ਉੱਥੇ। ਪਰ ਉਸ ਗਊਸ਼ਾਲਾ ਦੀ ਹਾਲਤ ਜਿਹੜੀ ਹੈਗੀ ਹੈ ਨਾ, ਉੱਥੇ ਦੇਖਣਯੋਗ ਹੈ, ਤਰਸਯੋਗ ਹੈ ਕਿ ਉਹ ਜਿਹੜੀਆਂ ਖੁਰਲੀਆਂ ਹੈਗੀਆਂ ਨੇ ਉਹ ਸਾਰੀਆਂ ਧੁੱਪ ਦੇ ਵਿੱਚ ਹੈਗੀਆਂ ਨੇ, ਮੀਂਹ ਕਣੀ ਸ਼ੈੱਡ ਵਗੈਰਾ ਦੇ ਉੱਤੇ ਤੇ ਸ਼ੈੱਡ ਹੈਗੇ ਨੇ, ਵੱਡੇ ਸ਼ੈੱਡ, ਲੇਕਿਨ ਸ਼ੈੱਡਾਂ ਦੇ ਵਿੱਚ ਖੁਰਲੀਆਂ ਨਹੀਂ ਹੈਗੀਆਂ। ਖੁਰਲੀਆਂ ਜਿਹੜੀਆਂ ਬਾਹਰ ਹੈ, ਮੀਂਹ ਕਣੀ ਆਉਂਦਾ ਹੈ ਤਾਂ ਉਹ ਸਾਰੇ ਪੱਠੇ ਜਿਹੜੇ ਪਾਏ ਹੁੰਦੇ ਉਹ ਖਰਾਬ ਹੋ ਜਾਂਦੇ ਆ। ਗਰਮੀ ਹੁਣ ਇੰਨੀ ਧੁੱਪ ਪੈਣੀ ਹੈ ਤੇ ਬੰਦਾ 10 ਮਿੰਟ ਨਹੀਂ ਉੱਥੇ ਧੁੱਪੇ ਖੜ ਸਕਦਾਗਾ ਤੇ ਉਹ ਵਿਚਾਰੀਆਂ ਉੱਥੇ ਹੀ ਉਹ ਚਾਰਾ ਛਕਦੀਆਂ ਨੇ। ਤੇ ਸੰਗਤਾਂ ਨੂੰ ਮੈਂ, ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਹਾਂ ਵੀ ਜਿਹੜੀ ਸਰਕਾਰੀ ਗਊਸ਼ਾਲਾ ਬਣੀਆਂ ਨੇ ਇਹਨਾਂ ਵੱਲ ਧਿਆਨ ਦਿਓ, ਇਹਨਾਂ ਵੱਲ ਗੌਰ ਵੀ ਇਹਨਾਂ ਵੱਲ ਗੌਰ ਕਰਨ। ਉੱਥੇ ਕਾਫੀ ਕੰਮ ਉੱਥੇ ਗਊਸ਼ਾਲਾ 'ਚ ਹੋਣ ਵਾਲੇ। ਮੈਂ ਸੰਗਤਾਂ ਨੂੰ ਡੀ ਸਾਹਿਬ ਨੂੰ ਵੀ ਬੇਨਤੀ ਕੀਤੀ, ਮੈਂ ਐਪਲੀਕੇਸ਼ਨ ਵੀ ਦੇ ਕੇ ਆਇਆ DC ਦਫ਼ਤਰ ਕਿ ਮੈਂ ਉੱਥੇ ਲੰਗਰ ਚਲਾਉਣਾ ਚਾਹੁੰਦਾ। ਉੱਥੇ ਕੋਈ ਬਾਹਰੋਂ ਬੰਦਾ ਜਾਂਦਾ, ਕੋਈ ਤੂੜੀ ਲੈ ਕੇ ਗਿਆ, ਵਿਚਾਰੇ ਥੱਕੇ ਹੁੰਦੇ, ਉਹਨਾਂ ਨੂੰ ਕੋਈ ਉੱਥੇ ਰੋਟੀ ਨਹੀਂ ਮਿਲਦੀ, ਉੱਥੇ ਕੋਈ ਚਾਹ ਨਹੀਂ ਮਿਲਦੀ, ਉੱਥੇ ਕਿਸੇ ਤਰ੍ਹਾਂ ਦਾ ਕੋਈ ਇੰਤਜ਼ਾਮ ਨਹੀਂ, ਪ੍ਰਸ਼ਾਸਨ ਨਹੀਂ ਹੈਗਾ। ਤੇ ਮੈਂ ਚਾਹੁੰਦਾ ਸੀ ਵੀ ਉੱਥੇ ਮੈਂ ਲੰਗਰ ਚਲਾਉਣਾ ਚਾਹੁੰਦਾ ਕਿ ਜੇਕਰ ਉੱਥੇ ਲੰਗਰ ਗਊਸ਼ਾਲਾ ਦੇ ਵਿੱਚ ਹੋਊਗਾ ਤੇ ਲੰਘਦੀ ਟੱਪਦੀ ਸੰਗਤ ਵੀ ਉੱਥੇ ਆਊਗੀ, ਉੱਥੇ ਲੰਗਰ ਪ੍ਰਸ਼ਾਦਾ ਛਕੂਗੀ, ਨਾਲ ਜਿਹੜੇ ਕੋਈ ਵਰਕਰ ਹੈ, ਕੋਈ ਸੰਗਤਾਂ ਇਸੇ ਬਹਾਨੇ ਲੰਗਰ ਸਾਫ਼ ਸਫਾਈ ਕਰਾ ਕੇ ਜਾਣਗੇ। ਤੇ ਮੈਨੂੰ ਹਜੇ ਤੱਕ ਲੰਗਰ ਦੀ ਪਰਮਿਸ਼ਨ ਨਹੀਂ। ਕਦੋਂ ਕਦੀ ਤੁਸੀਂ DC ਸਾਹਿਬ ਨੂੰ ਜਿਹੜੀ ਐਪਲੀਕੇਸ਼ਨ? ਪਿਛਲੇ ਸਾਲ ਤੋਂ ਵੀ ਪਹਿਲਾਂ ਦੇ ਮੇਰੇ ਹੋ ਗਏ ਕਰੀਬ 1.5 ਸਾਲ ਹੋ ਗਿਆ ਤੇ ਮੈਂ ਡੀ ਸਾਹਿਬ ਨੂੰ ਐਪਲੀਕੇਸ਼ਨ ਦੇ ਕੇ ਆਇਆ, ਬਕਾਇਦਾ ਮਾਰਕ ਕਰਾ ਕੇ ਡੀ ਸਾਹਿਬ ਨੂੰ ਦੇ ਕੇ ਆਇਆ ਵੀ ਮੈਂ ਸਰ ਉੱਥੇ ਲੰਗਰ ਚਲਾਉਣਾ ਚਾਹੁੰਦਾ। ਤੇ ਮੈਂ ਲੰਗਰ ਵੀ ਤੁਹਾਨੂੰ ਨਹੀਂ ਮੈਂ ਕਹਿੰਦਾ ਗਾ ਵੀ ਤੁਸੀਂ ਮੈਨੂੰ ਲੰਗਰ ਵਾਸਤੇ ਦਿਓ ਕੋਈ ਸਮਾਨ। ਲੰਗਰ ਸਾਡੇ ਕੋਲ ਆਟਾ ਦਾਲਾਂ ਸਾਡੇ ਕੋਲ ਗੁਰੂ ਮਹਾਰਾਜ ਭੇਜ ਰਹੇ ਹੈ ਤੇ ਆਹੀ ਚੀਜ਼ਾਂ ਲੰਗਰ ਵਾਸਤੇ ਚਾਹੀਦੀਆਂ, ਲੱਕੜ ਬੱਲਣ ਚਾਹੀਦਾ ਹੁੰਦਾ। ਤੇ ਤੁਸੀਂ ਸਾਰਾ ਸਹਿਯੋਗ ਸਾਨੂੰ ਇਜਾਜ਼ਤ ਹੀ ਦਿਓ ਵੀ ਹਾਂਜੀ ਬਾਬਾ ਜੀ ਉੱਥੇ ਲੰਗਰ ਤੁਸੀਂ ਚਲਾਓ ਗਊਸ਼ਾਲਾ 'ਚ, ਤੇ ਸੰਗਤਾਂ ਇਹਦੇ ਨਾਲ ਜੁੜਨਗੀਆਂ, ਉੱਥੇ ਸੰਗਤਾਂ ਆਉਣਗੀਆਂ,
ਵੱਧ ਹੋਣਗੇ, ਚਾਹ ਪਾਣੀ ਵੀ ਮਿਲੂਗਾ, ਸ਼ਹਿਰੋਂ ਚੱਲਦਾ ਕੋਈ ਬੰਦਾ। ਅਸੀਂ ਵੀ ਪ੍ਰਸ਼ਾਸਨ ਨੂੰ ਅਪੀਲ ਕਰਾਂਗੇ, ਡੀਸੀ ਸਾਹਿਬ ਨੂੰ ਵੀ ਅਪੀਲ ਕਰਾਂਗੇ ਆਪਣੇ ਮਾਧਿਅਮ ਰਾਹੀਂ ਵੀ ਜ਼ਰੂਰ ਇਸ ਤਰ੍ਹਾਂ ਦੇ ਜਿਹੜੇ ਸਮਾਜ ਸੇਵੀ ਆ, ਜਿਹੜੇ ਅੱਗੇ ਆਉਣਾ ਚਾਹੁੰਦੇ ਆ, ਸੇਵਾ ਕਰਨਾ ਚਾਹੁੰਦੇ ਆ, ਉਹਨਾਂ ਦਾ ਜ਼ਰੂਰ ਸਾਥ ਦਿੱਤਾ ਜਾਵੇ। ਸਾਡੇ ਨਾਲ ਆਸ਼ਰਮ ਦੇ ਵਿੱਚ ਹੋਰ ਵੀ ਸੇਵਾਦਾਰ ਆ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਬਾਬਾ ਜੀ ਨਾਲ ਸੇਵਾ ਕਰ ਰਹੇ ਆ। ਆਓ ਉਹਨਾਂ ਨਾਲ ਵੀ ਕਰਦੇ ਹਾਂ ਗੱਲਬਾਤ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਜੀ ਤੁਹਾਡਾ, ਪਹਿਲਾਂ ਤੇ ਇਹ ਦੱਸ ਦਿਓ। ਜੀ ਮੇਰਾ ਨਾਮ ਗੁਰਤੇਜ ਸਿੰਘ ਆ, ਪਿੰਡ ਮੇਰਾ ਰਪਾਣਾ ਤੇ ਮੈਨੂੰ ਤਕਰੀਬਨ ਮੈਂ 2002 ਤੋਂ ਮੈਂ ਮੁਕਤਸਰ ਸਾਹਿਬ ਆ ਗਿਆ ਸੀ। ਉਸ ਤੋਂ ਬਾਅਦ ਫਿਰ ਮੇਰੇ ਜਦੋਂ ਬਾਬਾ ਜੀ ਨਾਲ ਮੈਂ ਜੁੜਿਆ ਤਾਂ ਇਸ ਸਮੇਂ ਨੂੰ ਵੀ ਕਾਫੀ ਸਮਾਂ ਹੋ ਗਿਆ ਤੇ ਉਹ ਮਾਲਕ ਪਰਮਾਤਮਾ ਇਹਨਾਂ ਦੇ ਚਰਨਾਂ ਦੇ ਵਿੱਚੋਂ ਲਈ ਫਿਰਦਾ ਤੇ ਅਸੀਂ ਤਾਂ ਇਹੀ ਅਰਦਾਸ ਬੇਨਤੀ ਕਰਦੇ ਹਾਂ ਵੀ ਸਾਡੇ ਜਿਹੜੇ ਗੁਰੂ ਆ ਸਾਡੇ ਸੋਨੀ ਬਾਬਾ ਜੀ, ਉਹਨਾਂ ਦੀ ਪਰਮਾਤਮਾ ਆਰਜ਼ੂ ਲੰਬੀ ਕਰੇ ਔਰ ਸਾਨੂੰ ਇਹਨਾਂ ਦੇ ਇਸ ਪਰਿਵਾਰ ਦੀ ਸੇਵਾ ਕਰਨ ਲਈ ਬਲ ਬਖਸ਼ੇ। ਤੁਸੀਂ ਰੁਟੀਨ ਦੇ ਵਿੱਚ ਡੇਲੀ ਜਾਂਦੇ ਹੋ, ਲੰਗਰ ਦੇ ਵਿੱਚ ਲੰਗਰ ਲੈ ਕੇ ਜਾਂਦੇ ਹੋ, ਕਿਵੇਂ ਸੰਗਤ ਆ ਜਿਹੜਾ ਪਿਆਰ ਕਰਦੀ ਆ ਬਾਬਾ ਜੀ ਦੇ ਨਾਮ ਨੂੰ, ਜਾਂ ਜਿਹੜੇ ਸੇਵਾਦਾਰ ਜਾਂਦੇ ਆ ਕਿ ਕਿੰਨਾ ਕੁ ਉਹ ਜਿਹੜੇ ਆਪਣੀ ਸੇਵਾ ਤੁਹਾਨੂੰ ਦਿੰਦੇ ਆ? ਦੇਖੋ ਜੀ, ਜਿੱਥੋਂ ਤੱਕ ਸੇਵਾ ਦੀ ਗੱਲ ਹੈ, ਗੁਰੂ ਮਹਾਰਾਜ ਦਾ ਕਾਰਜ ਹੈ, ਸੰਗਤ ਚਲਾ ਰਹੀ ਆ ਤਾਂ ਇਹ ਸੇਵਾ ਅੱਗੇ ਵਧੀ ਜਾਂਦੀ ਹੈ। ਹੁਣ ਪਿਛਲੇ ਕੁਝ ਦਿਨਾਂ ਦੇ ਵਿੱਚ 17 ਮਾਰਚ ਨੂੰ ਸ਼੍ਰੀ ਗੰਗਾਨਗਰ ਸਾਹਿਬ ਵੀ ਉੱਥੇ ਜਿਹੜੇ ਲੰਗਰ ਸੀਗੇ ਬਾਬਾ ਜੀ ਨੇ ਸ਼ੁਰੂਆਤ ਕੀਤੀ ਸੀ, ਤਾਂ ਉਹ ਲੰਗਰ ਵੀ ਬੜੇ ਯਾਨੀ ਕਿ ਬਹੁਤ ਮਾਲਕ ਦੀ ਕਿਰਪਾ ਨਾਲ ਬਹੁਤ ਵਧੀਆ ਲੰਗਰ ਚੱਲੀ ਜਾਂਦੇ, ਅੱਗੇ ਅੱਗੇ ਹਸਪਤਾਲ ਵਧੀ ਜਾਂਦੇ ਆ ਤੇ ਇਹ ਸੇਵਾ ਸੰਗਤ ਗੁਰੂ ਮਹਾਰਾਜ ਦਾ ਕਾਰਜ ਹੈ, ਸੰਗਤ ਹੀ ਕਰ ਰਹੀ ਹੈ। ਬਹੁਤ ਬਹੁਤ ਮਿਹਰਬਾਨੀ ਹੈ। ਸਨ ਸਾਡੇ ਨਾਲ ਆਸ਼ਰਮ ਦੇ ਸੇਵਾਦਾਰ ਹੋਰ ਵੀ ਵੀਰ ਇੱਥੇ ਗੱਲਬਾਤ ਕਰਨ ਲਈ ਆਏ ਆ। ਇਹ ਹਸਪਤਾਲ ਦੇ ਵਿੱਚ ਆਏ ਸੀ, ਮੈਨੂੰ ਲੱਗਦਾ ਦਵਾਈ ਲੈਣਾ ਸੀ, ਇਹਨਾਂ ਨਾਲ ਵੀ ਗੱਲਬਾਤ ਕਰਦੇ। ਹਾਂਜੀ ਵੀਰ ਜੀ, ਕਿਵੇਂ ਇੱਥੇ ਪਹੁੰਚੇ? ਵਾਹਿਗੁਰੂ ਜੀ ਕਾ ਖਾਲਸਾ, ਸਤਿ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਇਹ ਗੱਲ ਮੈਂ ਕਹਿਣਾ ਚਾਹੁੰਦਾ ਜੀ ਸੰਗਤਾਂ ਦੇ ਚਰਨਾਂ ਵਿੱਚ ਵੀ ਮੇਰੇ ਖਿਆਲ ਦੇ ਵਿੱਚ ਬਾਬਾ ਜੀ ਨੇ ਪਤਾ ਹੀ ਨਹੀਂ ਪਿਛਲੇ ਜਨਮ ਦੇ ਵਿੱਚ ਕਿੱਡਾ ਕੁ ਵੱਡਾ ਕੋਈ ਮਤਲਬ ਬਹੁਤ ਵੱਡਾ ਕੋਈ ਦਾਨ ਪੁੰਨ ਕੀਤੇ ਹੋਣੇ ਆ, ਜਿਨ੍ਹਾਂ ਨੂੰ ਮਤਲਬ ਸੰਗਤਾਂ ਦੇ ਦਰਸ਼ਨ ਕਰਦੇ ਆ। ਇੱਥੇ ਹਸਪੀਟਲ ਦੇ ਵਿੱਚ ਇਹਨਾਂ ਦਾ ਮਤਲਬ ਪ੍ਰਸ਼ਾਦਾ ਪਾਣੀ ਚੱਲਦਾ ਜੀ। ਹਸਪੀਟਲ ਦੇ ਬਿਲਕੁਲ ਸਿਵਲ ਹਸਪਤਾਲ ਮੁਕਤਸਰ ਦੇ ਨਾਲ ਡੇਰਾ ਸਾਹਿਬ ਬਣਿਆ ਹੋਇਆ, ਗੇਟ ਦੇ ਬਿਲਕੁਲ ਸਾਹਮਣੇ, ਤਾਂ 24 ਘੰਟੇ ਮਤਲਬ ਲੰਗਰ ਚੱਲਦਾ ਜੀ। ਪਰ ਇਹਨਾਂ ਦੇ ਸ਼ਰਧਾ ਦੇ ਨਾਲ ਹੀ, ਇਹਨਾਂ ਦੀ ਭਾਵਨਾ ਦੇ ਨਾਲ ਹੀ ਮਤਲਬ ਇਹ ਹੋ ਰਿਹਾ ਪਿੰਡਾਂ ਦੇ ਵਿੱਚੋਂ, ਕਿਉਂਕਿ ਆਪਾਂ ਕਹਿ ਦਿੰਦੇ ਆ ਵੀ ਰਾਸ਼ਨ ਇੱਥੇ ਕੋਈ ਚੜਾਵਾ ਨਹੀਂ ਹੈ। ਪ੍ਰੇਮੀ ਸ਼ਰਧਾਲੂ ਆ ਜਿਹੜੇ ਸੇਵਕ ਇੱਥੇ ਨਾਲ ਬਾਬਾ ਜੀ ਦੇ ਚੱਲਦੇ ਆ, ਸੇਵਾ ਕਰ ਰਹੇ ਆ, ਉਹ ਪਿੰਡਾਂ ਦੇ ਵਿੱਚ ਜਾਂਦੇ ਆ। ਤਾਂ ਮਤਲਬ ਇਕੱਠਾ ਕਰਕੇ ਲਿਆਉਣਾ ਬਹੁਤ ਵੱਡੀ ਗੱਲ ਹੋਈ। ਆਪਾਂ ਮੰਗਣਾ ਨਹੀਂ, ਮੈਂ ਕਹਿਣਾ ਨਹੀਂ ਚਾਹੁੰਦਾ ਇਹ ਸ਼ਬਦ, ਕਿਉਂਕਿ ਮੰਗਣਾ ਜਿਹੜਾ ਬਹੁਤ ਔਖੀ ਗੱਲ ਆ। ਪਰ ਉਹ ਬਾਬਾ ਜੀ ਦੇ ਨਾਲ ਜਿਹੜੀਆਂ ਮਤਲਬ ਸੰਗਤ ਸੇਵਕਾਂ ਜੁੜੇ ਆ, ਉਹਨਾਂ ਨੂੰ ਇਹ ਮੇਰੇ ਖਿਆਲ ਦੇ ਵਿੱਚ ਕੋਈ ਵੱਡੀ ਗੱਲ ਨਹੀਂ ਲੱਗਦੀ, ਕਿਉਂਕਿ ਉਹਨਾਂ ਦੀ ਸੇਵਾ ਹੀ ਬਹੁਤ ਵੱਡੀ, ਬਹੁਤ ਵਧੀ ਹੋਈ ਆ। ਤਾਂ ਬਾਬਾ ਜੀ ਦੇ ਜਮਾਂ ਜਿਹੜਾ ਮਤਲਬ ਸਿਵਲ ਹਸਪੀਟਲ ਦੇ ਮੁਕਤਸਰ ਦੇ ਨਾਲ ਡੇਰਾ ਬਣਿਆ ਹੋਇਆ, 24 ਘੰਟੇ ਇੱਥੇ ਪ੍ਰਸ਼ਾਦਾ ਪਾਣੀ ਚੱਲਦਾ, ਚਾਹੇ ਕੋਈ ਰਾਤ ਨੂੰ ਵੀ ਕਿਸੇ ਟਾਈਮ ਵੀ ਕੋਈ ਕਿਸੇ ਨੂੰ ਦੁੱਧ ਦੀ ਲੋੜ ਆ, ਕੋਈ ਚਾਹ ਪਾਣੀ ਦੀ ਲੋੜ ਆ, ਤਾਂ ਬਾਬਾ ਜੀ ਦੇ ਕੋਲੋਂ ਮਤਲਬ ਇੱਥੇ ਆ ਕੇ ਮਤਲਬ ਪ੍ਰਸ਼ਾਦਾ ਛਕਦੀਆਂ ਸੰਗਤਾਂ। 24 ਘੰਟੇ ਗੇਟ ਖੁੱਲ੍ਹਾ ਰਹਿੰਦਾ ਜੀ। ਅਸੀਂ ਕਦੇ ਵੀ ਕਿਸੇ ਵੀ ਟਾਈਮ ਆਈਏ ਤਾਂ ਅਸੀਂ ਕਦੇ ਗੇਟ ਨੂੰ ਬੰਦ ਨਹੀਂ ਦੇਖਿਆ ਵੀ ਬਾਬਾ ਜੀ ਦੇ ਮਤਲਬ ਇੱਥੇ ਲੰਗਰ ਭੰਡਾਰੇ ਦਾ ਕੋਈ ਗੇਟ ਬੰਦ ਹੋਵੇ ਜਾਂ ਕਿਸੇ ਨੂੰ ਰੋਕਿਆ ਗਿਆ ਹੋਵੇ ਜਾਂ ਕਿਸੇ ਲਈ ਕੋਈ ਰੋਕਥਾਮ ਕਿਸੇ ਧਰਮ ਲਈ ਜਾਂ ਕਿਸੇ ਲਈ ਉਹ ਨਹੀਂ ਹੈ। 24 ਘੰਟੇ ਹੀ ਮਤਲਬ ਇਹ ਦਰਵਾਜ਼ਾ ਜਿਹੜਾ ਖੁੱਲ੍ਹਾ ਰਹਿੰਦਾ। ਤਾਂ ਮੈਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਨਾ ਚਾਹੁੰਦਾ, ਖਾਸ ਕਰਕੇ ਮੁਕਤਸਰ ਸ਼ਹਿਰ ਦੇ, ਤਾਂ ਨਾਲ ਮਤਲਬ ਹੋਰ ਵੀ ਜ਼ਿਲ੍ਹਿਆਂ ਦੇ ਵਿੱਚ ਵੀ ਜਿੱਥੇ ਵੀ ਬਾਬਾ ਜੀ ਚਾਹੁੰਦੇ ਆ ਕਿਸੇ ਜਗ੍ਹਾ ਤੇ ਕੋਈ ਲੰਗਰ ਪ੍ਰਸ਼ਾਦੇ ਦਾ ਇੰਤਜ਼ਾਮ ਕਰਨਾ ਚਾਹੁੰਦੇ ਆ ਜਾਂ ਪ੍ਰਸ਼ਾਸਨ ਨੂੰ ਕੋਈ ਇਹਨਾਂ ਨੇ ਬੇਨਤੀਆਂ ਕੀਤੀਆਂ, ਉਹਨਾਂ ਤੇ ਗੌਰ ਕੀਤੀ ਜਾਵੇ ਤਾਂ ਬਾਬਾ ਜੀ ਨੂੰ ਮਤਲਬ ਸਹਿਯੋਗ ਦਿੱਤਾ ਜਾਵੇ। ਜੇ ਕੋਈ, ਮੈਂ ਤਾਂ ਨਹੀਂ ਜਾਣਦਾ ਵੀ ਪ੍ਰਸ਼ਾਸਨ ਵੱਲੋਂ ਵੀ ਕੋਈ ਗ੍ਰਾਂਟਸ ਵਗੈਰਾ ਕੋਈ ਮਿਲਦੀ ਆ ਜਾਂ ਕਿ ਨਹੀਂ ਮਿਲਦੀ, ਪਰ ਜੇ ਅਗਰ ਮਿਲਦੀ ਆ ਤਾਂ ਬਾਬਾ ਜੀ ਨੂੰ ਜ਼ਰੂਰ ਉਹ ਮਤਲਬ ਮੁਹੱਈਆ ਕਰਵਾਈ ਜਾਵੇ, ਤਾਂ ਕਿ ਜੇ ਕੋਈ ਡੇਰੇ ਦੀ ਕੰਡੀਸ਼ਨ ਥੋੜੀ ਘਣੀ ਹੋ ਜੇ ਔਰ ਵੀ ਮਤਲਬ ਕੋਈ ਦੀਵਾਰ ਨਹੀਂ ਬਣੀ ਜਾਂ ਬੈਕ ਸਾਈਡ ਤੇ ਕੋਈ ਵਧੀਆ ਕੋਈ ਉਹ ਸ਼ੈੱਡ ਵਗੈਰਾ ਨਹੀਂ ਬਣਿਆ, ਜੇ ਪ੍ਰਸ਼ਾਸਨ ਵੱਲੋਂ ਜਾਂ ਮਤਲਬ ਸਰਕਾਰ ਵੱਲੋਂ ਕੋਈ ਗ੍ਰਾਂਟਸ ਵਗੈਰਾ ਮਿਲਦੀ ਆ ਤਾਂ ਬਾਬਾ ਜੀ ਨੂੰ ਜ਼ਰੂਰ ਮੁਹੱਈਆ ਕਰਾਈ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਮਿਹਰਬਾਨੀ। ਆਸ਼ਰਮ ਦੇ ਵਿੱਚ ਗੁਰਪ੍ਰੀਤ ਸਿੰਘ ਸੋਨੀ ਬਾਬਾ ਜੀ ਦਾ ਬੇਟਾ ਜੀ ਵੀ ਆ, ਜਿਹੜੇ ਇੱਕ ਲੰਮੇ ਸਮੇਂ ਤੋਂ ਸੇਵਾ ਕਰ ਰਹੇ ਆ। ਉਹ ਆਪਦੇ ਬੱਚਿਆਂ ਨੂੰ ਵੀ ਇਸ ਸੇਵਾ ਦੇ ਨਾਲ ਜੋੜ ਰਹੇ ਆ। ਸਾਡੇ ਨਾਲ ਬਾਬਾ ਜੀ ਦਾ ਬੇਟਾ ਜੀ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਦੇਖਦੇ ਹੋ ਤੁਹਾਡੇ ਪਿਤਾ ਜੀ ਲੰਮੇ ਟਾਈਮ ਤੋਂ ਜਿਹੜੀ ਸੇਵਾ ਕਰ ਰਹੇ ਆ, ਤੁਸੀਂ ਵੀ ਉਸ ਸੇਵਾ ਦੇ ਨਾਲ ਜੁੜ ਚੁੱਕੇ ਹੋ, ਆ ਕੇ ਸੇਵਾ ਕਰਦੇ ਹੋ, ਕਿਵੇਂ ਦੇਖਦੇ ਹੋ ਜਿਹੜਾ ਲੋਕ ਉਹਨਾਂ ਨੂੰ ਕਿਸ ਤਰ੍ਹਾਂ ਪਿਆਰ ਕਰਦੇ? ਮੈਂ ਬਹੁਤ ਧੰਨਾ ਜੀ ਬਾਬਾ ਸੋਨੀ ਜੀ ਜੇ ਆਪਣੇ ਡੇਰਾ ਪਾਇਆ। ਬਾਬਾ ਸੋਨੀ ਜੀ ਨੇ 10 ਸਾਲ ਹੋ ਗਏ ਆਪਣੇ ਡੇਰਾ ਪਾਏ ਨੂੰ। ਇਹਨਾਂ ਦੀ ਬਹੁਤ ਬਹੁਤ ਧੰਨਾ ਕਿ ਗਰੀਬਾਂ ਦੀ ਸੇਵਾ ਕਰ ਰਹੇ ਨੇ। ਬਹੁਤ ਧੰਨਾ ਹੈ ਕਿ ਸੇਵਾ ਕਰ ਰਹੇ ਨੇ ਗਰੀਬਾਂ ਦੀ, ਜਿਹੜੇ ਹੈਲਪ ਕਰ ਰਹੇ, ਜਿਹੜੇ ਜੀਵ ਪਸ਼ੂ ਆ, ਬਹੁਤ ਧੰਨਾ ਹੈ ਕਿ ਸੇਵਾ ਕਰ ਰਹੇ ਨੇ। ਅਤੇ ਹਸਪਤਾਲਾਂ ਦੇ ਵਿੱਚ ਆਪਣਾ ਲੰਗਰ ਜਾਂਦਾ ਡੇਲੀ, ਅਤੇ ਲੋਕੀ ਆਉਂਦੇ ਨੇ, ਗਰੀਬ ਆਉਂਦੇ ਨੇ ਕਿ ਸੇਵਾ ਸੁਵਾ ਪਾ ਕੇ ਜਾਂਦੇ ਨੇ। ਉਹ ਵੀ ਧੰਨਾ ਕਿ ਕਹਿੰਦੇ ਬਾਬਾ ਸੋਨੀ ਚੰਗਾ ਡੇਰਾ ਪਾਇਆ ਇਹਨਾਂ ਨੇ। ਅਤੇ ਇਸ ਕਰਕੇ ਮੈਂ
ਸ਼ਰਧਾ ਮੰਗਦਾ ਰੱਬ ਤੋਂ ਕਿ ਸਾਰੀ ਉਮਰ ਡੇਰਾ ਹੀ ਰੱਖੇ। ਇਸ ਬਾਬਾ ਜੀ ਦੇ ਬੇਟਾ ਜੀ ਸੀਗੇ, ਜਿਹੜੇ ਇਹ ਵੀ ਉਮੀਦ ਕਰਦੇ ਆ ਕਿ ਲੰਮੇ ਸਮੇਂ ਤੱਕ ਹਰ ਇੱਕ ਦੀ ਖਵਾਇਸ਼ ਆ, ਹਰ ਇੱਕ ਦੇ ਇਹੀ ਬੋਲ ਹੁੰਦੇ ਆ ਵੀ ਜਿਹੜੀ ਸੇਵਾ ਇਹ ਨਿਰਵਿਘਨ ਕੰਟੀਨਿਊ ਚੱਲਦੀ ਰਵੇ। ਤੇ ਪਰ ਤੁਹਾਡੇ ਤਾਂ ਉਹ ਪਿਤਾ ਜੀ ਆ, ਕਿਵੇਂ ਦੇਖਦੇ ਹੋ ਲੋਕਾਂ ਦਾ ਜਿਹੜਾ ਜਿਵੇਂ ਅੱਜ ਸੋਨੀ ਬਾਬਾ ਨਾਲ ਨਾਮ ਉਹਨਾਂ ਦਾ ਹੁੰਦਾ, ਤੁਸੀਂ ਇਸ ਸੇਵਾ ਦਾ ਫਲ ਇਸ ਨੂੰ ਗਿਣਦੇ ਹੋ ਜਾਂ ਕਿਵੇਂ ਤੁਹਾਨੂੰ ਖੁਸ਼ੀ ਕਿਸ ਤਰ੍ਹਾਂ ਦੀ ਪ੍ਰਾਪਤ ਹੁੰਦੀ ਹੈ ਜਦੋਂ ਇਲਾਕੇ 'ਚ ਤੁਹਾਡੇ ਪਿਤਾ ਜੀ ਦਾ ਨਾਮ ਹੁੰਦਾ? ਕਿਉਂਕਿ ਬਾਬਾ ਜੀ ਤੁਹਾਡੇ ਤੋਂ ਬਾਅਦ 'ਚ ਪਹਿਲਾਂ ਉਹ ਤੁਹਾਡੇ ਪਿਤਾ ਜੀ ਆ। ਹਾਂਜੀ, ਕਿ ਆਪਣੇ ਜਿਹੜੇ ਇੱਥੇ ਸੇਵਾ ਜਿਹੜੇ ਆਉਂਦੇ ਨੇ ਕਰਨ ਵਾਸਤੇ, ਜਿਹੜੇ ਆਪਣੇ ਹਸਪਤਾਲਾਂ ਦੇ ਵਿੱਚ ਜਿਹੜੇ ਜਾਂਦੇ ਲੰਗਰ ਜਾਂਦੇ ਨੇ, ਜਿਹੜੇ ਆਪਣੇ ਜਿਹੜੇ ਪਸ਼ੂ ਹੈਗੇ ਨੇ ਉਹਨਾਂ ਦੀ ਦੇਖਭਾਲ ਕਰਨ ਵਾਸਤੇ ਬਾਬਾ ਜੀ ਨੇ ਇੱਥੇ ਡੇਰਾ ਪਾਇਆ ਸੀਗਾ, ਗਰੀਬਾਂ ਦੀ ਹੈਲਪ ਕਰਨ ਵਾਸਤੇ। ਕਿ ਚੱਕ ਪਿੰਡ ਵਾਲੇ ਲਾਕਡਾਊਨ ਦੇ ਵਿੱਚ ਬਿਮਾਰੀ ਜਦੋਂ ਹੋਈ ਸੀਗੀ, ਆਪਣੇ ਇੱਥੇ ਗਰੀਬਾਂ ਨੂੰ ਬਹੁਤ ਇੱਥੇ ਤਕਲੀਫ ਹੁੰਦੀ ਸੀਗੀ ਕਿ ਆਪਣੇ ਇੱਥੇ ਲੰਗਰ ਬਣਦਾ ਸੀ, ਹਸਪਤਾਲਾਂ ਦੇ ਵਿੱਚ ਜਾਂਦਾ ਸੀ, ਉਦੋਂ ਪਿੰਡਾਂ ਦੇ ਵਿੱਚ ਜਾਂਦਾ ਸੀ। ਉਹਨਾਂ ਦੀ ਸ਼ਰਧਾ ਬਣਦੀ ਸੀ ਕਿ ਬਾਬਾ ਸਿੰਘ ਦਾ ਲੰਗਰ ਆਇਆ ਕਿ ਉਹਨਾਂ ਦੀ ਸੇਵਾ ਪਾਈਏ, ਕਿ ਬਾਬਾ ਸੋਨੀ ਆਪਣੇ ਇੱਥੇ ਲੰਗਰ ਆਉਂਦਾ ਹੁੰਦਾ ਸੀਗਾ। ਤੇ ਹਸਪਤਾਲਾਂ ਦੇ ਵਿੱਚ ਜਦੋਂ ਲੰਗਰ ਜਾਂਦਾ ਸੀ ਆਪਣਾ ਪਹਿਲਾਂ ਤਾਂ ਆਪਣਾ ਜਾਂਦਾ ਸੀ ਪ੍ਰਣਾਮੀ ਹਸਪਤਾਲ ਦੇ ਵਿੱਚ, ਆਪਣੇ ਸਾਰੇ ਪਹਿਲਾਂ ਤੇ ਆਪਣੇ 12 ਸਾਲ ਹੋ ਗਏ ਲੰਗਰ ਪਾਉਂਦੇ ਨੂੰ, ਕਿ ਆਪਣੇ ਪਹਿਲਾਂ ਰਪਾਣਾ ਸੀਗਾ ਘਰ। ਤੇ ਗਰੀਬਾਂ ਨੂੰ ਬਹੁਤ ਔਖਾ ਹੁੰਦਾ ਸੀਗਾ ਕਿ ਆਪਣੇ ਇੱਥੇ ਲੰਗਰ ਲੈ ਕੇ ਜਾਂਦੇ ਸਾਰੇ ਲਾਕਡਾਊਨ ਦੇ ਵਿੱਚ, ਕਿ ਜੇ ਇੱਥੇ ਡੇਰਾ ਨਾ ਹੁੰਦਾ ਤੇ ਗਰੀਬ ਕਿਵੇਂ ਰੋਟੀ ਖਾਣ। ਬਹੁਤ ਔਖਾ ਸੀ, ਕੋਵਿਡ ਦਾ ਦੌਰ ਸੀਗਾ, ਜਦੋਂ ਲੰਗਰ ਨਹੀਂ ਕਿਸੇ ਨੂੰ ਮਿਲਦਾ ਸੀਗਾ, ਕੰਮਕਾਜ ਬੰਦ ਹੋ ਗਏ ਸੀ। ਉਦੋਂ ਬਾਬਾ ਜੀ ਨੇ ਉਹਨਾਂ ਦਿਨਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਸੰਗਤਾਂ ਨੂੰ ਉਦੋਂ ਲੰਗਰ ਛਕਾਇਆ। ਉਹਨਾਂ ਨਾਲ ਵੀ ਗੱਲਬਾਤ ਕਰਦੇ। ਹਾਂਜੀ ਬਾਈ ਜੀ। ਮੇਰਾ ਨਾਮ ਸਤਪਾਲ ਸਿੰਘ ਹੈ ਜੀ, ਗੋਨਿਆਣਾ ਪਿੰਡ ਆਪਣਾ। ਹਾਂਜੀ। ਮੈਂ ਸਰਦਾਰ ਮੇਵਾ ਸਿੰਘ ਨੰਬਰਦਾਰ ਦਾ ਲੜਕਾ। ਤੇ ਮੇਰੇ ਮਾਤਾ ਜੀ ਦਾ ਚੂਕਣਾ ਕਰੈਕ ਹੋ ਗਿਆ ਸੀ ਤੇ ਲੱਗੇ ਸੀਗੇ ਤੇ ਇੱਥੇ ਹਸਪਤਾਲ ਆ 4 ਤਰੀਕ ਦੇ ਦਾਖਲ ਆ। ਅੱਛਾ, ਇਹ ਸਰਕਾਰੀ ਹਸਪਤਾਲ ਦੇ ਵਿੱਚ? ਸਰਕਾਰੀ ਹਸਪਤਾਲ ਦੇ ਵਿੱਚ ਜੀ। ਇਹ ਮੇਰੇ ਮਸ਼ੇਰਾ ਮਾਸੀ ਦੇ ਲੜਕੇ ਸੀ ਤੇ ਉਹ 4 ਤਰੀਕ ਦੇ ਇੱਥੇ ਮੈਂ ਦਾਖਲਾ ਜੀ। ਤੇ ਸਭ ਬਾਬਾ ਜੀ ਦੇ ਇੱਥੇ ਡੇਰੇ ਚੋਂ ਹੀ ਚਾਹ ਤੇ ਡੇਰੇ ਚੋਂ ਸਾਰਾ ਪ੍ਰਸ਼ਾਦਾ ਮੈਂ ਰੋਟੀ ਪਾਣੀ ਦੀ ਤੁਹਾਨੂੰ ਕੋਈ ਦਿੱਕਤ ਮੈਨੂੰ ਨਹੀਂ ਕੋਈ ਆਈ? ਦਿੱਕਤ ਨਹੀਂ ਜੀ, ਕਿਨੂੰ ਦੇ ਭੋਰਾ ਕਿਸੇ ਰਿਸ਼ਤੇਦਾਰ ਨੂੰ ਫਿਕਰ ਨਹੀਂਗਾ ਪਿੱਛੇ ਕੋਈ ਸਮਾਨ ਚੱਕ ਕੇ ਤੁਰਨ ਦਾ? ਮੈਂ ਇੱਥੇ ਆਉਣਾ ਕਿਨਾਂ ਲੈਂਦੇ ਜੋ ਡੇਰੇ ਦੇ ਵਿੱਚ ਆਉਣਾ, ਕਹਿੰਦੇ ਨੰਬਰਦਾਰ ਸਾਹਿਬ ਚਾਹ ਬਣੀ ਪਈ ਆ, ਨੰਬਰਦਾਰ ਸਾਹਿਬ ਪ੍ਰਸ਼ਾਦਾ ਤਿਆਰ ਆ ਮਾਤਾ ਜੀ ਵਾਸਤੇ ਲੈ। ਵੀ ਹਰ ਇੱਕ ਨੂੰ ਇੱਥੇ ਲੰਗਰ ਦੀ ਸੇਵਾ ਦੇ ਨਾਲ ਇੱਜ਼ਤ ਵੀ ਪੂਰੀ ਮਿਲਦੀ। ਬਹੁਤ ਜੀ ਕਿਨਾਂ ਦੇ ਬਾਬਾ ਜੀ ਦਾ ਤਾਂ ਅਸੀਂ ਦੇਣ ਹੀ ਨਹੀਂ ਦੇ ਸਕਦੇ। ਬਹੁਤ ਬਹੁਤ ਮਿਹਰਬਾਨੀ। ਬਾਬਾ ਜੀ ਨੇ ਜਿਹੜਾ ਆਪਦਾ ਸੇਵਾ ਨਾਲ ਸ਼ੁਰੂ ਕੀਤੀ ਸੀ, ਨਾਲ ਬੱਚਿਆਂ ਦੇ ਵਿੱਚ ਵੀ ਜੋਸ਼ ਭਰਤਾ। ਬਾਬਾ ਜੀ ਦੇ ਬੇਟੇ ਨਾਲ ਵੀ ਗੱਲਬਾਤ ਕੀਤੀ, ਹਜੇ ਭਾਵੇਂ ਉਹ ਨਹੀਂ ਇਸ ਚੀਜ਼ ਨੂੰ ਸਮਝਦੇ, ਹਜੇ ਛੋਟੀ ਉਮਰ ਆ, ਬਾਬਾ ਜੀ ਦੇ ਪਾਏ ਰਾਹ ਤੇ ਪੂਰਨਿਆਂ ਤੇ ਉਹ ਚੱਲ ਰਹੇ ਆ। ਬੱਚੇ ਜਿਹੜੇ ਬੜੇ ਜੋਸ਼ ਨਾਲ ਜਿਹੜੀ ਤਨ ਮਨ ਨਾਲ ਜਿਹੜੀ ਸੇਵਾ ਕਰ ਰਹੇ। ਸਾਡੇ ਨਾਲ ਇੱਕ ਵੀਰ ਹੋਰ ਬਾਬਾ ਜੀ ਨੇ ਦੱਸਿਆ ਵੀ ਇਹ ਜਿਹੜੀ ਸਿਲੰਡਰਾਂ ਦੀ ਸੇਵਾ ਡੇਲੀ, ਇੱਕ ਮੈਨੂੰ ਲੱਗਦਾ ਛੋਟੀ ਜੀ ਉਮਰ ਦਾ ਬੱਚਾ 15-16 ਸਾਲ ਦੀ ਇਹਦੀ ਉਮਰ ਹੋਣੀ ਹੈ, ਡੇਲੀ ਜਿਹੜੀ ਸੇਵਾ ਕਰ ਰਿਹਾ, ਇਹ ਸਿਲੰਡਰ ਲੈ ਕੇ ਆਉਂਦਾ। ਹਾਂ, ਕਿੰਨੇ ਟਾਈਮ ਤੋਂ ਵੀਰੇ ਇੱਥੇ ਸੇਵਾ 'ਚ ਜਿਹੜੇ ਲੱਗੇ ਹੋਏ ਆ? ਇੱਥੇ ਕਮ ਸੇ ਕਮ 10-12 ਸਾਲ ਹੋ ਗਏ ਹੈਗੇ ਆ ਕਿ ਸੇਵਾ ਚੱਲਦੀ ਰਹਿੰਦੀ ਹੈ ਤੇ 4-5 ਸਿਲੰਡਰ ਰੋਜ਼ ਦੇ ਆਉਂਦੇ ਰਹਿੰਦੇ ਆ। ਕੋਵਿਡ ਦੇ ਟਾਈਮ ਵੀ ਆਏ ਸੀਗੇ, 10-12 ਸਿਲੰਡਰ ਆਉਂਦੇ ਸੀਗੇ 2-3 ਦਿਨਾਂ 'ਚ ਤੇ ਇੱਥੇ 2 ਕੁਇੰਟਲ ਆਟਾ ਮਤਲਬ ਰੋਜ਼ ਲੱਗਦਾ ਤੇ ਰੋਜ਼ ਸਿਲੰਡਰ ਜਾ ਕੇ ਤੁਸੀਂ ਲੈ ਕੇ ਆਉਂਦੇ? ਹਾਂਜੀ। ਸਿਲੰਡਰਾਂ ਦੀ ਡਿਊਟੀ ਜਿਹੜੀ ਤੁਹਾਡੀ ਲੱਗੀ ਹੋਈ ਹੈ? ਨਹੀਂ, ਪਹਿਲਾਂ ਮੇਰੇ ਪਿਤਾ ਜੀ ਆਉਂਦੇ ਸੀਗੇ ਅੱਛਾ ਤੇ ਉਹਨਾਂ ਨੂੰ ਹੋਰ ਕੋਈ ਕੰਮ ਪੈ ਜਾਂਦਾ, ਇਸ ਕਰਕੇ ਮੈਂ ਛੱਡ ਜਾਂਦਾ। ਨਹੀਂ, ਤੁਸੀਂ ਇਸ ਚੀਜ਼ ਨੂੰ ਇੱਕ ਕੰਮ ਦੇ ਪ੍ਰਤੀ ਲੱਗੇ ਹੋ ਕਿ ਵੀ ਇੱਥੇ ਕੰਮ ਮਿਲਿਆ ਕਿ ਤੁਹਾਨੂੰ ਉਸ ਦੇ ਢੰਗਣਾ ਵੀ ਤੁਹਾਨੂੰ ਉਹਦੇ ਪੈਸੇ ਮਿਲਦੇ ਆ, ਕਿ ਸੇਵਾ ਦੇ ਰੂਪ 'ਚ ਕੰਮ ਕਰ ਰਹੇ ਹੋ? ਨਹੀਂ, ਮਤਲਬ ਪੈਸੇ ਵੀ ਮਿਲਦੇ ਆ ਤੇ ਇੱਕ ਤਰ੍ਹਾਂ ਦੀ ਸੇਵਾ ਵੀ ਕਮਾਈ ਜਾਂਦੀ ਆਪਦੀ। ਦੋਨੇ ਕੰਮ, ਨਾਲੇ ਪੁੰਨ ਤੇ ਨਾਲੇ ਫਲੀਆਂ ਕਿ ਕਹਾਵਤ ਹੁੰਦੀ ਹੈ। ਬਹੁਤ ਬਹੁਤ ਮਿਹਰਬਾਨੀ। ਇਹ ਸਨ ਸਾਡੇ ਨਾਲ ਆਸ਼ਰਮ ਦੇ ਸੇਵਾਦਾਰ ਜਿਹੜੇ ਪਿਛਲੇ ਲੰਮੇ ਟਾਈਮ ਤੋਂ ਆਪਣੀਆਂ ਸੇਵਾਵਾਂ ਇੱਥੇ ਦੇ ਰਹੇ ਆ। ਤੇ ਸਾਡੇ ਨਾਲ ਅੱਜ ਲੰਮਾ ਟਾਈਮ ਬਾਬਾ ਗੁਰਪ੍ਰੀਤ ਸਿੰਘ ਜੀ ਸੋਨੀ ਬਾਬਾ ਜੀ, ਜਿਨ੍ਹਾਂ ਨੇ ਲੰਮਾ ਟਾਈਮ ਸਾਡੇ ਨਾਲ ਗੱਲਬਾਤ ਕੀਤੀ। ਪ੍ਰਸ਼ਾਸਨ ਨੂੰ ਅਪੀਲ ਕਰਾਂਗੇ, ਸੰਗਤਾਂ ਨੂੰ ਅਪੀਲ ਕਰਾਂਗੇ ਕਿ ਇਸ ਤਰ੍ਹਾਂ ਹੀ ਇਹਨਾਂ ਦਾ ਸਾਥ ਜਿਹੜਾ ਇਹਨਾਂ ਨੂੰ ਸੰਗਤਾਂ ਤੇ ਪ੍ਰਸ਼ਾਸਨ ਦਿੰਦਾ ਰਹੇ ਤੇ ਨਿਰਵਿਘਨ ਇਸੇ ਤਰ੍ਹਾਂ ਹੀ ਸੇਵਾ ਕਰਦੀਆਂ ਰਹਿਣ।